शेरे पंजाब 600 AM ते निघा हार्दिक स्वागत है। मैं तुहाडा मेजबान हरजीत सिंह गिल शो लैके तुहाडी सेवा दे विच हाज़र हां। 9:13 होए ने ते 14 जून है, वरा 2021 का सोमवार है। 31 जेठ नानक संमत 553 निघा हार्दिक स्वागत है जी। ਅੱਜ ਦੇ ਸ਼ੋਅ ਦੇ ਵਿੱਚ ਸ਼ੁਰੂਆਤ ਹੋਏਗੀ ਪੰਜਾਬ ਤੋਂ, ਦੇਸ਼ ਪੰਜਾਬ ਦੇ ਝਰੋਖੇ ਚੋਂ। ਉਸ ਤੋਂ ਬਾਅਦ ਅੱਜ ਖਾਸ ਗੱਲਬਾਤ ਕਰਨੀ ਹੈ ਜਾਇਦਾਦ, ਖਾਸ ਤੌਰ ਤੇ ਤੁਹਾਡੇ ਘਰਾਂ ਦੇ ਹਰ ਸਾਲ ਵੱਧਦੇ ਟੈਕਸਾਂ ਦੇ ਬਾਰੇ। ਜਿਹੜੀ ਪ੍ਰੋਪਰਟੀ ਟੈਕਸ ਹੈ ਉਹਦਾ ਕੀ ਬੇਸ ਹੋਣਾ ਚਾਹੀਦਾ। ਜਿਹੜੇ ਬੰਦੇ ਨੇ ਘਰ ਵੇਚਣਾ ਨਹੀਂ, ਸਾਰੀ ਜ਼ਿੰਦਗੀ ਉਹ 'ਚ ਰਹਿਣਾ ਹੈ, ਉਹਦਾ ਹਰ ਸਾਲ 12-14% ਜਿਹੜਾ ਟੈਕਸ ਵਧਾ ਦੇਣਾ। ਸਰੀ ਦੇ ਵਿੱਚ ਕਿੰਨੇ ਘਰ ਹੋਣਗੇ, ਕਿੰਨਾ ਟੈਕਸ ਹੋਏਗਾ, ਕਿੰਨੀ ਬਚਤ ਹੈ, ਸਰਵਿਸਿਜ਼ ਦਾ ਕੀ ਹਾਲ ਹੈ, ਇਸ ਤੇ ਗੱਲਬਾਤ ਹੋਏਗੀ। 604-204-0600 ਤੇ 6042040600 ਤੇ ਹੋਰ ਵੀ ਦੁਨੀਆ ਦੀਆਂ ਖਬਰਾਂ। ਬੈਂਜਾਮਿਨ ਨੇਤਨਯਾਹੂ ਦੀ ਰਾਜਨੀਤੀ ਤੋਂ ਬਾਹਰ 71 ਸਾਲ ਦੀ ਉਮਰ, ਜਾਣ ਵੇਲੇ ਫੇਰ ਕਹਿ ਗਿਆ, ਕਹਿੰਦਾ ਵਾਪਸ ਆਊਂਗਾ। ਨੈਫਟਾਲੀ ਜਿਹੜਾ ਉਹ ਕੀ ਕਰੇਗਾ, ਰਾਈਟ ਵਿੰਗ ਆਈਡੀਓਲੋਜੀ ਦਾ ਬੰਦਾ ਹੈ। ਤੇ ਕਿਹੋ ਜਿਹਾ ਸਮਾਂ ਆਏਗਾ ਆਉਣ ਵਾਲਾ ਫਲਸਤੀਨ ਤੇ ਇਜ਼ਰਾਈਲ ਦੇ ਬਾਰੇ। 604-204-0600 604-729-1224 ਮੇਰਾ WhatsApp ਤੇ ਟੈਕਸਟ ਲਈ ਨੰਬਰ ਹੈ, ਤੁਸੀਂ ਸ਼ਾਮਲ ਹੋ ਸਕਦੇ ਹੋ। ਜਦ ਵੀ ਗੱਲਬਾਤ ਕਰਨੀ ਤੇ ਮੇਰੇ ਤੱਕ ਕੋਈ ਸੁਨੇਹਾ ਪਹੁੰਚਣਾ ਕਰਨਾ ਹੋਵੇ ਤਾਂ 604-729-1224 6047291224। ਤੇ CNN ਦੇ ਚੀਫ ਜਿਹੜਾ ਲਾਅ ਦਾ ਐਨਾਲਿਸਟ ਸੀ ਜੈਫਰੀ ਟੂਬਨ, ਉਹ 5-6 ਮਹੀਨੇ ਬਾਅਦ ਆਇਆ, ਕਿੱਧਰ ਚਲੇ ਗਿਆ ਸੀ, ਉਹਦੀ ਵੀ ਅੱਜ ਗੱਲ ਸੁਣਾਊ। ਤੇ ਸੱਚ ਕਿੱਥੇ ਬੋਲਦਾ ਖੜਕੇ, ਸੱਚ ਇਹ ਲੋਕ ਕਿੰਨਾ ਬੋਲਦੇ ਆ, ਉਹਦੀ ਇੱਕ ਉਦਾਹਰਨ ਵੀ ਹੈ। ਕਿ ਰੇਤਿਆਂ ਦੀ ਬੋਲੀ ਮਾਰੂ ਥਲ ਲਿਖਦਾ ਨਹੀਂ, ਉਹ ਸਾਗਰਾਂ ਸਮੁੰਦਰਾਂ ਦੀ ਛਲ ਲਿਖਦਾ। ਕਦੇ ਚੰਨ ਕਦੇ ਤਾਰਿਆਂ ਦੇ ਵੱਲ ਲਿਖਦਾ ਨਹੀਂ, ਉਹ ਥੋੜ੍ਹੀ ਥੋੜ੍ਹੀ ਸਾਰਿਆਂ ਦੀ ਗੱਲ ਲਿਖਦਾ ਨਹੀਂ। ਉਹ ਖੇਤਾਂ ਵਿੱਚ ਹਰੇ ਹਰੇ ਗੀਤ ਲਿਖਦਾ ਨਹੀਂ, ਉਹ ਵਗਦਿਆਂ ਖਾਲਾਂ ਦਾ ਸੰਗੀਤ ਲਿਖਦਾ। ਖੜੇ ਪਾਣੀਆਂ ਦੇ ਵਿੱਚ ਹਲਚਲ ਲਿਖਦਾ ਨਹੀਂ, ਉਹ ਥੋੜ੍ਹੀ ਥੋੜ੍ਹੀ ਸਾਰਿਆਂ ਦੀ ਗੱਲ ਲਿਖਦਾ ਨਹੀਂ। ਉਹ ਸੱਚੀਆਂ ਕਮਾਈਆਂ ਦਾ ਆਨੰਦ ਲਿਖਦਾ, ਇਤਿਹਾਸ ਨੇ ਘਟਾਇਆ ਬੰਦ ਬੰਦ ਲਿਖਦਾ ਨਹੀਂ। ਉਹ ਮਸਲੇ ਮੁਸੀਬਤਾਂ ਦੇ ਹੱਲ ਲਿਖਦਾ, ਥੋੜ੍ਹੀ ਥੋੜ੍ਹੀ ਸਾਰਿਆਂ ਦੀ ਗੱਲ ਲਿਖਦਾ। ਕਦੇ ਜਿੱਤ ਦੀਆਂ ਗੂੰਜਾਂ ਕਦੇ ਹਾਰ ਲਿਖਦਾ, ਕਦੇ ਫੁੱਲਾਂ ਵਾਲੀ ਰੁੱਤ ਕਦੇ ਖਾਰ ਲਿਖਦਾ, ਕਦੇ ਖੱਦਰ ਤੇ ਕਦੇ ਮਲਮਲ ਲਿਖਦਾ। ਥੋੜ੍ਹੀ ਥੋੜ੍ਹੀ ਸਾਰਿਆਂ ਦੀ ਗੱਲ ਲਿਖਦਾ ਨਹੀਂ। ਉਹ ਰਾਂਝਿਆਂ ਦੇ ਮੱਥਿਆਂ 'ਚ ਹੀਰ ਲਿਖਦਾ ਨਹੀਂ, ਉਹ ਯੋਧਿਆਂ ਦੇ ਖਾਤੇ ਸ਼ਮਸ਼ੀਰ ਲਿਖਦਾ। ਸਾਡੇ ਵਰਗੇ ਨੂੰ ਸੱਪਣੀ ਦੀ ਖੱਲ ਲਿਖਦਾ, ਉਹ ਤਾਂ ਥੋੜ੍ਹੀ ਸਾਰਿਆਂ ਦੀ ਗੱਲ ਲਿਖਦਾ। ਹਰਮਨਜੀਤ ਰਾਣੀ ਤੱਤ 'ਚ ਲਿਖਦਾ ਹੈ। ਸਰ ਨਵਕਿਰਨ ਸਿੰਘ ਜੀ ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ ਜੀ। ਸਭ ਤੋਂ ਪਹਿਲਾਂ ਤੁਹਾਨੂੰ ਤੇ ਸ਼ੇਰੇ ਪੰਜਾਬ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਸ ਉਮੀਦ ਕਰਦਾ ਕਿ ਵੀਕਐਂਡ ਪੰਜਾਬੀਆਂ ਦਾ ਠੀਕ ਲੰਘਿਆ ਹੋਵੇਗਾ। ਜੀ ਗਿੱਲ ਸਾਹਿਬ, ਤੁਸੀਂ ਦਿਓ ਖਬਰ ਵੀ ਮੌਸਮ ਕਿਹੋ ਜਿਹਾ ਪੰਜਾਬ ਦਾ। ਮੌਸਮ ਗਿੱਲ ਸਾਹਿਬ ਪੰਜਾਬ ਦਾ ਗਰਮੀ ਕਾਫੀ ਪੈ ਰਹੀ ਹੈ ਪੰਜਾਬ ਦੇ ਵਿੱਚ। ਜੇ ਦੇਖਣਾ ਹੋਵੇ ਤਾਂ ਜੇਠ ਦਾ ਮਹੀਨਾ ਗਾ ਜਿਹੜਾ, ਉਹ ਉਂਝ ਤਾਂ ਮਤਲਬ ਆਪਾਂ ਨਵੀਂ ਪੀੜ੍ਹੀ ਹੈ ਜਿਹੜੀ ਉਹ 30-31 ਦੇ ਮਹੀਨੇ ਗਿਣਦੀ ਹੈ, ਲੇਕਿਨ 32 ਜੇਠ ਦਾ ਅੱਜ ਦਿਨ 14 ਜੂਨ ਔਰ ਜੇਠ ਦਾ 32 ਜੂਨ ਗਿੱਲ ਸਾਹਿਬ, ਜਦੋਂ 32 ਜੇਠ ਲਾਸਟ ਜੇਠ ਹੋਵੇ ਤਾਂ ਉਦੋਂ ਜੇਠ ਦੇ ਲਾਸਟ ਵੀਕ ਦੇ ਵਿੱਚ ਪੂਰੀ ਗਰਮੀ ਪੰਜਾਬ ਦੇ ਵਿੱਚ ਕਹਿਰ ਦੀ ਪੈਂਦੀ ਹੁੰਦੀ ਹੈ। ਸੋ ਗਰਮੀ ਪੂਰੀ ਹੈ ਜੀ। ਹੁਣ ਜੇ ਮੌਨਸੂਨ ਬਾਰੇ ਕਿਹਾ ਜਾਂਦਾ ਕਿ ਮੌਨਸੂਨ 15 ਦਿਨ ਪਹਿਲਾਂ ਦਸਤਕ ਪੰਜਾਬ ਤੇ ਹਰਿਆਣਾ ਦੇ ਵਿੱਚ ਦੇਵੇਗੀ ਔਰ ਦੋਨਾਂ ਸੂਬਿਆਂ 'ਚ ਕਈ ਥਾਵਾਂ ਦੇ ਉੱਤੇ ਕੱਲ ਵੀ ਮੀਂਹ ਪਿਆ, ਅੱਜ ਵੀ ਕੁਝ ਹਿੱਸਿਆਂ ਦੇ ਵਿੱਚ ਮੀਂਹ ਪਿਆ। ਮਾਲਵਾ ਖੇਤਰ ਦੇ ਵਿੱਚ ਕੱਲ ਨੂੰ ਮੀਂਹ ਪੈਣ ਦੀ ਸੰਭਾਵਨਾ ਗੀ ਜਿਹੜੀ ਉਹ ਬਣੀ ਹੋਈ ਹੈ। 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਨੇ ਜਿਹੜੀਆਂ ਉਹ ਚੱਲਣ ਦੀ ਪੇਸ਼ਨਗੋਈ ਕੀਤੀ ਹੋਈ ਆ। ਸੋ ਲਹਿਰਾਂ ਬਹਿਰਾਂ ਲੱਗ ਜਾਣਗੀਆਂ ਜੀ, ਚੌਲ ਲੱਗ ਰਹੇ ਆ। ਝੋਨਾ ਇਹਨਾਂ ਦਿਨਾਂ ਦੇ ਵਿੱਚ ਜਦ 10 ਜੂਨ ਤੋਂ ਸ਼ੁਰੂ ਹੋ ਗਿਆ ਸੀ। ਜੇ ਮੌਨਸੂਨ ਪੈਂਦਾ ਵਰਦਾ ਪੰਜਾਬ 'ਚ ਮੀਂਹ ਇਹਨਾਂ ਦਿਨਾਂ 'ਚ ਤਾਂ ਧਰਤੀ ਥੱਲੇ ਪਾਣੀ ਵੀ ਘੱਟ ਨਿਕਲੂ ਤੇ ਗਿੱਲ ਸਾਹਿਬ ਲਹਿਰਾਂ ਬਹਿਰਾਂ ਲੱਗਣਗੀਆਂ। ਬੜਾ ਮੌਸਮ ਖੁਸ਼ਗਵਾਰ ਹੋਵੇਗਾ ਜੀ। ਧੰਨਵਾਦ। ਪ੍ਰਕਾਸ਼ ਸਿੰਘ ਜੀ ਬਾਦਲ ਹੋਰਾਂ ਨੂੰ ਸਿੱਟ ਨੇ ਦੇ ਤੇ ਸਾਹਮਣ ਦੇ ਕਹਿੰਦੇ ਕਾਕਾ ਜੀ ਛੱਡੋ, ਮੈਂ ਢਿੱਲਾ ਬੰਦਾ 90 ਤੋਂ ਉੱਪਰ ਹਾਂ, ਤੇ ਕੀ ਕਹਦੇ ਵੀ ਮੈਂ ਨਹੀਂ ਆਉਣਾ। ਜੀ ਗਿੱਲ ਸਾਹਿਬ, ਵਾਕਈ ਕੋਟਕਪੂਰਾ ਗੋਲੀਕਾਂਡ ਮਾਮਲੇ ਦੇ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ। ਪਿਛਲੇ ਦਿਨੀ ਆਪਾਂ ਖਬਰ ਵੀ ਕੀਤੀ ਸੀ ਕਿ ਇਹਨਾਂ ਦੇ ਜਿਹੜੇ ਉਸ ਵਕਤ ਮੁੱਖ ਸਕੱਤਰ ਰਹੇ, ਇਸ ਤੋਂ ਇਲਾਵਾ ਜਿਹੜੇ ਪਰਸਨਲ
ਅਸਿਸਟੈਂਟ ਰਹੇ ਉਹਨਾਂ ਨੂੰ ਵੀ ਜਿਹੜਾ ਤਲਬ ਕੀਤਾ ਗਿਆ। ਲੇਕਿਨ ਹੁਣ ਜਿਹੜਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਤਲਬ ਕੀਤਾ ਗਿਆ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਗਿੱਲ ਸਾਹਿਬ 16 ਜੂਨ ਨੂੰ ਜਿਹੜਾ ਮੋਹਾਲੀ ਦੇ ਫੇਜ਼ 8 ਦੇ ਵਿੱਚ ਰੈਸਟ ਹਾਊਸ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ ਸੀਗਾ। ਲੇਕਿਨ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇਸ ਵਕਤ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੂੰ ਇੱਕ ਚਿੱਠੀ ਲਿਖੀ ਹੈ 2 ਪੇਜਾਂ ਦੀ ਜੀ। ਉਹਦੇ ਚ ਗਿੱਲ ਸਾਹਿਬ ਉਹਨਾਂ ਨੇ ਲਿਖਿਆ ਵੀ ਮੇਰੀ ਸਿਹਤ ਠੀਕ ਨਹੀਂ ਹੈ, ਮੈਂ ਪਿਛਲੇ ਦਿਨਾਂ ਦੇ ਵਿੱਚ ਉਹ ਕਹਿੰਦੇ ਏਮਜ਼ ਦੇ ਵਿੱਚੋਂ ਆਪਦੀ ਸਿਹਤ ਦੀ ਜਾਂਚ ਕਰਾਈ ਸੀ ਔਰ ਡਾਕਟਰਾਂ ਨੇ ਕਹਿੰਦੇ ਮੈਨੂੰ ਕਿਹਾ ਗਿਆ ਕਿ 10 ਦਿਨ ਦੀ ਰੈਸਟ ਆ ਜਿਹੜੀ ਉਹ ਜ਼ਰੂਰੀ ਆ, ਜਿਸ ਕਰਕੇ ਮੈਂ ਫਿਲਹਾਲ ਪੇਸ਼ ਨਹੀਂ ਹੋ ਸਕਦਾ। ਔਰ ਉਹਨਾਂ ਨੇ ਕਹਿਤਾ ਕਿ ਜਦੋਂ ਮੇਰੀ ਸਿਹਤ ਠੀਕ ਹੋਵੇਗੀ ਤਾਂ ਮੈਂ ਜ਼ਰੂਰ ਪੇਸ਼ ਹੋਵਾਂਗਾ। ਸੋ ਇਹਦੇ 'ਚ ਉਹਨਾਂ ਨੇ ਨਾਲ ਇਹ ਵੀ ਕਿਹਾ ਵੀ ਮੈਂ ਆਪਣੇ ਘਰੇ ਰਹਾਂਗਾ ਜਦੋਂ ਮੇਰੀ ਸਿਹਤ ਠੀਕ ਹੋਊਗੀ, ਆਪਣੀ ਰਿਹਾਇਸ਼ ਜਿਹੜੀ ਫਲੈਟ ਨੰਬਰ 37 ਚੰਡੀਗੜ੍ਹ ਦੇ ਵਿੱਚ ਹੈ ਉਹਦੇ 'ਚ ਰਹਾਂਗਾ। ਸੋ ਇਹ ਆਪਣੇ ਆਪ ਦੇ ਵਿੱਚ ਗਿੱਲ ਸਾਹਿਬ ਦੇ ਮੈਨੂੰ 2-3 ਪਹਿਲੂ ਲੱਗਦੇ। ਇੱਕ ਤਾਂ ਦੇਖੋ ਇਹ ਹੈਗਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਜਿਹੜੀ ਨਵੀਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੀ ਹੈ ਉਸ ਨੇ ਸੱਦਿਆ ਸੀਗਾ, ਨਾ ਕਿ ਰਿਹਾਇਸ਼ ਦੇ ਉੱਤੇ ਹਾਜ਼ਰ ਰਹਿਣ ਵਾਲੀ ਗੱਲ ਸੀ। ਸੋ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਫਰਕ ਆ, ਕਿਉਂਕਿ ਆਮ ਬੰਦੇ ਨੂੰ ਜਿਹੜਾ ਉਹ ਕਿਹਾ ਜਾਂਦਾ ਭਾਈ ਤੂੰ ਥਾਣੇ ਆ ਜੀ, ਔਰ ਬੰਦੇ ਨੂੰ ਬੁਖਾਰ ਚੜ ਜਾਂਦਾ ਗਿੱਲ ਸਾਹਿਬ ਜੋ ਥਾਣੇ ਦਾ ਨਾਂ ਲੈਂਦਾ, ਰਿਸ਼ਤੇਦਾਰ ਇਕੱਠੇ ਕਰਦਾ, ਪੰਚ ਸਰਪੰਚ, ਗੱਲ ਭਾਵੇਂ ਛੋਟੀ ਜਿਹੀ ਹੋਵੇ, ਇੱਕ ਕਾਫਲਾ ਲੈ ਕੇ ਥਾਣੇ ਪਹੁੰਚਦਾ। ਤਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਤਾਂ ਜਿਹੜਾ ਉਹ ਰੈਸਟ ਹਾਊਸ ਕਿਹਾ ਗਿਆ ਸੀ ਆਉਣ ਦੇ ਲਈ, ਲੇਕਿਨ ਹੁਣ ਇਹਨਾਂ ਨੇ ਕਿਹਾ ਕਿ ਮੈਂ ਘਰੇ ਰਹੂੰਗਾ, ਉਹ ਵੀ ਜਦੋਂ ਠੀਕ ਹੋ ਗਿਆ ਉਦੋਂ। ਹੁਣ ਇਹਦੇ ਤੇ ਵੀ ਬਹੁਤ ਸਾਰੇ ਲੋਕਾਂ ਦੇ ਪ੍ਰਤੀਕਰਮ ਆਏ ਆ। ਭਗਵੰਤ ਮਾਨ ਹੋਰਾਂ ਨੇ ਵੀ ਕਿਹਾ ਗਾ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਹੋਣ ਉਪਰੰਤ ਬਸਪਾ ਦੀ ਮੁਖੀ ਮਾਇਆਵਤੀ ਜੀ ਨਾਲ ਗੱਲਬਾਤ ਕੀਤੀ ਸੀਗੀ ਔਰ ਉਦੋਂ ਕਹਿੰਦੇ ਮੈਂ ਬਹੁਤ ਖੁਸ਼ ਹਾਂ। ਕਹਿੰਦੇ ਵੀ ਮਾਇਆਵਤੀ ਨਾਲ ਗੱਲਬਾਤ ਹੋ ਸਕਦੀ ਆ ਫੋਨ ਦੇ ਉੱਤੇ, ਤਾਂ ਫਿਰ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨਾਲ ਕਿਉਂ ਨਹੀਂ ਹੋ ਸਕਦੀ। ਔਰ ਸੰਤ ਦਾਦੂਵਾਲ ਜੀ ਹੋਰਾਂ ਨੇ ਵੀ ਇਸ ਵਿਸ਼ੇ ਦੇ ਉੱਤੇ ਜਿਹੜਾ ਆਪਦਾ ਪ੍ਰਤੀਕਰਮ ਦਿੱਤਾ। ਉਹ ਕਹਿੰਦੇ ਜੇ 10 ਦਿਨਾਂ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਜੀ ਪੇਸ਼ ਨਹੀਂ ਹੁੰਦੇ ਤਾਂ ਸਿੱਖ ਜਥੇਬੰਦੀਆਂ ਧਰਨਾ ਲਾਉਣਗੀਆਂ। ਉਹਨਾਂ ਨੇ ਵੀ ਕਿਹਾਗਾ ਕਿ ਪ੍ਰਕਾਸ਼ ਸਿੰਘ ਬਾਦਲ ਬਹਾਨਾ ਬਣਾ ਰਹੇ ਨੇ। ਸੋ ਇਹ ਦੇਖਦੇ ਆ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਅੱਗੇ ਪ੍ਰਕਾਸ਼ ਸਿੰਘ ਬਾਦਲ ਹੋਰੀ ਕਦੋਂ ਪੇਸ਼ ਹੁੰਦੇ ਨੇ। ਲੇਕਿਨ ਉਹਨਾਂ ਨੇ ਨਾਲ ਦੀ ਨਾਲ ਮੱਤਾਂ ਵੀ ਦਿੱਤੀਆਂ ਨੇ ਕੁਝ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੂੰ। ਉਹਨਾਂ ਨੇ ਜਿਹੜੇ 2 ਪੇਜ ਲਿਖੇ ਨੇ ਉਹਦੇ ਵਿੱਚ ਉਹਨਾਂ ਨੇ ਕਿਹਾਗਾ ਕਿ ਜਿਹੜੀ ਪੁਰਾਣੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸੀ ਉਹ ਟੀਮ ਕਾਨੂੰਨ ਦਾ ਸਨਮਾਨ ਨਹੀਂ ਸੀ ਕਰਦੀ ਔਰ ਸਿਆਸਤ ਕਰਦੀ ਸੀ। ਉਹਦੇ ਚੋਂ ਇੱਕ ਵਿਅਕਤੀ ਉਹਨਾਂ ਨੇ ਕਿਹਾ ਕਿ ਸਿਆਸੀ ਹਿੱਤ ਪੂਰ ਰਿਹਾ ਸੀਗਾ। ਤਾਂ ਹੁਣ ਇਹਨਾਂ ਨੇ ਕਿਹਾਗਾ ਕਿ ਨਵੀਂ ਟੀਮ ਆ ਜਿਹੜੀ ਕਾਨੂੰਨ ਦਾ ਆਸ ਕਰਦਾ ਕਿ ਸਨਮਾਨ ਕਰੂ, ਨਿਰਪੱਖ ਜਾਂਚ ਕਰੂ, ਸੱਤਾਧਾਰੀ ਪਾਰਟੀ ਦੇ ਸਿਆਸੀ ਦਾਖਲ ਅੱਗੇ ਗੋਡੇ ਨਹੀਂ ਟੇਕੇਗੀ। ਜੀ ਗਿੱਲ ਸਾਹਿਬ। ਅੱਛਾ, ਮਾਲਵੇ 'ਚ ਰਹੀਏ, ਜੈਪਾਲ ਭੁੱਲਰ ਦੀ ਗੱਲ ਕੱਲ੍ਹ ਦੀ ਬੜੀ ਗਰਮ ਹੋਈ ਆ ਵੀ ਨਾ ਮੁੰਡੇ ਨੂੰ ਫੜ ਕੇ ਮਾਰਿਆ। ਇੱਕ ਮੈਂ ਇੰਟਰਵਿਊ ਦੇਖ ਰਿਹਾ ਸੀ, ਵਕੀਲ ਸਾਹਿਬ ਬੋਲ ਰਹੇ ਸੀ ਪੋਸਟਮਾਰਟਮ ਹੁਣ ਦੁਬਾਰਾ ਕਰਨ ਦੀ ਗੱਲ ਕਰ ਰਹੇ ਨੇ। ਦੁਬਾਰਾ ਕਿਵੇਂ ਹੋਊਗਾ? ਸੰਸਕਾਰ ਨਹੀਂ ਹੋਇਆ ਜੈਪਾਲ ਭੁੱਲਰ ਦਾ? ਜੀ ਗਿੱਲ ਸਾਹਿਬ, ਦੇਖੋ ਉਹਦਾ ਸੰਸਕਾਰ ਅਜੇ ਤੱਕ ਪਰਿਵਾਰ ਨੇ ਨਹੀਂ ਕੀਤਾ। ਅੱਛਾ। ਔਰ ਦੂਸਰੇ ਜਿਹੜੇ ਨੌਜਵਾਨ ਆ ਉਸ ਦਾ ਸੰਸਕਾਰ ਕਰ ਦਿੱਤਾ ਪਰਿਵਾਰ ਨੇ, ਦੂਸਰੇ ਨੌਜਵਾਨ ਦਾ। ਜੈਪਾਲ ਭੁੱਲਰ ਦਾ ਪਿਤਾ ਸਟੈਂਡ ਲੈ ਗਿਆ, ਭਾਵੇਂ ਪੁਲਿਸ ਇੰਸਪੈਕਟਰ ਰਿਹਾ ਭੁਪਿੰਦਰ ਸਿੰਘ। ਉਹਨੇ ਕਿਹਾਗਾ, ਉਹ ਕਹਿੰਦਾ ਵੀ ਮੈਨੂੰ ਕਿਹਾ ਗਿਆ ਕਿ ਕੈਮੀਕਲ ਲਾਇਆ ਹੋਇਆ ਡੈਡ ਬੋਡੀ ਨੂੰ, ਤੁਸੀਂ ਇਸ ਨੂੰ ਖੋਲ ਨਹੀਂ ਸਕਦੇ ਔਰ ਇਸ ਨੂੰ ਲੈ ਜਾਓ। ਉਹਨਾਂ ਨੇ ਕਿਤੇ ਗਿੱਲ ਸਾਹਿਬ ਉਹ ਕਹਿੰਦੇ ਖੋਲ ਲਈ। ਔਰ ਉਹਦੇ ਚ ਉਹਨਾਂ ਦੇ ਪਿਤਾ ਦਾ ਕਹਿਣਾ ਇਹ ਹੈ ਕਿ ਉਹਦਾ ਮੋਢਾ ਤੋੜਿਆ ਹੋਇਆ, ਉਹਦੀ ਬਾਂਹ ਤੋੜੀ ਹੋਈ ਹੈ ਔਰ ਉਹਦੇ ਲੱਤਾਂ ਤੇ ਸੱਟਾਂ ਨੇ ਔਰ ਉਹਦੇ ਮੁੱਢਲੇ ਤੌਰ ਦੇ ਉੱਤੇ ਦੇਖਣ ਤੋਂ ਲੱਗਦਾ ਗਾ ਕਿ ਉਹਨੂੰ ਟੌਰਚਰ ਕੀਤਾ, ਇਨਵੈਸਟੀਗੇਟ ਕੀਤਾ ਔਰ ਉਸ ਤੋਂ ਬਾਅਦ ਉਹਨੂੰ ਗੋਲੀ ਮਾਰੀ। ਇਹ ਫੇਕ ਐਨਕਾਊਂਟਰ ਦਾ ਜਿਹੜਾ ਉਹਦੇ ਬਾਪ ਨੇ ਉਹ ਸਵਾਲ ਉਠਾਏ ਨੇ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਪੁਲਿਸ ਤੰਗ ਕਰ ਰਹੀ ਆ। ਦੇਖੋ ਤੁਸੀਂ, ਇੱਕ ਪੁਲਿਸ ਮੁਲਾਜ਼ਮ ਨੂੰ ਪੁਲਿਸ ਤੰਗ ਕਰ ਰਹੀ ਆ। ਉਹ ਕਹਿੰਦੇ ਚਿੱਟ ਕਪੜੀਏ ਪੁਲਿਸ ਵਾਲੇ ਸਾਡੇ ਬਾਹਰ 'ਚ ਬੈਠੇ ਨੇ ਜਿਹੜੇ ਉਹ ਦੇਖ ਰਹੇ ਨੇ ਕੌਣ ਆ ਰਿਹਾ ਕੌਣ ਜਾ ਰਿਹਾ, ਖੁਫੀਆ ਏਜੰਸੀਆਂ, ਖੁਫੀਆ ਜਿਹੜੀਆਂ ਟੀਮਾਂ ਨੇ ਉਹ ਫਿਰਦੀਆਂ ਨੇ। ਔਰ ਉਹ ਸਟੈਂਡ ਲੈ ਗਏ ਕਿ ਉਦੋਂ ਤੱਕ ਮੈਂ ਸੰਸਕਾਰ ਨਹੀਂ ਕਰੂ ਜਦੋਂ ਤੱਕ ਦੁਬਾਰੇ ਪੋਸਟਮਾਰਟਮ ਨਹੀਂ ਹੁੰਦਾ। ਕਿਉਂਕਿ ਗਿੱਲ ਸਾਹਿਬ ਜਿਹੜੇ ਅਜਿਹੇ ਮਸਲੇ ਹੁੰਦੇ ਨੇ ਉਹਦੇ 'ਚ ਬਣਦਾ ਤਾਂ ਦੇਖੋ ਇਹ ਆ ਕਿ ਪੋਸਟਮਾਰਟਮ ਦੀ ਵੀਡੀਓਗ੍ਰਾਫੀ ਹੋਵੇ। ਦੂਸਰਾ ਇਹ ਕਿ ਪੋਸਟਮਾਰਟਮ ਇੱਕ ਡਾਕਟਰ ਨਾ ਕਰੇ, ਕਿਉਂਕਿ ਜਦੋਂ ਇੱਕ ਡਾਕਟਰ ਕਰਦਾ ਹੈ ਤਾਂ ਕਿਤੇ ਨਾ ਕਿਤੇ ਦਬਾਅ ਬਣਦਾ ਹੈ। ਔਰ ਉਹਦੇ ਇੱਕ ਡਾਕਟਰਾਂ ਦਾ ਪੈਨਲ ਗਠਿਤ ਹੋਣਾ ਚਾਹੀਦਾ, ਇੱਕ ਟੀਮ ਬਣਨੀ ਚਾਹੀਦੀ ਹੈ ਜਿਹਦੇ 'ਚ ਅਸਲ ਤਾਂ 5 ਡਾਕਟਰ ਹੋਣੇ ਚਾਹੀਦੇ ਨੇ, ਨਹੀਂ ਘੱਟੋ ਘੱਟ 3 ਡਾਕਟਰ ਨੇ ਜਿਹੜੇ ਉਹ ਹੋਣੇ ਚਾਹੀਦੇ ਨੇ। ਔਰ ਡਾਕਟਰ ਕੌਣ ਹੋਣ ਇਹਦੇ ਤੇ ਪਰਿਵਾਰ ਦੀ ਸਹਿਮਤੀ ਹੋਣੀ ਚਾਹੀਦੀ ਆ। ਤੇ ਪਰਿਵਾਰ ਜੇ ਇੱਛਾ ਰੱਖਦਾ ਗਾ, ਵੀਡੀਓਗ੍ਰਾਫੀ ਹੈ ਜਿਹੜੀ ਉਹ ਪਰਿਵਾਰ ਨੂੰ ਵੀ ਬਾਅਦ ਦੇ ਵਿੱਚ ਸਪੁਰਦ ਕੀਤੀ ਜਾਣੀ ਚਾਹੀਦੀ ਹੈ। ਨਹੀਂ ਤਾਂ ਹਾਈ ਕੋਰਟ ਦੀਆਂ ਇਸ ਵਿਸ਼ੇ ਦੇ ਉੱਤੇ ਵੱਖ-ਵੱਖ ਫੈਸਲੇ ਆਏ ਹੋਏ ਆ, ਉਹਨਾਂ ਦੀ ਰੌਸ਼ਨੀ ਦੇ ਵਿੱਚ ਇਹ ਸਾਰਾ ਕੁਝ ਕੀਤਾ ਜਾ ਸਕਦਾ। ਪਰ ਪੁਲਿਸ ਦਾ ਜੋ ਰਵੱਈਆ ਦੇਖੋ, ਇਹਦੇ ਤੇ ਜਾਂਚ ਹੋਣੀ ਚਾਹੀਦੀ ਹੈ। ਉਹਦੀ ਆਪਾਂ ਸ਼ੁਰੂ ਤੋਂ ਮੰਗ ਕਰ ਰਹੇ ਹਾਂ
ਕਿ ਜੋ ਐਨਕਾਊਂਟਰ ਹੋਇਆ ਉਹ ਸੱਚਾ ਜਾਂ ਝੂਠਾ, ਇਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ। ਸਵਾਲ ਇਸ ਕਰਕੇ ਕਿ ਪੰਜਾਬ ਪੁਲਿਸ ਨੇ ਪਿਛਲੇ ਸਮੇਂ 'ਚ ਬਹੁਤ ਸਾਰੇ ਫੇਕ ਐਨਕਾਊਂਟਰ ਕੀਤੇ ਨੇ ਔਰ ਇਹਨਾਂ ਦਾ ਤਜਰਬਾ ਰਿਹਾਗਾ, ਜਿਸ ਕਰਕੇ ਇਸ ਵਿਸ਼ੇ ਦੇ ਉੱਤੇ ਸਵਾਲ ਉੱਠਦੇ ਨੇ। ਤੇ ਜੋ ਜੈਪਾਲ ਭੁੱਲਰ ਦੇ ਪਿਤਾ ਕਹਿ ਰਹੇ ਨੇ, ਜੇ ਵਾਕਈ ਇਦਾਂ ਤਾਂ ਬਹੁਤ ਸਵਾਲ ਗੰਭੀਰ ਹੈਗਾ ਕਿ ਜੇ ਉਹਨੂੰ ਵਾਕਈ ਲੱਤਾਂ ਬਾਹਾਂ ਟੁੱਟੀਆਂ ਗਿਲ ਸਾਹਿਬ ਦਾ ਮਤਲਬ ਟੌਰਚਰ ਕੀਤਾ ਗਿਆ ਗਾ ਔਰ ਦੁਬਾਰੇ ਪੋਸਟਮਾਰਟਮ ਉਂਝ ਕਾਨੂੰਨ ਅਨੁਸਾਰ ਬਹੁਤ ਘੱਟ ਹੋਣ ਦੀ ਸੰਭਾਵਨਾ ਹੈਗੀ, ਕਿਉਂਕਿ ਜਦੋਂ ਇੱਕ ਵਾਰ ਪੋਸਟਮਾਰਟਮ ਹੋ ਜਾਂਦਾ ਕੁਝ ਚੀਜ਼ਾਂ ਨੇ ਜਿਹੜੀਆਂ ਜਿਹੜੀਆਂ ਜਾਂਚ ਦੇ ਲਈ ਅੱਗੇ ਭੇਜ ਦਿੱਤੀਆਂ ਜਾਂਦੀਆਂ ਲੈਬ ਦੇ ਵਿੱਚ, ਲੇਕਿਨ ਫਿਰ ਵੀ ਜਿਸ ਪਰਿਵਾਰ ਦੀ ਸੈਟੀਸਫੈਕਸ਼ਨ ਕਰਾਉਣੀ ਵੀ ਬਹੁਤ ਜ਼ਰੂਰੀ ਆ ਜੀ। ਅੱਛਾ, ਹਰਜੀਤ ਗਰੇਵਾਲ ਦਾ ਮਾਜਨਾ ਕਾਹਦਾ ਹੁਣ? ਉਹ ਕੀ ਭਾਲਦਾ ਹੁਣ? ਅਨਿਲ ਜੋਸ਼ੀ ਨਾਲ ਖੜਕੀ ਹੋਈ ਹੈ। ਜੀ ਗੱਲ ਸਾਹਿਬ, ਦੇਖੋ ਅਨਿਲ ਜੋਸ਼ੀ ਹਰਜੀਤ ਗਰੇਵਾਲ ਤੋਂ ਛੋਟਾ ਲੀਡਰ ਨਹੀਂ ਹੈ। ਹਰਜੀਤ ਗਰੇਵਾਲ ਤਾਂ ਹੁਣ ਮਤਲਬ ਜਦੋਂ ਕਿਸਾਨ ਅੰਦੋਲਨ ਚੱਲਿਆ ਉਦੋਂ ਬਹੁਤ ਬੁੜਕ ਕੇ ਬੋਲਣ ਲੱਗਿਆ, ਉਦੋਂ ਇਹ ਚਰਚਾ 'ਚ ਆਇਆ ਨਹੀਂ। ਪਹਿਲਾਂ ਹਰਜੀਤ ਗਰੇਵਾਲ ਨੂੰ ਕਿਹੜਾ ਪੁੱਛਦਾ ਸੀ, ਆ ਸਾਡੇ ਨੇੜੇ ਧਨੌਲੇ ਦਾ ਇਹ, ਔਰ ਧਨੌਲੇ ਦੇ ਵਿੱਚ ਇਹ ਪੰਚਾਇਤ ਮੈਂਬਰ ਹੀ ਨਹੀਂ ਜਿੱਤਣ ਦੀ ਹੈਸੀਅਤ ਰੱਖਦਾ ਸੀ। ਔਰ ਅਨਿਲ ਜੋਸ਼ੀ ਆ ਜਿਹੜਾ ਉਹ ਪੰਜਾਬ ਦੇ ਵਿੱਚ ਕੈਬਨਿਟ ਮੰਤਰੀ ਰਿਹਾ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਸੀ। ਅਨਿਲ ਜੋਸ਼ੀ ਨੇ ਜਿਹੜੇ ਸਵਾਲ ਖੜੇ ਕੀਤੇ ਨੇ ਗਿੱਲ ਸਾਹਿਬ, ਉਹਨਾਂ ਸਵਾਲਾਂ 'ਚ ਦਮ ਆ। ਅਨਿਲ ਜੋਸ਼ੀ ਦਾ ਕਹਿਣਾ ਇਹ ਆ, ਉਹ ਕਹਿੰਦਾ ਕਿਸਾਨ ਸਾਡੇ ਭਾਰਤੀ ਜਨਤਾ ਪਾਰਟੀ ਤੋਂ ਪੰਜਾਬ ਵਾਲੀ ਤੋਂ ਉਨੇ ਔਖੇ ਨਹੀਂ ਸੀ ਹੋਏ ਜਿੰਨੇ ਕਹਿੰਦਾ ਔਖੇ ਨੇ ਜ਼ਹਿਰੀਲੇ ਭਾਸ਼ਣ ਦਿੱਤੇ ਕਹਿੰਦਾ ਹਰਜੀਤ ਗਰੇਵਾਲ ਨੇ। ਖੁੰਦ ਕੀ ਕਹਿੰਦਾ ਇਹਨੇ ਸ਼ਬਦ ਵਰਤੇ, 80% ਕਿਸਾਨ ਕਹਿੰਦਾ ਇਹਨੇ ਨਾਰਾਜ਼ ਕੀਤੇ ਨੇ। ਔਰ ਇਹ ਕਹਿੰਦਾ ਅਨਿਲ ਜੋਸ਼ੀ ਕਹਿ ਰਿਹਾ, ਉਹ ਕਹਿੰਦਾ ਵੱਡੀਆਂ ਗੱਲਾਂ ਮਾਰਦਾ, 4-5 ਸਿਕਿਉਰਿਟੀ ਵਾਲੇ ਲਵੇ ਔਰ 4-5 ਸਿਕਿਉਰਿਟੀ ਗਾਰਡ ਲੈ ਕੇ ਭਾਜਪਾ ਦਾ ਝੰਡਾ ਫੜ ਕੇ ਪਿੰਡਾਂ 'ਚ ਵੋਟਾਂ ਮੰਗਣ ਜਾਵੇ ਤੇ ਮੰਗ ਕੇ ਦਿਖਾਵੇ ਵੋਟਾਂ। ਸੋ ਅਨਿਲ ਜੋਸ਼ੀ ਦੀਆਂ ਗੱਲਾਂ ਨੇ ਜਿਹੜੀਆਂ ਉਹ ਬਾਕਮਾਲ ਨੇ। ਭਾਵੇਂ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਆ, ਹੋ ਸਕਦਾ ਉਹਦੀ ਕੋਈ ਸਿਆਸੀ ਚਾਲ ਹੋਵੇ, ਹੋ ਸਕਦਾ ਉਹ ਕਿਸੇ ਹੋਰ ਪਾਸੇ ਸਿਆਸੀ ਛਾਲ ਮਾਰਨੀ ਚਾਹੁੰਦਾ ਹੋਵੇ, ਲੇਕਿਨ ਜਿਹੜੀ ਗੱਲ ਉਹ ਕਹਿ ਰਿਹਾ ਕਿਸਾਨ ਸੰਘਰਸ਼ ਦੀ ਜਿੱਤ ਹੈ ਔਰ ਇਹ ਕਿਸਾਨ ਸੰਘਰਸ਼ ਦੀ ਜਿੱਤ ਆ ਕਿ ਭਾਰਤੀ ਜਨਤਾ ਪਾਰਟੀ ਦੇ ਅੰਦਰੋਂ ਬਗਾਵਤ ਹੋਣ ਲੱਗੀ ਆ। ਪਹਿਲਾਂ ਮਾਸਟਰ ਮੋਹਨ ਲਾਲ ਬੋਲ ਕੇ ਹਟਿਆ, ਅਨਿਲ ਜੋਸ਼ੀ ਬੋਲ ਰਿਹਾ। ਔਰ ਇੱਥੇ ਹਰਜੀਤ ਗਰੇਵਾਲ ਤਾਂ ਇਹ ਕਹਿੰਦਾ ਜੀ ਦੇਖੋ ਉਹ ਨਰਿੰਦਰ ਮੋਦੀ ਦੀ ਫੋਟੋ ਦੀ ਬੇਅਦਬੀ ਕਰਦੇ ਸੀ, ਫਿਰ ਮੇਰੀਆਂ ਭਾਵਨਾਵਾਂ ਭੜਕਣ। ਹੁਣ ਇਹਦੀਆਂ ਭਾਵਨਾਵਾਂ ਨਰਿੰਦਰ ਮੋਦੀ ਦੀ ਫੋਟੋ ਨਾਲ ਤਾਂ ਭੜਕ ਜਾਂਦੀਆਂ ਨੇ ਜਦੋਂ ਦੇਸ਼ ਦੇ ਅੰਨਦਾਤੇ ਨੂੰ ਸਵਾਲ ਖੜੇ ਕੀਤੇ ਜਾਂਦੇ ਨੇ, ਜਦੋਂ ਕਿਸਾਨਾਂ ਨੂੰ ਸਵਾਲ ਖੜੇ ਕੀਤੇ ਜਾਂਦੇ ਨੇ, ਉਦੋਂ ਇਹਦੀਆਂ ਭਾਵਨਾਵਾਂ ਕੋਈ ਨਹੀਂ ਭੜਕਦੀਆਂ। ਸੋ ਇਹਦੀਆਂ ਭਾਵਨਾਵਾਂ ਵੀ ਗਿੱਲ ਸਾਹਿਬ ਪਤਾ ਨਹੀਂ ਕਿਹੋ ਜਿਹੀਆਂ ਨੇ। ਖੈਰ ਉਂਝ 2 ਜਾਣੇ ਸੀਗੇ ਪਿਛਲੇ ਸਮੇਂ 'ਚ ਚਰਚਾ ਦਾ ਵਿਸ਼ਾ ਬਣੇ, ਇੱਕ ਸਰਜੀਤ ਕੁਮਾਰ ਜਿਆਣੀ ਦੇ ਉੱਤੇ ਹੁਣ ਉੱਥੇ ਉਹਦੇ ਏਰੀਏ 'ਚ ਸਵਾਲ ਉੱਠੇ ਨੇ ਕਿ ਉਹ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ਾ ਕਰੀ ਬੈਠਾ। ਉਹ ਮਸਲਾ ਹੁਣ ਬਹੁਤ ਚਰਚਾ ਦਾ ਵਿਸ਼ਾ ਬਣ ਗਿਆ ਤੇ ਡਰਾਈਵਰ ਜਿਹੜਾ ਉੱਥੇ ਜ਼ਮੀਨ ਵਾਹੁਣ ਗਿਆ ਸੀ ਉਹਨੂੰ ਕਿਸਾਨ ਜਥੇਬੰਦੀਆਂ ਨੇ ਤੇ ਕਿਸਾਨਾਂ ਨੇ ਜ਼ਮੀਨ ਵਾਹੁਣ ਤੋਂ ਰੋਕਤਾ। ਉਹ ਵੀ ਉੱਥੇ ਇੱਕ ਵੱਡਾ ਮਸਲਾ ਬਣਿਆ ਹੋਇਆ ਜੀ। ਅੱਛਾ, ਅਯੁੱਧਿਆ ਮੰਦਿਰ ਦੀ ਜ਼ਮੀਨ ਖਰੀਦਣ ਦੇ ਵਿੱਚ ਘਟਾਲਾ ਕਹਿ ਰਹੇ ਨੇ, ਕਾਹਦਾ ਘਟਾਲਾ ਜੀ? ਜੀ ਸਾਹਿਬ ਦੇਖੋ ਇਹ ਬੜਾ ਹੀ ਸੰਵੇਦਨਸ਼ੀਲ ਮਸਲਾ ਹੈਗਾ ਔਰ ਇਸ ਮਸਲੇ ਦੇ ਉੱਤੇ ਹੁਣ ਸਵਾਲ ਉੱਠ ਰਹੇ ਨੇ ਕਿਉਂਕਿ ਸਵਾਲ ਕਾਂਗਰਸ ਸਮੇਤ ਹੋਰ ਬਹੁਤ ਸਾਰੀਆਂ ਧਿਰਾਂ ਨੇ ਉਠਾਏ ਨੇ। ਅਯੁੱਧਿਆ ਦੇ ਵਿੱਚ ਰਾਮ ਮੰਦਿਰ ਦੇ ਲਈ ਜ਼ਮੀਨ ਖਰੀਦਣ ਦੇ ਵਿੱਚ ਇੱਕ ਵੱਡਾ ਘਟਾਲਾ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗ ਰਹੇ ਨੇ। ਜ਼ਮੀਨ ਖਰੀਦਣ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਨੂੰ ਲੈ ਕੇ ਕਾਂਗਰਸ ਤੇ ਸੁਹੇਲਦੇਵ ਸਮਾਜ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਤੇ ਹਮਲਾ ਕੀਤਾ। ਭਾਰਤੀ ਜਨਤਾ ਪਾਰਟੀ ਦੀ ਸਹਿਯੋਗੀ ਰਹੀ ਸੁਹੇਲਦੇਵ ਸਮਾਜ ਪਾਰਟੀ ਹੈ, ਉਹਦੇ ਮੁਖੀ ਓਮ ਪ੍ਰਕਾਸ਼ ਰਾਜਪੁਰ, ਉਹਨਾਂ ਨੇ ਗਿੱਲ ਸਾਹਿਬ ਦੋਸ਼ ਲਾਇਆ। ਉਹ ਕਹਿੰਦੇ ਅਯੁੱਧਿਆ ਦੇ ਵਿੱਚ ਇੱਕ ਜ਼ਮੀਨ ਜਿਹੜੀ ਹੈ ਉਹ 18 ਮਾਰਚ ਨੂੰ 2 ਕਰੋੜ ਰੁਪਏ ਦੀ ਰਜਿਸਟਰੀ ਹੁੰਦੀ ਹੈ, ਖਰੀਦੀ ਜਾਂਦੀ ਹੈ। 5 ਮਿੰਟਾਂ ਬਾਅਦ ਉਹੀ ਜ਼ਮੀਨ 2 ਕਰੋੜ ਰੁਪਏ ਦੀ ਜਿਹਦੀ ਰਜਿਸਟਰੀ ਹੁੰਦੀ ਹੈ, 18 ਮਾਰਚ ਨੂੰ ਹੀ 5 ਮਿੰਟਾਂ ਬਾਅਦ 18.5 ਕਰੋੜ ਰੁਪਏ ਦੀ ਉਹ ਜ਼ਮੀਨ ਆ ਜਿਹੜੀ ਉਹ ਟਰਸਟ ਖਰੀਦਦਾ। ਗਵਾਹ ਉਹੀ ਨੇ। ਉਹ ਕਹਿੰਦੇ 16 ਕਰੋੜ ਦਾ ਘਟਾਲਾ ਹੋਇਆ ਔਰ ਉਹ ਇੱਥੋਂ ਤੱਕ ਕਹਿੰਦੇ ਨੇ, ਉਹ ਕਹਿੰਦੇ ਇਸ ਤੋਂ ਪਹਿਲਾਂ ਵੀ ਜਿਹੜਾ ਨਰਮੋਹੀ ਖਾੜਾ ਉਹਨੇ ਵਿਸ਼ਵ ਹਿੰਦੂ ਪ੍ਰੀਸ਼ਦ ਪਰ 1400 ਕਰੋੜ ਰੁਪਏ ਦੇ ਘਟਾਲੇ ਦੇ ਆਰੋਪ ਨੇ ਜਿਹੜੇ ਉਹ ਲਾਏ ਨੇ। ਔਰ ਮੰਦਿਰ ਜ਼ਾਹਰਾ ਤੌਰ ਦੇ ਉੱਤੇ ਆ ਕਿ ਲੋਕਾਂ ਦੀ ਆਸਥਾ ਦਾ ਕੇਂਦਰ ਹੈ, ਲੇਕਿਨ ਜੋ ਸਵਾਲ ਉਹਨਾਂ ਨੇ ਠਾਏ ਨੇ, ਸਮਾਜਵਾਦੀ ਪਾਰਟੀ ਨੇ ਠਾਏ ਨੇ, ਕਾਂਗਰਸ ਪਾਰਟੀ ਨੇ ਠਾਏ ਨੇ, ਉਹਨਾਂ ਦੇ ਜਵਾਬ ਦੇਣੇ ਚਾਹੀਦੇ ਨੇ। ਔਰ ਪਤਾ ਹੀ ਲੱਗ ਰਿਹਾ ਕਿ ਇੱਕੋ ਜ਼ਮੀਨ ਆ ਜਿਹੜੀ 5 ਮਿੰਟਾਂ ਦੇ ਵਿੱਚ ਇੰਨੀ ਮਹਿੰਗੀ ਕਿਸ ਤਰੀਕੇ ਦੇ ਨਾਲ ਹੋ ਗਈ। ਔਰ ਐਗਰੀਮੈਂਟ ਤੇ ਜਿਹੜਾ ਬੈਨਾਮਾ ਦੋਵਾਂ ਦੇ ਵਿੱਚ ਹੀ ਟਰਸਟੀ ਅਨਿਲ ਮਿਸ਼ਰ ਤੇ ਮੇਅਰ ਰਿਸ਼ੀਕੇਸ਼ ਉਪਾਧਿਆਏ ਨੇ ਜਿਹੜੇ ਉਹ ਗਵਾਹ ਨੇ। ਇਹ ਜ਼ਮੀਨ ਨੂੰ 2 ਕਰੋੜ 'ਚ ਖਰੀਦਿਆ ਗਿਆ ਤੇ ਉਸੇ ਜ਼ਮੀਨ ਦਾ ਜਿਹੜਾ 5-10 ਮਿੰਟ ਬਾਅਦ
18.5 ਕਰੋੜ ਰੁਪਏ ਦੇ ਵਿੱਚ ਜਿਹੜਾ ਐਗਰੀਮੈਂਟ ਹੈ ਉਹ ਹੁੰਦਾ ਗਾ। ਸੋ ਇਹ ਸਵਾਲ ਆ ਜਿਹੜਾ ਗਿੱਲ ਸਾਹਿਬ ਇਹ ਉੱਠ ਰਿਹਾ ਜੀ। ਅੱਛਾ, ਅਖੀਰਲੀ ਖਬਰ, ਅਕਾਲੀ ਦਲ ਤੇ ਬਸਪਾ ਦਾ ਗੱਠਜੋੜ ਕਿਵੇਂ ਚੱਲ ਰਿਹਾ ਜੀ? ਜੀ ਗਿੱਲ ਸਾਹਿਬ ਦੇਖੋ, ਇਹ ਤੇ ਵੀ ਸਵਾਲ ਉੱਠ ਰਹੇ ਨੇ। ਅਕਾਲੀ ਦਲ ਦੀ ਆਪਣੀ ਜਿਹੜੀ ਸਿਆਸੀ ਜ਼ਮੀਨ ਉਹਨਾਂ ਦੀ ਖਿਸਕੀ ਸੀ ਉਹਨੂੰ ਦੁਬਾਰੇ ਤਲਾਸ਼ਣ ਦੀ ਕੋਸ਼ਿਸ਼ ਕਰ ਰਿਹਾ ਹੈ। ਬਹੁਜਨ ਸਮਾਜ ਪਾਰਟੀ ਵੀ ਉਹੀ ਜ਼ਮੀਨ ਤਲਾਸ਼ਣ ਦੀ ਕੋਸ਼ਿਸ਼ ਕਰ ਰਹੀ ਹੈ। 1996 ਦੇ ਵਿੱਚ ਇਹਨਾਂ ਦਾ ਗੱਠਜੋੜ ਬਹੁਤ ਪੂਰ ਚੜਿਆ ਸੀ, ਜਦੋਂ 13 ਸੀਟਾਂ ਦੇ ਵਿੱਚੋਂ ਇਹਨਾਂ ਨੇ ਬਹੁਤੀਆਂ ਸੀਟਾਂ 11-12 ਦੇ ਲਗਭਗ ਉਹ ਜਿੱਤੀਆਂ ਸੀਗੀਆਂ। ਉਸ ਤੋਂ ਬਾਅਦ 1996 ਦੇ ਵਿੱਚ ਇੱਕ ਸਥਿਤੀ ਬਣੀ, ਲੇਕਿਨ 97 ਦੇ ਵਿੱਚ ਹੀ ਜਿਹੜਾ ਉਹ ਅਕਾਲੀ ਦਲ ਹੈ ਬਹੁਜਨ ਸਮਾਜ ਪਾਰਟੀ ਨੂੰ ਬਿਨਾਂ ਦੱਸੇ ਹੀ ਭਾਰਤੀ ਜਨਤਾ ਪਾਰਟੀ ਦੇ ਨਾਲ ਨਾਤਾ ਜੋੜ ਜਾਂਦਾ ਹੈ। ਔਰ ਸਥਿਤੀ ਇਹ ਬਣਦੀ ਹੈ ਗਿੱਲ ਸਾਹਿਬ ਕਿ 2012 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਦੀ ਵੋਟ ਫੀਸਦ ਸੀ ਜਿਹੜੀ ਉਹ 34.7% ਸੀ, 17 ਚ ਘਟ ਕੇ 25.2% ਰਹੇਗੀ। ਹੁਣ 22 ਦੇ ਵਿੱਚ ਉਹ ਪੁਰਾਣੀ ਵੋਟ ਪਰਸੈਂਟੇਜ ਦੇ ਲਈ ਇਹਨਾਂ ਨੂੰ ਭਾਰਤੀ ਜਨਤਾ ਪਾਰਟੀ ਨੂੰ ਤਾਂ ਤੋੜ ਵਿਛੋੜਾ ਹੋ ਗਿਆ, ਕੋਈ ਸਹਿਯੋਗੀ ਦੀ ਲੋੜ ਸੀ, ਉਹ ਬਸਪਾ ਭਾਲ ਲਈ। ਬਸਪਾ ਦੀ 2017 ਦੀ ਇਲੈਕਸ਼ਨ 'ਚ 1.5% ਵੋਟ ਹੈ ਜਿਹੜੀ ਉਹ ਸੀਗੀ, ਲੇਕਿਨ 2019 ਦੇ ਵਿੱਚ ਇਹਨਾਂ ਨੇ ਡੈਮੋਕ੍ਰੈਟਿਕ ਅਲਾਇੰਸ ਦੇ ਨਾਲ ਹਿੱਸੇਦਾਰੀ ਕੀਤੀ, ਜਿਹੜਾ PDA ਬਣਾਇਆ ਸੀ ਉਹਦੇ 'ਚ ਇਹਨਾਂ ਦੀ ਵੋਟ ਪਰਸੈਂਟੇਜ 3.5% ਹੋ ਗਈ ਸੀ। ਹੁਣ ਸਵਾਲ ਇਹ ਉੱਠ ਖੜੇ ਕਿ ਬਸਪਾ ਦੇ ਆਗੂ ਰੌਲਾ ਪਾਉਣ ਲੱਗ ਗਏ। ਉਹ ਕਹਿੰਦੇ ਸਾਨੂੰ ਜਿਹੜੀਆਂ ਸੀਟਾਂ ਦਿੱਤੀਆਂ ਨੇ ਅਕਾਲੀ ਦਲ ਵਾਲਿਆਂ ਨੇ, ਉਹ ਸੀਟਾਂ ਉਹ ਦਿੱਤੀਆਂ ਨੇ ਜਿੱਥੇ ਅਕਾਲੀ ਦਲ ਹਾਰਦਾ ਆ ਰਿਹਾ ਹੈਗਾ, ਔਰ ਜਿਨ੍ਹਾਂ ਸੀਟਾਂ ਦੇ ਉੱਤੇ ਬਹੁਜਨ ਸਮਾਜ ਪਾਰਟੀ ਦੀ ਚੰਗੀ ਸਥਿਤੀ ਸੀ, ਜਿਵੇਂ ਫਲੌਰ, ਆਦਮਪੁਰ, ਬਲਾਚੌਰ, ਬੰਗਾ, ਉਹ ਸੀਟਾਂ ਕਹਿੰਦੇ ਸਾਨੂੰ ਦਿੱਤੀਆਂ ਨਹੀਂ ਹੈਗੀਆਂ। ਔਰ ਇਹ ਜਿਹੜੀ ਸਥਿਤੀ ਬਣੀ ਹੈ, ਇਸ ਸਥਿਤੀ ਦੇ ਵਿੱਚ ਅਕਾਲੀ ਦਲ ਦੇ ਨਾਲ ਨਾਲ ਬਹੁਜਨ ਸਮਾਜ ਪਾਰਟੀ ਦੇ ਵਿੱਚ ਜਿਹੜੇ ਸਵਾਲ ਉੱਠਣ ਲੱਗੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ, ਕਿਤੇ ਇਸ ਨੂੰ ਲੈ ਕੇ ਬਸਪਾ ਦਾ ਇੱਕ ਹਿੱਸਾ ਗਾ ਜਿਹੜਾ ਉਹ ਪਾਸੇ ਨਾ ਹੋ ਜੇ ਜੀ। ਧੰਨਵਾਦ ਜੀ। ਕੱਲ ਨੂੰ ਫੇਰ ਸਵੇਰੇ 9:15 ਵਜੇ ਗੱਲਬਾਤ ਹੋਏਗੀ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਸਰ ਨਵਕਿਰਨ ਸਿੰਘ ਪੱਤੀ ਪੰਜਾਬ ਤੋਂ ਗੱਲਬਾਤ ਕਰ ਰਹੇ ਸੀ, ਦੇਸ਼ ਪੰਜਾਬ ਦੇ ਝਰੋਖੇ ਚੋਂ ਸੈਗਮੈਂਟ। ਸਾਰਿਆਂ ਦਾ ਧੰਨਵਾਦ ਜੀ। ਸੋਮਵਾਰ ਹਫਤੇ ਦੀ ਸ਼ੁਰੂਆਤ ਤੇ ਅੱਜ ਛੋਟੇ ਛੋਟੇ 2 ਵਿਸ਼ੇ ਤੁਹਾਡੇ ਨਾਲ ਮੈਂ ਵਿਚਾਰਨੇ ਨੇ। ਇੱਕ ਸੱਚ ਬੋਲਣ ਦਾ ਜਿਹੜਾ ਕਰੇਜ ਹੈ ਉਹ ਵੀ ਜਨਤਾ ਦੇ ਸਾਹਮਣੇ ਐਕਸੈਪਟ ਕਰਨਾ, ਸੱਚ ਬੋਲਣ ਕਹਿ ਲਓ ਜਾਂ ਕੁਛ ਵੀ ਆਪਣਾ ਕੀਤਾ ਗਲਤ ਹੈ ਉਸ ਨੂੰ ਮੰਨਣਾ, ਇਸ ਦੇ ਬਾਰੇ ਮੈਂ ਗੱਲਬਾਤ ਕਰਨੀ ਹੈ। ਤੇ ਦੂਜੀ ਤੁਹਾਡੇ ਪ੍ਰੋਪਰਟੀ ਟੈਕਸ ਦੇ ਬਾਰੇ। ਇਸ ਹਫ਼ਤੇ ਕਈ ਵਿਸ਼ੇ ਤੁਹਾਡੇ ਨਾਲ ਮੈਂ ਵਿਚਾਰਨੇ ਨੇ। ਕੱਲ੍ਹ ਨੂੰ ਮੰਗਲਵਾਰ ਨੂੰ ਪ੍ਰਗਟ ਸਿੰਘ ਉਹਨਾਂ ਨਾਲ ਦੁਬਾਰਾ ਗੱਲਬਾਤ ਹੋਏਗੀ। ਅਗਲੇ 3 ਦਿਨਾਂ ਦੇ ਵਿੱਚ ਇੱਕ ਵਿਸ਼ਾ ਤੁਹਾਡੇ ਨਾਲ ਮੈਂ ICBC ਦੇ ਰਿਬੇਟ ਦੀ ਗੱਲ ਕਰਨੀ ਹੈ। LMIA ਜਿਹੜੇ ਐਮਪਲੋਇਰ ਫ੍ਰੀ ਬੰਦਿਆਂ ਨੂੰ ਬਿਨਾਂ ਪੈਸੇ ਲਏ ਰੱਖਦੇ ਨੇ, ਉਹਨਾਂ ਨੂੰ ਕੀ ਵਫਾ ਮਿਲਦੀ ਹੈ। PR ਹੋਣ ਤੋਂ ਬਾਅਦ ਵੀ ਸਾਤੋਂ 30-40 ਹਜ਼ਾਰ ਡਾਲਰ ਨਹੀਂ ਲਿਆ, ਕਿ ਅਸੀਂ 2 ਸਾਲ PR ਹੋਣ ਤੋਂ ਬਾਅਦ ਲਾ ਦਈਏ ਜੇ ਘੱਟ ਪੈਸੇ ਵੀ ਮਿਲਣ, ਕੋਈ ਵਫਾਦਾਰੀ ਵਾਲੀ ਗੱਲ ਹੈ। ਸੋ ਇੱਕ ਇਹ ਵਿਸ਼ਾ ਵਿਚਾਰਨਾ ਤੁਹਾਡੇ ਨਾਲ। ਕੁਝ ਖਬਰਾਂ ਤੁਹਾਡੇ ਸਨਮੁਖ ਕਰਾਂ। ਦੁਨੀਆ ਦੇ ਸਭ ਤੋਂ ਵੱਡੇ ਪਰਿਵਾਰ ਦਾ ਹੈੱਡ, ਜਿਸ ਦਾ ਨਾਮ ਜ਼ਿਆਓਨਾ ਚਾਈਨਾ ਸੀ, 76 ਵਰ੍ਹੇ ਦਾ, ਮਿਜ਼ੋਰਮ ਦੇ ਵਿੱਚ ਰਹਿੰਦਾ ਸੀ, ਜਿਹਦੀਆਂ 38 ਘਰ ਵਾਲੀਆਂ ਤੇ 99 ਜਵਾਕ, 76 ਵਰ੍ਹਿਆਂ ਦੀ ਉਮਰ ਦੇ ਵਿੱਚ ਜਿਹੜਾ ਉਸ ਦੀ ਮੌਤ ਹੋਈ ਹੈ। ਮਿਜ਼ੋਰਮ ਸਟੇਟ ਦੇ ਵਿੱਚ, ਰਾਜ ਦੇ ਵਿੱਚ, ਉਸ ਦੇ ਪਿਤਾ ਨੇ ਇੱਕ ਸੈਕਟ ਜਿਹੜਾ ਕ੍ਰਿਸਚੈਨਿਟੀ ਦੇ ਵਿੱਚ ਹੀ ਸੈਕਟ ਸ਼ੁਰੂ ਕੀਤਾ ਸੀ, ਇੱਕ ਗਰੁੱਪ ਜਿਹਦਾ ਨਾਮ ਚਾਨਾ ਪੌਲ ਹੈ, ਜਿਹਦੇ 2000 ਮੈਂਬਰ ਨੇ ਤੇ ਬਖਤਵਾਂਗ ਪਿੰਡ ਹੈ ਮਿਜ਼ੋਰਮ ਦਾ, ਉਹਦੇ 'ਚ ਰਹਿੰਦੇ ਨੇ। ਤੇ ਪੋਲੀਗਮੀ ਇਹਦੇ ਵਿੱਚ ਜਿਹੜੀ ਹੈ ਉਹ ਅਲਾਓ ਕਰਦੇ ਨੇ ਵੀ ਜਿੰਨੇ ਮਰਜ਼ੀ ਤੁਸੀਂ ਵਿਆਹ ਕਰਾ ਲਓ। ਇਹਨੇ 38 ਕਰਾਏ ਹੋਏ ਸੀ। ਕੱਲ੍ਹ ਇੱਕ ਵੀ ਵੀਡੀਓ ਸੀ, ਇੱਕ ਅਰਬ ਦਾ ਬੰਦਾ ਤੁਰਿਆ ਆਉਂਦਾ ਸੀ ਤੇ ਉਹਨੇ ਵੀ ਮੇਰਾ ਖਿਆਲ, ਉਹਦੇ ਤੱਕ ਜਵਾਕ ਖੈਰ 150 ਸੀ, ਮੇਰਾ ਖਿਆਲ ਘਰ ਵਾਲੀਆਂ ਖਾਸੀਆਂ ਸੀ, ਪਰ ਇਹਦੇ ਲਈ ਇਹਨੂੰ ਵਰਲਡ ਦਾ ਸਭ ਤੋਂ ਵੱਡਾ ਪਰਿਵਾਰ ਮੰਨਿਆ ਜਾਂਦਾ, ਲਾਰਜੈਸਟ ਫੈਮਿਲੀ। ਤੇ ਇਹ ਬੰਦੇ ਦੇ 38 ਘਰ ਵਾਲੀਆਂ, 99 ਬੱਚੇ, 100 ਬੈਡਰੂਮ ਦਾ ਘਰ,
7 ਮੰਜ਼ਲਾ ਤੇ ਚਾਨਾ ਦੇ ਹੁਣ 33 ਪੋਤੇ ਨੇ। ਹੁਣ ਗੱਲ ਇਹ ਨਹੀਂ ਕਿ ਵਿਆਹ ਤੇ ਚਲੋ ਧਾਰਮਿਕ ਬਲੀਫਸ ਨੇ, ਆਪਣੇ ਵੀ ਪੋਲੀਗਮੀ ਦੇ ਵਿੱਚ, ਆਪਣੇ BC ਦੇ ਵਿੱਚ, ਬੌਂਟੀਫੁਲ ਦੇ ਵਿੱਚ ਹੈਗਾ, ਬੰਦਾ ਰੱਖਦਾ, ਘਰ ਵਾਲੀਆਂ ਉਹਨੇ ਰੱਖੀਆਂ ਹੋਈਆਂ ਨੇ, ਕਿਸੇ ਨੂੰ ਬਣ ਨਹੀਂ ਦਿੰਦੇ, ਜਿਹੜਾ ਕੁਟਨੀ ਦੇ ਵਿੱਚ ਸਕਲਟਾਂ ਪਾ ਕੇ ਬੰਦ ਰਹਿੰਦੇ ਨੇ ਉਹ, ਤੇ ਵਿਆਹ ਕਰਾਉਂਦਾ ਉਹ। ਤੇ ਦੂਸਰੇ ਬੰਨੇ ਅਮਰੀਕਾ 'ਚ ਵੀ ਉਹਦੇ ਨਾਲ ਦਾ ਹੀ ਸੀ, ਉਹਨੂੰ ਤਾਂ 100 ਵਰ੍ਹਿਆਂ ਦੀ ਸਜ਼ਾ ਹੋ ਗਈ ਤੇ ਇਹਨੂੰ ਕੁਛ ਨਹੀਂ ਹੋਇਆ। 1959 ਦੇ ਵਿੱਚ ਇਹਨੇ ਪਹਿਲਾ ਵਿਆਹ ਕਰਾਇਆ 17 ਵਰ੍ਹਿਆਂ ਦੀ ਉਮਰ ਦੇ ਵਿੱਚ। ਅਖੀਰਲੀ ਜਿਹੜਾ ਇਹਨੇ ਵਿਆਹ ਕਰਾਇਆ 2004 ਦੇ ਵਿੱਚ, ਅੱਜ ਤੋਂ 17 ਵਰ੍ਹੇ ਪਹਿਲਾਂ, 25 ਸਾਲ ਦੀ ਇਸਤਰੀ ਨਾਲ। ਭਾਰਤੀ ਕਾਨੂੰਨ ਦੇ ਵਿੱਚ ਇੱਕ ਤੋਂ ਵੱਧ ਵਿਆਹ ਜਿਹੜੇ ਨੇ ਉਹ ਇਲੀਗਲ ਨੇ, ਤੇ ਪਰ ਕੁਝ ਕੁ ਇਹ ਜਿਹੜੇ ਧਰਮ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕ, ਜਿਨ੍ਹਾਂ ਦਾ ਆਪਣਾ ਆਪਣਾ ਸੈੱਟ ਹੈ, ਉਹ ਇਸ ਤਰ੍ਹਾਂ ਕਰਾਉਂਦੇ ਨੇ। ਵਿਆਹ ਕਰਾਉਣਾ, ਬੱਚੇ ਪੈਦਾ ਕਰਨੇ, ਇਹ ਤਾਂ ਸੁਭਾਵਿਕ ਆ। ਜਦ ਤੁਸੀਂ ਵਿਆਹ ਕਰਾਉਣਾ, ਬੱਚੇ ਪੈਦਾ ਹੋਣੇ ਹੀ ਨੇ, ਕੁਦਰਤ ਹੈ ਆਲੇ ਦੁਆਲੇ, ਇਹਦੇ ਆਲੇ ਦੁਆਲੇ ਸਾਰਾ ਕੁਛ ਘੁੰਮਦਾ। ਤੇ ਪਰ ਐਡੇ ਪਰਿਵਾਰ ਨੂੰ, 200-250 ਜੀਆਂ ਨੂੰ ਸਾਂਭਣਾ, ਇਹ ਕੰਮ, ਗੱਲ ਇਹ ਹੈ ਸਭ ਤੋਂ ਵੱਡੀ, ਵੀ ਜਵਾਕ ਕਿਵੇਂ ਰਹਿੰਦੇ ਨੇ ਇੱਕ ਘਰ 'ਚ। ਇੱਕੋ ਹੀ ਜਗ੍ਹਾ ਘਰ ਦਿਖਾਇਆ ਹੋਇਆ, ਇੱਥੇ 5000 ਸਕੁਅਰ ਫੁੱਟ ਦੇ ਵਿੱਚ 4 ਜੀ ਨੇ, 4ਾਂ ਦੇ ਭਾਂਡੇ ਖੜਕਦੇ ਨੇ। ਕੀ ਸਿਸਟਮ ਹੋ ਗਿਆ, ਕੀ ਗੱਲ ਚੱਲ ਪਈ ਵੀ ਇੱਕ ਉਹਨਾਂ ਕੱਚਿਆਂ ਘਰਾਂ ਦੇ ਵਿੱਚੋਂ ਆਏ, ਜਿੱਥੇ 4 ਬਾਬੇ ਹੁੰਦੇ ਭਾਈ, 4ਾਂ 'ਚੋਂ ਇੱਕ ਵਿਆਹਿਆ ਹੁੰਦਾ, ਉਹ 3 ਨਾਲ ਰਹਿੰਦੇ ਹੁੰਦੇ। ਗਾਹਾਂ ਜਿਹੜਾ ਬਾਪੂ ਵਿਆਹਿਆ ਹੁੰਦਾ, ਉਹਦੇ 5-4 ਜਵਾਕ ਹੁੰਦੇ, 10-12 ਜੀ। ਪਾਰਟੀਸ਼ਨ ਕੋਈ ਨਹੀਂ, ਖੁੱਲ੍ਹੇ ਦਲਾਨ ਨੇ, ਖੁੱਲ੍ਹੇ ਸੰਦੂਖਾਂ ਵਾਲਾ ਕਮਰਾ, ਆਏ ਗਏ ਨੂੰ ਬੈਠਕ ਹੈ, ਤੇ 4ਾਂ ਦੇ ਵਿੱਚੋਂ 1-2 ਤਾਂ ਤੂੜੀ ਵਾਲੇ ਬਾਹਰਲੇ ਵਿਹੜੇ ਚਲੇ ਜਾਂਦੇ, ਉਹਨਾਂ ਦਾ ਉੱਥੇ ਚਾਹ ਦਾ ਡੋਲੂ ਸਵੇਰੇ ਜਾਂਦਾ। 2 ਜਿਹੜੇ ਦਾਨੇ ਜੇ ਹੁੰਦੇ, ਉਹਨਾਂ ਨੂੰ ਕਹਿੰਦੇ ਬਾਪੂ ਤੁਸੀਂ ਬੈਠਕ 'ਚ ਬਾਬੇ ਪੈ ਜਾਓ। ਤੇ ਦਾਤੀ ਫਰੇ ਪੱਖਿਆਂ ਦੇ ਵਿੱਚ, ਵਿਹੜੇ ਦੇ ਵਿੱਚ ਮੰਜੇ ਡਾਏ ਹੁੰਦੇ, 3 ਜਿਹੜੇ ਪੱਖੇ ਲੱਗ ਜਾਂਦੇ, ਤੇ ਬਸ ਆਰਾਮ ਸੀ। ਹੁਣ ਉਹੋ ਜਿਹੇ ਸਿਸਟਮ ਦੇ ਵਿੱਚੋਂ ਜਿਹੜਾ 25-30 ਸਾਲ ਪਹਿਲਾਂ ਵੇਖ ਕੇ ਆਏ ਅਸੀਂ, ਚਲੋ ਕੱਚਿਆਂ ਦੀ ਜਗ੍ਹਾ ਪੱਕੇ ਹੋ ਗਏ ਸੀ, ਪਰ ਘਰ ਤਾਂ ਇਕੱਠਿਆਂ 'ਚ ਵੇਖ ਕੇ ਆਏ 1980-90 'ਚ। ਉਹ ਘਰ ਉਰੇ ਆ ਕੇ 2 ਭਾਈ ਨੇ, ਉਹ ਇਕੱਠੇ ਨਹੀਂ ਰਹਿ ਰਹੇ। ਹਾਂ, ਘਲਾੜੀ ਦੇ ਵਿੱਚ ਦੀ ਲੰਘਣਾ, 2 ਜਗ੍ਹਾ ਘਰ ਪਾ ਕੇ, 2 ਘਰ, 1.5 ਮਿਲੀਅਨ ਦੀ ਜਗ੍ਹਾ 3 ਮਿਲੀਅਨ ਨੂੰ ਅਫੋਰਡ ਕਰਕੇ ਉਹ ਜ਼ਿੰਦਗੀ ਦਾ ਦੁਸ਼ਵਾਰ ਕਰਨੀ ਹੈ। ਪਤਾ ਨਹੀਂ ਕਿਹੜੀ ਕਹਾਣੀ ਹੋ ਗਈ, ਕਿਹੜੀ ਪ੍ਰਾਈਵੇਸੀ ਹੈ ਜੀ, ਕਿਹੜਾ ਮੰਗਲ ਦਾ ਗੇੜਾ ਜਿਹੜਾ ਇੰਨਾ ਪ੍ਰਾਈਵੇਟ ਹੋ ਗਿਆ। ਕਮਰੇ ਤੁਹਾਡੇ ਅਲੱਗ ਨੇ, ਨਹਾਉਣ ਵਾਲਾ ਕੰਮ ਅਲੱਗ ਹੈ, ਕੱਪੜੇ ਅੰਦਰੋਂ ਪਾ ਕੇ ਆਉਣੇ ਨੇ, ਤੇ ਪ੍ਰਾਈਵੇਸੀ ਦੀ ਉਹ ਪ੍ਰਾਈਵੇਸੀ ਜੀ, ਪ੍ਰਾਈਵੇਸੀ ਦੀ ਉਹ ਪ੍ਰਾਈਵੇਸੀ। ਮਾਪੇ ਘਰ ਬਣਾਉਂਦੇ, ਜਿਹਦਾ ਜਵਾਕ 25 ਵਰ੍ਹਿਆਂ ਦਾ, ਉਹ ਪਹਿਲਾਂ ਹੀ ਆਪਣਾ ਹੀਲਾ ਕਰਦਾ, ਆਪਾਂ ਫਿਰ ਬੇਸਮੈਂਟ ਨੂੰ ਸਵਾਰ ਕੇ ਬਣਾ ਲਈਏ, ਫਿਰ ਜਵਾਕ ਉੱਪਰ ਹੋ ਜੂ, ਆਪਾਂ ਬੇਸਮੈਂਟ 'ਚ ਮੂਵ ਹੋ ਜਾਵਾਂਗੇ। ਕਮਾਲ ਹੋ ਗਈ। ਜ਼ਿੰਦਗੀ ਤੁਹਾਡੀ ਲੱਗ ਗਈ ਉਹਨੂੰ ਬਣਾਉਂਦਿਆਂ ਦੀ। ਹਲੇ ਤੁਹਾਡੀ ਨੂੰਹ ਰਾਣੀ ਨੇ ਘਰੇ ਆਉਣਾ, ਤੁਸੀਂ ਪਹਿਲਾਂ ਹੀ ਪਲੈਨਿੰਗਾਂ ਦੇ ਵਿੱਚੋਂ ਜੀ ਬੇਸਮੈਂਟ 'ਚ ਬਣਾ ਲਈਏ, ਆਪਾਂ ਫਿਰ ਇੱਥੋਂ ਖੋਲ੍ਹ ਲਈਏ, ਇੱਥੇ ਕਿਚਨ ਵੀ, ਸਵੇਰੇ ਚਾਹ ਚੂ ਉੱਪਰ ਤੂੰ ਕਿੱਥੇ ਫਿਰਦੀ ਗੇੜੇ ਕੱਢਦੀ ਫਿਰੇਂਗੀ, ਇੱਥੇ ਹੀ ਬਣਾ ਲਿਆ ਕਰੀ ਚਾਹ। ਘਰ ਵਾਲੀ ਨੂੰ ਪਹਿਲਾਂ ਹੀ ਸਲਾਹ, ਇੱਥੇ ਆਇਆ ਗਿਆ ਬਹਿ ਜਾ ਕਰੂ, ਜਵਾਕ ਉੱਪਰ ਰਹਿਣਗੇ, ਚਲੋ ਇਕੱਠੇ ਤਾਂ ਰਹਿਣਗੇ। ਇਹ ਟ੍ਰਾਂਜੀਸ਼ਨ ਹੈ। ਆਹੀ ਦੇਸ਼ ਦੇ ਵਿੱਚ ਪਹਿਲਾਂ ਕਹਿੰਦੇ ਨਾ ਆਹ ਗੋਤ 'ਚ ਵਿਆਹ ਹੋਣੇ ਨੇ, ਆਹ ਏਰੀਏ 'ਚ ਵਿਆਹ ਹੋਣੇ ਨੇ, ਦੂਜੇ ਦੇ ਏਰੀਏ 'ਚ ਨਹੀਂ ਜਾਣਾ, ਪਾਣੀ ਨਹੀਂ ਟੱਪਣਾ। ਉਹ ਕਹਿੰਦੇ ਨਾ ਪਾਣੀ ਤੋਂ ਬਾਅਦ ਇੱਧਰ ਨੂੰ ਨਹੀਂ ਆਉਣਾ, ਅਲੱਗ-ਅਲੱਗ ਗੱਲਾਂ। ਉਹਦੇ ਬਾਅਦ ਹੌਲੀ ਹੌਲੀ ਕਹਿੰਦੇ ਚੱਲ ਫਿਰ ਐਂ ਤਾਂ ਹੋਵੇ, ਫਿਰ ਚੱਲ ਕੋਈ ਨਾ, ਇਲਾਕੇ ਦਾ ਕੋਈ ਨਹੀਂ, ਜਿੱਥੇ ਮਰਜ਼ੀ ਕਰਾ ਲਓ, ਪਰ ਆਪਣਿਆਂ 'ਚ ਹੋਵੇ। ਆਪਣਿਆਂ ਤੋਂ ਬਾਅਦ ਫਿਰ ਕਹਿੰਦੇ ਚੱਲ ਪੰਜਾਬੀ ਹੋਵੇ, ਪੰਜਾਬੀਆਂ ਤੋਂ ਬਾਅਦ ਫਿਰ ਹੁਣ ਜਿਹਦੇ 'ਚੋਂ ਕੱਢਿਆ ਸੀ ਬਾਬੇ ਨਾਨਕ ਨੇ, ਉੱਥੇ ਹੀ
ਉੱਥੇ ਆ ਕੇ ਖੜ ਗਈ ਗੱਲ, ਕਹਿੰਦਾ ਕੋਈ ਨਾ, ਕੋਈ ਫਰਕ ਨਹੀਂ, ਲਾਸਟ ਨੇਮਾਂ ਦਾ ਬਾਹਲਾ ਫਰਕ ਨਹੀਂ, ਨਾ ਇੱਥੇ ਦੇ ਜਵਾਕਾਂ ਨੂੰ ਪਤਾ ਲਾਸਟ ਨੇਮ ਕੀ ਹੈ, ਉਹ ਤਾਂ ਸਾਡੇ ਬਣਾਏ ਹੋਏ ਨੇ। ਟ੍ਰਾਂਜੀਸ਼ਨ ਹੋ ਗਈ, ਅਤੇ ਉਹੀ ਟ੍ਰਾਂਜੀਸ਼ਨ ਇੱਕ ਘਰ ਦੇ ਵਿੱਚੋਂ ਖੁੱਲ੍ਹਿਆਂ ਘਰਾਂ 'ਚ ਇਹ ਕਮਿਊਨਿਟੀ ਰਹਿੰਦੀ, ਬਿਨਾਂ ਲੌਕ ਤੋਂ ਇਹ ਕਮਿਊਨਿਟੀ ਰਹਿੰਦੀ, ਵਿਆਹਾਂ ਸ਼ਾਦੀਆਂ 'ਚ ਗਰਾਜ ਦੇ ਵਿੱਚ ਆਪ ਕੁੱਕ ਕਰਕੇ ਇਕੱਠੀ ਇਹ ਕਮਿਊਨਿਟੀ ਰਹਿੰਦੀ। ਹੁਣ ਘਰਾਂ ਦੇ ਵਿੱਚ ਕਲੇਸ਼ ਜਿਹੜਾ ਹੈ ਉਹ ਐਡੀ ਜ਼ੋਰ ਫੜ ਗਿਆ ਸਾਡੇ ਘਰਾਂ 'ਚ, ਉਹਦਾ ਕਾਰਨ ਵੀ ਕੋਈ ਨਹੀਂ, ਕਾਰਨ ਨਹੀਂ ਹੈ ਕੋਈ, ਕਾਰਨ ਇੱਕੋ ਹੀ ਹੈ, ਭੱਜ ਨੱਠ ਦੇ ਵਿੱਚ ਆਪ ਫਸਟ ਹੈਂਡ ਫੈਮਿਲੀ ਹੈਡ ਨੇ ਜਿਹੜੇ ਦੋਨੇ ਮੀਆਂ ਬੀਬੀ, ਉਹਨਾਂ ਦਾ ਆਪਸ ਵਿੱਚ ਸਮਾਂ ਉਹਨਾਂ ਕੋਲ ਹੈ ਨਹੀਂ ਇੱਕ ਦੂਜੇ ਲਈ। ਬਸ ਬੰਦਾ ਥੱਕਿਆ ਆਉਂਦਾ ਹੈ, ਇਸਤਰੀ ਕੰਮ ਤੋਂ ਥੱਕੀ ਆਉਂਦੀ ਆ, ਉਹ ਕਹਿੰਦਾ ਇਹਦਾ ਮੂੰਹ ਸਿੱਧਾ ਨਹੀਂ, ਇਸਤਰੀ ਕਹਿੰਦੀ ਇਹ ਆ ਕੇ ਮੈਨੂੰ ਬੱਬਕਾਊਂ ਇਹ ਕਰਦਾ ਹੈ, ਦੋਨੇ ਲੜਦੇ ਨੇ। ਜਵਾਕ ਦੋਨਾਂ ਦੀ ਲੜਾਈ ਦੇ ਵਿੱਚੋਂ ਆਨੰਦ ਲੈਂਦੇ ਨੇ। ਉਹ ਕਹਿੰਦਾ ਕੋਈ ਨਾ ਲੜੀ ਜਾਣ ਦੇ, ਸਾਨੂੰ ਕਾਰਡ ਦਿਓ ਤੁਸੀਂ ਪ੍ਰੀਪੇਡ, ਲੈਟ ਅਸ ਗੋ। ਬਾਹਰੋਂ ਰੋਟੀ ਆਰਡਰ ਕਰ ਦਿੰਦੇ ਆ। ਇੱਕ ਨੇ ਮੁੰਡਾ ਤਾਂ ਮੁੰਡਾ ਪਿਓ ਵੱਲ ਹੋ ਗਿਆ, ਕੁੜੀ ਮਾਂ ਵੱਲ ਹੋ ਗਈ, ਅਤੇ ਜ਼ਿੰਦਗੀ ਜਿਨ੍ਹਾਂ ਨੇ ਝੋਕਤੀ ਸਾਰੀ, ਲਾਤੀ ਸਾਰੀ, ਉਹਨਾਂ ਦੀ ਜ਼ਿੰਦਗੀ ਨਰਕ ਬਣ ਗਈ। ਕੱਖ ਨਹੀਂ ਹੈ, ਈਗੋ ਹੈ, ਆਪਣੇ ਆਪ ਨੂੰ ਸਰੈਂਡਰ ਕਰਕੇ ਮਿਲਣ ਦੀ ਜਿਹੜੀ ਹੈ ਉਹ ਯੁਰਕਾ ਨਹੀਂ ਹੈ। ਆ ਤੁਹਾਨੂੰ ਦੱਸਦਾ ਜਿਹੜੀ ਗੱਲ ਤੁਹਾਡੇ ਨਾਲ ਜਿੱਧਰ ਨੂੰ ਮੈਂ ਲੈ ਕੇ ਚੱਲਿਆ। ਜੈਫਰੀ ਟੂਬਨ ਇੱਕ ਬੰਦਾ ਜੂਸ਼ ਤੇ ਪਿਤਾ ਵੀ ਜਿਹੜਾ ਐਂਕਰ ਹੈ ਤੇ ਕਿਤਾਬਾਂ ਲਿਖੀਆਂ ਤੇ ਹਾਰਵਰਡ ਦੇ ਵਿੱਚੋਂ ਵਕੀਲ ਤੇ ਵਿਆਹਿਆ ਵਰਿਆ 60 ਵਰਿਆਂ ਦਾ ਨਿਊਯਾਰਕਰ ਦੇ ਵਿੱਚ ਪਿਛਲੇ 27 ਸਾਲਾਂ ਦੇ ਵਿੱਚ ਜਿਹੜਾ ਉਹ ਲੀਗਲ ਐਨਾਲਿਸਟ ਦੇ ਤੌਰ ਤੇ ਲਿਖਦਾ ਤੇ CNN ਦਾ ਚੀਫ ਲੀਗਲ ਐਨਾਲਿਸਟ ਹੈ। ਅਕਤੂਬਰ ਪਿਛਲੇ ਸਾਲ ਉਹਨੂੰ ਜਿਹੜੇ ਸਾਂਭਣ ਵਾਲੇ ਸੀ, ਦੇਖਣ ਵਾਲੇ ਸੀ, ਤੇ ਵਕੀਲ ਆ, ਕਿਤਾਬਾਂ ਲਿਖਦਾ, ਬਲੌਗਰ ਆ, ਲੀਗਲ ਐਨਾਲਿਸਟ ਆ, ਤੇ ਹੁਣ 61 ਵਰਿਆਂ ਦਾ ਜਵਾਕ ਨੇ ਦੋ, ਕੋਲੰਬੀਆ ਦੇ ਵਿੱਚ ਗ੍ਰਾਮਰ ਤੇ ਸਕੂਲ ਦੇ ਵਿੱਚ ਉਹਦੇ 'ਚ ਪੜ੍ਹਿਆ, ਉਸ ਤੋਂ ਬਾਅਦ ਹਾਰਵਰਡ ਦੇ ਵਿੱਚ ਅੰਡਰ ਗ੍ਰੈਜੂਏਸ਼ਨ ਕੀਤੀ, ਤੇ ਪਤਾ ਹੀ ਨਹੀਂ, ਮਤਲਬ ਸੁਪਰ ਇੰਟੈਲੀਜੈਂਟ ਤੇ ਰਾਜਨੀਤਿਕ ਬੰਦਿਆਂ ਦਾ ਜਿਹੜਾ ਉਹ ਮਤਲਬ ਧੁੱਕੀ ਕੱਢਦਾ ਜਦ ਉਹਨਾਂ ਨੂੰ ਐਨਾਲਾਈਜ਼ ਕਰਦਾ, ਖਾਸ ਤੌਰ 'ਤੇ ਜਿਹੜੇ ਸੈਕਸ਼ੂਅਲ ਮਿਸਕੰਡਕਟ ਦੇ ਵਿੱਚ ਇਨਵੋਲਵ ਹੋਏ ਉਹਨਾਂ ਨੂੰ। ਬਿਲ ਕਲਿੰਟਨ ਦੇ ਵੇਲੇ ਤੇ ਸਰਪੰਚ ਦੇ ਵੇਲੇ, ਸਰਪੰਚ ਦੀ ਜਦ ਮੋਟਰ ਹੋਮ ਦੇ ਵਿੱਚ ਗੱਲਾਂ ਕਰਦਾ ਆਉਂਦਾ ਸੀ ਇਸਤਰੀਆਂ ਦੀਆਂ, ਤੇ ਬੰਦੇ ਨੇ ਰਿਕਾਰਡ ਕਰਤੀਆਂ। ਝੂਠਾ, ਹੁਣ ਝੂਠੇ ਬੰਦੇ ਦੇ ਝੂਠੇ ਤੇ ਦਰਖਤ ਵਾਲੀ ਗੱਲ ਆ, ਉਹਨੂੰ ਕੀ ਹੈ, ਲੂਜ਼ ਕਰਨ ਨੂੰ ਕੁਛ ਹੈ ਨਹੀਂ। ਇਹ ਬੰਦਾ ਅਕਤੂਬਰ ਦੇ ਵਿੱਚ ਜ਼ੂਮ ਦੀ ਮੀਟਿੰਗ 'ਚ ਹੈ। ਮੈਂ ਹੁਣ ਤੁਹਾਨੂੰ ਇੱਕ ਲੈਵਲ 'ਤੇ ਲੈ ਕੇ ਆਉਣਾ ਵੀ ਬੰਦੇ ਨੂੰ ਸਰੈਂਡਰ ਕਰਕੇ, ਬੰਦੇ ਨੂੰ ਗਲਤੀ ਮੰਨ ਕੇ ਉਹ ਕਿੰਨਾ ਜਿਹੜਾ ਦੁਬਾਰਾ ਵਿਗੜੀਆਂ ਚੀਜ਼ਾਂ ਨੂੰ ਠੀਕ ਕਰ ਸਕਦਾ। 3 ਚੀਜ਼ਾਂ ਜ਼ਿੰਦਗੀ ਦੇ ਵਿੱਚ ਜ਼ਰੂਰ ਕਰਨੀਆਂ ਚਾਹੀਦੀਆਂ ਨੇ, ਹੁੰਦੀਆਂ ਬਹੁਤ ਔਖੀਆਂ ਨੇ। ਗੁੱਸੇ ਦੇ ਵਿੱਚ ਕਦੇ ਵੀ, ਜਾਂ ਤੁਸੀਂ ਗੁੱਸੇ 'ਚੋਂ, ਕਰਦੇ ਆਪਾਂ ਸਾਰੇ ਹੀ ਆ, ਮੈਂ ਵੀ ਤੁਹਾਡੇ 'ਚੋਂ ਆ, ਜਦ ਤਪਸ਼ਾਈ ਹੁੰਦੀ ਆ ਬੰਦਾ ਨਿਗਾਹ ਦਿੰਦਾ, ਉਹ ਕਹਿੰਦਾ ਕਹਾਣੀ ਕਿਹੜੀ ਹੈ, ਤੂੰ ਕੀ ਦੱਸਦਾ। ਕਹਿੰਦੇ ਕਦੇ ਵੀ ਗੁੱਸੇ 'ਚੋਂ ਤੁਸੀਂ ਕਦੇ ਜਵਾਬ ਨਾ ਦਿਓ, ਰਿਪਲਾਈ ਨਾ ਕਰੋ, ਚਾਹੇ ਮੈਸੇਜ ਆ ਚਾਹੇ ਬੈਠੇ ਹੋ। ਜਦ ਖੁਸ਼ ਵਾਲੇ ਹੋ ਕਦੇ ਵੀ ਵਾਅਦਾ ਨਾ ਕਰੋ। ਉਦੋਂ ਫਿਰ ਮਹਾਰਾਜਾ ਪਟਿਆਲਾ ਬਣਿਆ ਰਿਹਾ, ਆ ਵੀ ਚੱਕ ਤੂੰ, ਆ ਵੀ ਚੱਕ ਤੇ ਆ ਵੀ ਚੱਕ, ਮੁੜ ਕੇ ਜਾਂ ਉੱਤਰ ਜਾਂਦੇ ਆ, ਕਹਿੰਦਾ ਰਾਤ ਦੀ ਗੱਲ ਰਾਤ ਨਾਲ ਗਈ, ਹੁਣ ਨਹੀਂ, ਹੁਣ ਹਾਥੀ ਆ, ਰਾਤ ਕੱਟਾ ਸੀ। ਕਦੇ ਵੀ ਕਹਿੰਦੇ ਕੋਈ ਡਿਸੀਜ਼ਨ ਜ਼ਿੰਦਗੀ ਦਾ ਬਣਾਉਣਾ ਜਾਂ ਤੁਸੀਂ ਉਦਾਸ ਹੋ ਕਦੇ ਨਾ ਬਣਾਓ, ਸਿਆਣੇ ਬੰਦੇ ਕਹਿੰਦੇ। ਜੈਫਰੀ ਟੂਬਨ, ਮੈਂ ਇਸ ਲੈਵਲ 'ਤੇ ਤੁਹਾਡੇ ਨਾਲ ਗੱਲ ਕਰਨਾ ਵੀ ਇਹਨਾਂ ਦੀ ਬ੍ਰੌਡਕਾਸਟਿੰਗ, ਇਹਨਾਂ ਦਾ ਕਰੇਜ, ਸੱਚ ਬੋਲਣ ਦੀ ਕਹਾਣੀ ਤੇ ਐਕਸੈਪਟ ਕਰਨ ਦੀ ਕਹਾਣੀ, ਜਿਹੜਾ ਬਰਡਨ ਟਨਾਂ ਦਾ ਵਜ਼ਨ ਲਾ ਦੇਣਾ। ਜੈਫਰੀ ਟੂਬਨ ਪਿਛਲੇ ਅਕਤੂਬਰ 'ਚ ਨਿਊਯਾਰਕਰ ਦੇ ਸਟਾਫ ਨਾਲ ਜ਼ੂਮ ਮੀਟਿੰਗ 'ਤੇ ਸੀ। ਜ਼ੂਮ ਮੀਟਿੰਗ ਦੇ ਵਿੱਚ ਇਸਤਰੀਆਂ ਵੀ ਸੀ, ਮਰਦ ਵੀ ਸੀ, 7 ਜਣੇ ਸੀ, ਤੇ ਗੱਲਬਾਤ ਕਰ ਰਹੇ ਸੀ, ਇੰਟਰਵਿਊ ਚੱਲ ਰਹੀ ਸੀ, ਟਾਕ ਸ਼ੋ ਚੱਲ ਰਿਹਾ ਸੀ।
ਜ਼ੂਮ ਤੋਂ ਆਫ ਹੋ ਗਏ, 5 ਮਿੰਟ ਦੀ ਬ੍ਰੇਕ ਹੋ ਗਈ। ਜੈਫਰੀ ਟੂਬਨ ਨੇ ਆਪਣੇ ਸਰੀਰ ਨਾਲ ਛੇੜਛਾੜ ਆਪ ਸ਼ੁਰੂ ਕਰ ਲਈ, ਅਸ਼ਲੀਲ ਹਰਕਤਾਂ ਸ਼ੁਰੂ ਕਰ ਦਿੱਤੀਆਂ। ਆਪਣੇ ਪ੍ਰਾਈਵੇਟ ਪਾਰਟਸ ਨੂੰ ਜਿਹੜਾ ਉਹ ਮਤਲਬ ਕੁਝ ਵੀ ਉਹ ਕਰ ਰਿਹਾ ਸੀ। ਮੈਂ ਹੁਣ ਇੱਕ ਥੋੜ੍ਹਾ ਜਿਹਾ ਲੈਵਲ 'ਚ ਰਹਾਂ, ਫਿਰ ਬਾਹਲਾ ਔਖਾ ਹੋ ਜਾਣਾ, ਬਾਹਰ ਵਿਚਾਰਾਂ ਸ਼ੁਰੂ ਹੋ ਜਾਣੀਆਂ। ਅੱਛਾ, ਨਾਲ ਦੇ ਨੇ ਦੇਖ ਲਿਆ ਜੈਫਰੀ ਟੂਬਨ ਜਿਹੜਾ 60 ਵਰ੍ਹਿਆਂ ਦਾ ਬੰਦਾ, ਉਹਦੇ ਦਿਮਾਗ ਦੀ ਕਾਢ ਲਾ ਲਓ ਕੀ ਹੋਇਆ। ਉਹ ਕਹਿੰਦਾ ਮੈਂ ਤੇ ਹੁਣ ਅਕਤੂਬਰ ਤੋਂ ਬਾਅਦ ਉਹ ਥਰਸਡੇ ਨੂੰ CNN ਤੇ ਬੈਠਿਆ। CNN ਤੇ ਬੈਠ ਕੇ ਨਾਲ ਦੀ ਐਂਕਰ ਸੀ ਉਹਦੇ ਟੀਵੀ ਦੀ ਐਂਕਰ, ਉਹ ਕਹਿੰਦੀ ਗੱਲ ਵੀ ਟੂਬਨ ਵਾਪਸ ਆ ਗਿਆ, ਗੱਲ ਕਰਾਂ। ਉਹ ਕਹਿੰਦੀ ਕਰ, ਸਟ੍ਰੇਟ ਕਰ। ਇਸਤਰੀ ਨੇ ਸ਼ੁਰੂ ਕਰ ਦਿੱਤੀ ਬਈ ਇਹ ਬੰਦਾ ਜੈਫਰੀ ਟੂਬਨ ਜਦ ਆਫ ਹੋਇਆ ਜ਼ੂਮ ਤੋਂ, ਦੈਟਸ ਵਾਟ ਹੀ ਵਾਜ਼ ਡੂਇੰਗ। ਉਹ ਕਹਿੰਦੀ ਐਮ ਆਈ ਰਾਈਟ? ਕਹਿੰਦਾ ਯੈਸ ਯੂ ਆਰ ਐਬਸੋਲਿਊਟਲੀ ਰਾਈਟ। ਕਹਿੰਦੀ ਡਿਫੈਂਸ ਦੇ ਵਿੱਚ ਕੀ ਕਰਨਾ? ਉਹ ਕਹਿੰਦਾ ਬਈ ਨਥਿੰਗ ਇਨ ਡਿਫੈਂਸ ਇਜ਼ ਇਨਡਿਫੈਂਸਿਬਲ, ਨਥਿੰਗ ਆਈ ਕੈਂਟ ਸੇ ਐਨੀ। ਜਸਟ ਪਿਛਲੇ 7 ਮਹੀਨੇ ਮੈਂ ਅੱਤ ਦੁੱਖ ਚੋਂ ਲੰਘਿਆ, ਅੱਤ ਦੁੱਖ ਚੋਂ ਲੰਘ ਕੇ ਐਕਸੈਪਟ ਕੀਤਾ। ਆਈ ਵਰ ਡੂਇੰਗ ਮਾਈ ਚਰਚ ਸਰਵਿਸਿਜ਼ ਬਲਾ ਬਲਾ ਬਲਾ। ਦੂਜਾ ਬੰਦਾ ਥੱਲੇ ਲਿਖਦਾ, ਕਹਿੰਦਾ ਵਟ ਹੀ ਹੈਵ ਟੂ ਡੂ ਵਿਦ ਚਰਚ ਸਰਵਿਸਿਜ਼ ਐਂਡ ਡੂਇੰਗ ਦਿਸ ਥਿੰਗ। ਉਹਦਾ ਨਾਂ ਉਹਨੇ ਲਿਖਿਆ ਜਿਹੜਾ ਉਹ ਕਰ ਰਿਹਾ ਸੀ। ਲੋਕ ਨਹੀਂ ਮਾਫ ਕਰ ਰਹੇ, ਲੋਕਾਂ ਨੇ ਧੁੱਕ ਕੱਢਤੀ ਫੜ ਕੇ। ਲੇਟ ਨਾਈਟ ਸੈਟਰਡੇ ਲੇਟ ਨਾਈਟ ਸ਼ੋਅ ਵਾਲੇ ਕੋਬੋਲਡ ਨੇ, ਉਹ ਕਹਿੰਦਾ ਬੰਦਾ ਫੋਨ ਦਿਖਾਉਂਦੇ ਨੇ ਜੈਫਰੀ ਟੂਬਨ ਆ ਗਿਆ ਜ਼ੂਮ ਤੇ, ਉਹ ਕਹਿੰਦਾ ਨੋ 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 ਸਟਾਪ। ਜਾਣੀ ਮਤਲਬ ਐਡਾ, ਜਾਣੀ ਉਹ ਤਾਂ ਉਹਦੀ ਰਾਈਵਲੀ ਹੈ। ਪਰ ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਨੀ ਚਾਹੁੰਦਾ ਵੀ ਯਾਰ ਆਹ ਲੈਵਲ ਲੋਕਾਂ ਦਾ, ਕਿ ਜਦ ਮੈਂ ਇਸ ਤੋਂ ਮੁਕਤ ਹੋਣਾ, ਦੁਬਾਰਾ CNN ਨੇ ਰੱਖ ਲਿਆ ਉਹਨੂੰ, ਨਿਊਯਾਰਕਰ ਨੇ ਫਾਇਰ ਕਰਤਾ। CNN ਬਹੁਤ ਰੌਲਾ ਪਾ ਰਹੇ ਨੇ ਲੋਕ ਬਈ ਕਿਉਂ ਰੱਖਿਆ ਇਹਨੂੰ। ਪਰ ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਨੀ ਚਾਹੁੰਦਾ ਵੀ ਸਾਡੇ ਮਾੜੇ ਮੋਟੇ, ਮੈਨੂੰ ਪਾਣੀ ਫੜਾਇਆ ਮੇਰੇ ਘਰ ਵਾਲੇ, ਮੇਰੇ ਬੰਦੇ ਦੇ ਸਾਹਮਣੇ, ਮੇਰੇ ਭਾਈ ਦੇ ਸਾਹਮਣੇ ਮੇਰੀ ਸੁਣੀ ਨਹੀਂ। ਮੇਰੇ ਬੜੇ ਭਾਈ ਨੇ ਮੈਨੂੰ ਕਹਿ ਤਾ ਤੂੰ ਤਾਂ ਤੀਵੀਂ ਭਗਤਾਂ। ਅਸੀਂ ਵਿਆਹ ਗਏ ਸੀ, ਵਿਆਹ ਦੇ ਵਿੱਚ ਇਕੱਠ ਸੀ, ਇਕੱਠ ਦੇ ਵਿੱਚ ਮੈਂ ਹਾਕ ਮਾਰੀ, ਮੇਰੀ ਸੁਣੀ ਨਹੀਂ। ਘਰ ਦੇ ਵਿੱਚ ਨਰਕ। ਇੱਕ ਬੰਨੇ ਆਹ 20 ਲੋਕ ਬਸਦੇ ਨੇ ਜਿਹੜੇ ਕਿਸੇ ਵਜ਼ਨ ਤੋਂ ਮੁਕਤ ਹੋਣ ਲਈ ਆਨ-ਏਅਰ ਆ ਕੇ ਐਕਸੈਪਟ ਕਰਦੇ ਨੇ, ਕਹਿੰਦਾ ਹੇਅਰ ਆਈ ਐਮ, ਵੀ ਮੇਰੇ ਤੋਂ ਗਲਤੀ ਹੋ ਗਈ, ਆਈ ਐਮ ਸੋ ਸੌਰੀ। ਕਿੰਨੀਆਂ ਕੁ ਚੀਜ਼ਾਂ ਉਹਦੇ ਵਿੱਚੋਂ ਨਿਕਲ ਕੇ ਦੁਬਾਰਾ ਬੰਦਾ ਲਾਈਨ ਤੇ ਆ ਸਕਦਾ, ਇੱਦੋਂ ਕਿੱਧਰ ਨੂੰ ਜਾ ਸਕਦਾ ਸੀ, ਉਹਦੀ ਜ਼ਿੰਦਗੀ ਖਰਾਬ ਹੋ ਸਕਦੀ ਜਾਂ। ਔਰ ਇਹਨਾਂ ਦੇ ਸਿਸਟਮ ਦੇ ਵਿੱਚ ਹੋ ਸਕਦਾ ਚੀਜ਼ਾਂ ਵੱਡੀਆਂ ਨਾ ਹੋਣ, ਇਹਨਾਂ ਦੀ ਬ੍ਰੌਡਕਾਸਟਿੰਗ, ਇਹਨਾਂ ਦੀ ਏਅਰਿੰਗ ਦੇ ਵਿੱਚ ਇਹ ਤਾਂ ਨਾਰਮਲ ਨੇ, ਗਾਲਾਂ ਤੇ ਐਫ ਸ਼ਬਦ ਤੇ ਇਹ ਤੇ ਉਹ, ਇਹਨਾਂ ਨੂੰ ਕੁਛ ਨਹੀਂ, ਸਾਡੇ ਲਈ ਇਹ ਬਹੁਤ ਹੈ। ਪਰ ਮੈਂ ਹੈਰਾਨ ਕਿ ਚੀਫ ਲੀਗਲ ਐਨਾਲਿਸਟ, ਹਾਰਵਰਡ ਦਾ ਗ੍ਰੈਜੂਏਟ, ਕੋਲੰਬੀਆ ਦੀ ਪੜ੍ਹਾਈ, 2 ਜਵਾਕਾਂ ਦਾ ਬਾਪ, ਕਿਵੇਂ ਅਪਸਾਈਡ ਡਾਊਨ ਹੋ ਗਈ ਜ਼ਿੰਦਗੀ, ਪਰ ਮੁੜ ਰੀਹ ਤੇ ਲਿਆਉਣ ਦੇ ਲਈ ਸਰੈਂਡਰ ਕੀਤਾ ਕਿ ਮੇਰੀ ਗਲਤੀ ਹੈ। ਡਾਕਟਰ ਜੰਡੀ ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਗਿੱਲ ਸਾਹਿਬ, ਇਹਦੇ ਵਿੱਚ ਮੈਂ ਮਤਲਬ ਡਿਫਰੈਂਟ ਪਰਸਪੈਕਟਿਵ ਦੱਸਦਾ। ਇਹਦੇ ਵਿੱਚ ਇਹ ਆ ਵੀ ਜਿਹੜੀ ਮੀਡੀਆ ਵਾਇਸ ਆ ਨਾ, ਉਹ ਐਟ ਇਟਸ ਐਕਸਟ੍ਰੀਮ ਆ। ਜੇ ਇਹੀ ਬੰਦਾ ਕੋਈ ਕੰਜ਼ਰਵੇਟਿਵ ਐਨਾਲਿਸਟ ਹੁੰਦਾ, ਮਤਲਬ ਕਿਸੇ ਨਿਊਜ਼ ਵਰਕ ਨੇ, ਜੇ ਮਤਲਬ ਫੌਕਸ ਦੇ ਹੁੰਦਾ ਇਹ ਬੰਦਾ, ਤਾਂ ਹੁਣ ਨੂੰ ਜਿਹੜੇ 4-5 ਲਿਬਰਲ ਨੈਟਵਰਕ ਆ ਜਿੱਦਾਂ CNN, MSNBC, ਸਾਰਿਆਂ ਨੇ ਮਤਲਬ ਹੋਣਾ ਸੀ ਵੀ ਹੋ ਗਿਆ। ਇਹਦੇ ਵਿੱਚ ਕੋਈ ਰੋਲ ਨਹੀਂ ਪਲੇ ਕਰਦੀ। ਜਿਹੜਾ ਜੋ ਵੀ ਇਹੋ ਲਿਬਰਲ ਮੀਡੀਆ ਜਾਂ ਜੋ ਵੀ ਹੈਗਾ ਇਹ ਉਹ ਰੋਲ ਪਲੇ ਕਰ ਰਿਹਾ। ਇਹਦੇ ਕਰਕੇ ਹੀ ਜੇ ਹੁਣ ਡਿਸਪਾਈਟ ਆਫ ਮਤਲਬ ਇੱਕ ਟਾਈਮ ਤੇ ਜਦੋਂ ਮਤਲਬ ਜੇ ਤੁਸੀਂ ਰਹਿਣਾ ਫਿਰ ਸਾਰਿਆਂ ਲਈ ਬਰਾਬਰ ਰਹੋ, ਜਦੋਂ ਤਾਂ ਕਰਕੇ ਲੋਕਾਂ ਦਾ ਮੀਡੀਆ ਤੇ ਟਰਸਟ ਮੁੱਕ ਜਾਂਦਾ। ਨਹੀਂ ਡਾਕਟਰ ਸਾਹਿਬ, ਮੈਂ ਤਾਂ ਇੱਕ ਪਰਸਨੈਲਿਟੀ ਦੀ ਗੱਲ ਕਰ ਰਿਹਾ, ਮੈਂ ਬਈ ਫੇਰ ਵੀ ਮੈਂ ਤਾਂ ਉਹ ਗੱਲ ਕਰ ਰਿਹਾ ਵੀ ਆਪਣੀ ਜ਼ਿੰਦਗੀ 'ਚ ਵੀ ਗਲਤੀ ਨੂੰ ਐਕਸੈਪਟ ਕਰਕੇ ਮੂਵ ਫਾਰਵਰਡ ਕਿਵੇਂ ਹੋਣਾ, ਮੈਂ ਉਹ ਗੱਲ ਕਰ ਰਿਹਾ। ਦੇਖੋ ਹਰ ਕੋਈ ਬੰਦਾ ਗਲਤੀ ਕਰਦਾ। ਜਿਹੜਾ ਕੋਈ ਵੀ ਬੰਦਾ ਮੈਨੂੰ ਅੱਜ ਤੱਕ ਨਹੀਂ ਜ਼ਿੰਦਗੀ 'ਚ ਮਿਲਿਆ ਜਿਹਨ ਗਲਤੀ ਨਾ ਕੀਤੀ ਹੋਊਗੀ। ਮੈਂ ਵੀ ਕੀਤੀਆਂ, ਹੋ ਸਕਦਾ ਤੁਸੀਂ ਵੀ ਕੀਤੀਆਂ, ਹੁਣ ਕਿਸੇ ਨੇ ਕੋਈ ਛੋਟੀਆਂ ਕੀਤੀਆਂ, ਹੁਣ ਵੱਡੀਆਂ ਕੀਤੀਆਂ ਹੋਣ। ਤੁਹਾਨੂੰ ਸਦਾ ਹੀ ਦੇਖੋ, ਜਿਹੜੀ ਸਾਰਿਆਂ ਤੋਂ ਵੱਡੀ ਪ੍ਰੋਬਲਮ ਹੈ ਨਾ, ਜਿਹੜਾ ਬੰਦਾ ਫਾਰਵਰਡ ਨਹੀਂ ਹੋ ਸਕਦਾ, ਉਹ ਪ੍ਰੋਬਲਮ ਹੁੰਦੀ ਆ ਐਕਸੈਪਟ ਕਰਨੀ।
ਜਦੋਂ ਤਾਈਂ ਤੁਸੀਂ ਆਪਣੀ ਗਲਤੀ ਸੱਚ ਨਹੀਂ ਨਾ ਮੰਨਦੇ ਵੀ ਮੈਂ ਗਲਤੀ ਕੀਤੀ, ਤੁਸੀਂ ਮੂਵ ਫਾਰਵਰਡ ਹੋ ਹੀ ਨਹੀਂ ਸਕਦੇ। ਜੀ ਆਪਣੇ ਜੇ ਸਾਰਿਆਂ ਤੋਂ ਵੱਡੀ ਗਲਤੀ ਇਹ ਆ ਵੀ, ਮੈਂ ਤੁਹਾਨੂੰ ਹੁਣ ਇੱਕ ਇੱਥੇ ਗੱਲ ਦੱਸਦਾ ਕਿ ਜਦੋਂ ਮੈਂ ਨਵਾਂ ਇੱਥੇ ਕੈਨੇਡਾ 'ਚ ਪ੍ਰੈਕਟਿਸ ਕਰਨ ਲੱਗਾ USA ਤੋਂ ਆ ਕੇ, ਤਾਂ ਮੈਂ ਇੱਕ ਸਰਜਰੀ ਕੀਤੀ, ਉਹਦੇ ਸਰਜੀਕਲ ਸਾਈਟ ਇਨਫੈਕਸ਼ਨ ਹੋ ਗਈ ਨਾ। ਮੈਂ ਉਹ ਡੌਗ ਨੂੰ ਰੀਚੈਕ ਕਰਨ ਗਿਆ, ਤਾਂ ਮੈਂ ਜਿਹੜੇ ਬੰਦੇ ਦੇ ਰੀਚੈਕ ਕਰਨ ਗਿਆ ਉਹ ਕਹਿੰਦਾ ਵੀ ਡਾਕਟਰ ਵੀ ਤੂੰ ਕਹਿ ਦੇ ਵੀ ਤੇਰੇ ਡੌਗ ਨੇ ਲਿਕ ਕਰ ਲਿਆ ਹੋਣਾ ਤੂੰ। ਮੈਂ ਕਿਹਾ ਯਾਰ ਮੈਂ ਕਦੇ ਕਹਾਂ, ਸਰਜੀਕਲ ਸਾਈਟ ਇਨਫੈਕਸ਼ਨ ਇੱਕ ਰਿਐਲਿਟੀ ਆ, ਇੱਕ ਸੱਚਾਈ ਆ। ਜਿਹੜਾ ਬੰਦਾ ਜੇ ਮੈਂ ਕਹੂੰਗਾ ਵੀ ਭਾਈ ਤੇਰੇ ਡੌਗ ਮਤਲਬ ਹੋ ਸਕਦਾ ਵੀ ਮੈਨੂੰ ਉਹ ਓਨਰ ਨੂੰ ਜਦ ਆਪਾਂ ਨਾ ਹੋਵੇ ਆਪਾਂ ਓਨਰ ਤੇ ਪਾ ਦਈਏ, ਦੈਟ ਡਜ਼ਨਟ ਮੀਨ ਐਨੀਥਿੰਗ। ਮੈਂ ਉਹਨੂੰ ਮੈਂ ਕਿਹਾ ਯਾਰ ਸਰਜੀਕਲ ਸਾਈਟ ਇਨਫੈਕਸ਼ਨ ਹਿਊਮਨ 'ਚ ਵੀ ਹੁੰਦੀ, ਸਾਡੇ 'ਚ ਵੀ ਹੁੰਦੀ, ਉਹ ਹੋਣੀ ਆ ਵੀ ਨਾ ਮੈਂ ਪ੍ਰੀਵੈਂਟ ਕਰ ਸਕਦਾ, ਓਨਰ ਬਸ ਫਾਈਨ। ਉਹ ਆਪਾਂ ਕਈ ਵਾਰੀ ਉਸੇ ਚੀਜ਼ ਨੂੰ ਮਤਲਬ ਸੱਚ ਨਹੀਂ ਆਪਾਂ ਐਕਸੈਪਟ ਕਰਨਾ ਮੰਗਦੇ ਹੈ ਨਾ। ਚੱਲ ਐਜ਼ ਏ ਸਰਜਨ ਮੈਨੂੰ ਪਤਾ ਮੈਂ ਸਰਜਰੀਆਂ ਕਰਦਾ, ਮੈਨੂੰ ਪਤਾ 100% ਸਕਸੈਸ ਨਹੀਂ, ਠੀਕ ਹੈ। ਜੇ ਮੈਂ ਉਹਨੂੰ ਐਕਸੈਪਟ ਨਹੀਂ ਕਰੂੰਗਾ ਮੈਂ ਕਿੱਦਾਂ ਮੂਵ ਫਾਰਵਰਡ ਹੋਊਂਗਾ। ਬਹੁਤ ਵਾਰੀ ਹੁੰਦਾ ਮੈਂ ਸਰਜਰੀ ਕੀਤੀ ਹੁੰਦੀ ਆ, ਕਿਉਂਕਿ ਓਨਰ ਨੇ ਪੈਸੇ ਖਰਚੇ ਹੁੰਦੇ, ਉਹਦੇ ਉੱਤੇ ਇੱਕ ਇਫੈਕਟ ਹੁੰਦਾ ਮੈਂ ਪੈਸੇ ਖਰਚੇ, ਮੇਰਾ ਡੌਗ ਠੀਕ ਹੋ ਗਿਆ। ਮੈਨੂੰ ਆਪਣੇ ਆਪ ਨੂੰ ਦੀਦਾ ਹੁੰਦਾ ਵੀ ਨਹੀਂ ਯਾਰ ਇਹ ਹਾਲੇ ਤੇ ਠੀਕ ਨਹੀਂ ਹੋਇਆ। ਉਹ ਓਨਰ ਨੂੰ ਮੈਂ ਪੁੱਛੂੰਗਾ ਵੀ ਠੀਕ ਹੋ ਗਿਆ, ਓਨਰ ਕਹੂਗਾ ਯਾ ਹੀ ਇਜ਼ ਡੂਇੰਗ ਫਾਈਨ। ਮੈਂ ਉਹਨੂੰ ਕਹੂੰਗਾ ਵੀ ਨਹੀਂ ਯਾਰ ਤੇਰੇ ਹਿਸਾਬ ਨਾਲ ਵੀ ਤੂੰ ਪੈਸੇ ਖਰਚੇ ਕਰਕੇ ਤੇਰੇ ਉੱਤੇ ਇਹਦਾ ਇਫੈਕਟ ਆ ਵੀ ਹੀ ਇਜ਼ ਨਾਟ ਡੂਇੰਗ ਫਾਈਨ, ਹੀ ਇਜ਼ ਨਾਟ ਡੂਇੰਗ ਫਾਈਨ। ਮਤਲਬ ਸਾਰੇ ਆਪਣੀ ਕਮਿਊਨਿਟੀ 'ਚ ਸਾਰਿਆਂ ਤੋਂ ਵੱਡੀ ਪ੍ਰੋਬਲਮ ਇਹ ਆ ਵੀ ਆਪਾਂ ਇੱਕ ਸੱਚ ਨੂੰ ਐਕਸੈਪਟ ਨਹੀਂ ਕਰਦੇ। ਜਦੋਂ ਦੇ ਆਪਾਂ ਸੱਚ ਨੂੰ ਐਕਸੈਪਟ ਨਹੀਂ ਕਰਾਂਗੇ ਉਦੋਂ ਦੇ ਆਪਾਂ ਮੂਵ ਫਾਰਵਰਡ ਨਹੀਂ ਹੋ ਸਕਦੇ। ਕੋਈ ਵੀ ਗਲਤੀ ਕਰ ਲਓ ਤੁਸੀਂ ਸੱਚ ਐਕਸੈਪਟ ਕਰ ਲਓ, ਇਟ ਵਿਲ ਫਾਲ ਇਨ ਪਲੇਸ, ਆਪਣੇ ਆਪ ਉਹ ਰਿਜ਼ੋਲਵ ਹੋ ਜੂਗੀ, ਆਪਣੇ ਆਪ ਤੁਹਾਨੂੰ ਮਾਫੀ ਮੰਗਣ ਦੀ ਵੀ ਲੋੜ ਨਹੀਂ। ਤੁਸੀਂ ਸੱਚ ਐਕਸੈਪਟ ਕਰ ਲਓ, ਭਾਵੇਂ ਇਹ ਵੀ ਸੌਰੀ ਸ਼ਬਦ ਵੀ ਨਾ ਕਹੋ, ਇੱਕ ਵਾਰੀ ਸੱਚ ਦੱਸ ਦਿਓ ਵੀ ਆਹ ਹੈਗਾ, ਦਿਸ ਇਜ਼ ਵਾਟ ਹੈਪਨ, everything is gone। ਥੈਂਕ ਯੂ ਡਾਕਟਰ ਸਾਹਿਬ। ਚਲੋ ਇਹੀ ਸਾਰਿਆਂ ਤੋਂ ਵੱਡੀ ਚੀਜ਼ ਹੈ। ਥੈਂਕ ਯੂ ਡਾਕਟਰ ਸਾਹਿਬ। ਮੈਂ ਐਡਾ ਐਡਮਾਇਰ ਹੋਇਆ, ਦੋਸਤ ਨੇ ਮੇਰੇ ਗਿੰਨੀ ਸਿੰਘ ਰਹਿੰਦੇ ਕੈਲੀਫੋਰਨੀਆ 'ਚ, ਬਿਜ਼ਨਸਮੈਨ ਨੇ, ਐਂਟਰਪ੍ਰੀਨਿਓਰ ਨੇ, ਮੈਨੂੰ ਭੇਜੀ ਉਹਨਾਂ ਨੇ ਥਰਸਡੇ, ਮੈਨੂੰ ਕਹਿੰਦੇ ਆਹ ਲੈਵਲ ਆ ਇੱਥੇ ਦੀ ਕਮਿਊਨਿਟੀ ਦਾ, ਮਤਲਬ ਇਸ ਤਰ੍ਹਾਂ ਲੋਕ ਜਿਉਂਦੇ ਨੇ। ਤੇ ਮੈਨੂੰ ਵੀ ਬਹੁਤ, ਸਾਡੇ ਲਈ ਤਾਂ ਬਹੁਤ ਵੱਡੀ ਗੱਲ ਹੈ। ਇੱਥੇ ਕਹਾਣੀ ਸੁਣਾਉਂਦੇ ਕੋਈ ਗੱਲ ਕਰ ਦਈਏ ਮੈਨੂੰ 10 ਵਾਰ ਸੋਚਣਾ ਪੈਂਦਾ ਉਹ ਆਹ ਗੱਲ ਐ ਨਾ ਹੋ ਜਾਏ, ਐ ਨਾ ਹੋ ਜਾਏ, ਇੱਥੇ ਤਾਂ ਪੰਗਾ ਪੈ ਜਾਣਾ, ਛੇਕਣ ਵਾਲੀ ਕਹਾਣੀ ਹੋ ਜਾਣੀ। ਪਰ ਇੱਕ ਬੰਨੇ ਇਹ ਲੋਕ ਨੇ ਮਤਲਬ ਔਨ ਜ਼ੂਮ 7 ਜਣਿਆਂ ਨੇ ਵੇਖਿਆ ਤੇ ਉਹਨਾਂ ਦੇ ਐਕਸਪ੍ਰੈਸ਼ਨ ਦੇਖ ਰਹੇ ਨੇ ਇਸਤਰੀਆਂ ਦੇ। ਉਸ ਤੋਂ ਬਾਅਦ ਹੁਣ ਉਹਨੇ ਜਿਉਣਾ ਸੀ 7 ਮਹੀਨੇ ਬਾਅਦ ਲੈ ਆਂਦਾ। ਠੀਕ ਹੈ, ਮੈਂ ਮੰਨਦਾ ਹਾਂ ਵੀ ਮੀਡੀਆ ਬਾਇਸ ਆ ਉੱਥੇ ਤੇ ਜੇ, ਪਰ ਮੈਂ ਉਸ ਤੋਂ ਹਟ ਕੇ ਮੀਡੀਆ ਤੋਂ ਹਟ ਕੇ ਵਿਅਕਤੀ ਤਾਂ ਬੈਠਾ ਨਾ ਮੂਰੇ ਜਿਹਨੇ ਨੌਕਰੀ ਕਰਨੀ ਹੈ ਤੇ ਹਰ ਰੋਜ਼ ਉਹਦੇ ਨਾਲ ਉਹ ਵਜ਼ਨ ਰਹਿਣਾ। ਪਰ ਜਦ ਇੱਕ ਲੋਕਾਂ 'ਚ ਉਹਨੇ ਇੱਕ ਵਾਰ ਕਹਿਤਾ ਕਿ ਵੀ ਆਹ ਮੇਰੇ ਤੋਂ ਹੋ ਗਿਆ, ਮੈਂ ਗਲਤ, ਹੁਣ ਉਹ ਸੌਖਾ ਹੋ ਜੂ। ਖਬਰਾਂ ਤੋਂ ਪਹਿਲਾਂ ਗਰੇਵਾਲ ਸਾਹਿਬ ਨਾਲ ਗੱਲ ਕਰ ਲਈਏ। ਲਾਈਨ ਨੰਬਰ 2। ਧੰਨਵਾਦ ਸਰਦਾਰ ਜੀ। ਇਹ ਬਹੁਤ ਨਾ ਮੈਨੂੰ ਇਹ ਲੱਗਦਾ ਵੀ ਇਹ ਮੈਂ ਤਜਰਬਾ ਕੀਤਾ ਬਾਈ ਜੀ, ਇਹ ਤਜਰਬੇ ਦੇ ਵਿੱਚੋਂ ਤੁਹਾਡੀ ਮਾਨਸਿਕਤਾ ਦੇ ਵਿੱਚ ਨਾ ਆਜ਼ਾਦੀ ਦਾ ਜਿਹੜੀ ਖੁਸ਼ਹਾਲੀ, ਜਿਹੜੀ ਖੁਸ਼ੀ, ਜਿਹੜਾ ਖੇੜਾ ਆਉਂਦਾ ਉਹਨੂੰ ਤੁਸੀਂ ਬਿਆਨ ਨਹੀਂ ਕਰ ਸਕਦੇ। ਮੈਂ ਦੋ ਇੰਸੀਡੈਂਟ ਸਾਂਝੇ ਕਰਨਾ ਤੁਹਾਡੇ ਨਾਲ ਜੀ। ਤੇ ਉਹੀ ਮਨੁੱਖ ਕਰ ਸਕਦਾ ਜਿਹੜਾ ਮਨੁੱਖਵਾਦੀ ਹੋ ਕੇ ਆਪਣੇ ਗੁਣਾਂ ਤੇ ਔਗਣਾਂ ਨੂੰ ਲੁਕੋ ਕੇ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਆਜ਼ਾਦ ਆ, ਇਹ ਉਹ ਵਿਅਕਤੀ ਕਰ ਸਕਦਾ। ਤੇ ਉਹ ਗੁਰੂ ਸਾਨੂੰ ਇਹ ਕਹਿੰਦੇ ਨੇ, ਮੈਨੂੰ ਨਾ ਮੈਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਅਧਿਐਨ ਕਰਦਾ ਸੀ ਤੇ ਉਸ ਤੋਂ ਬਾਅਦ ਅਸੀਂ ਕਈ ਗਰੁੱਪ 'ਚ ਇਕੱਠੇ ਹੁੰਦੇ ਸੀ, ਪਰਿਵਾਰ ਹੁੰਦੇ ਸੀ, ਮੇਰੀ ਸਰਦਾਰਨੀ ਵੀ ਨਾਲ ਹੁੰਦੀ ਸੀ। ਅੱਛਾ ਜੀ। ਤੇ ਉੱਥੇ ਗੱਲਬਾਤ ਹੋ ਗਈ, ਉੱਥੇ ਆ ਬਈ ਸਾਂਝ ਕਰੀਜੇ ਗੁਣਾ ਕੇਰੀ ਛੋੜ ਅਵਗੁਣ ਚੱਲੀ ਹੈ। ਹੁਣ ਇਹ ਔਗਣ ਨੇ, ਜਿਹੜਾ ਬੰਦਾ ਕੋਈ ਗਲਤ ਕੰਮ ਕਰਦਾ ਆਪਣੀ ਪਰਿਭਾਸ਼ਾ ਦੇ ਵਿੱਚ ਜਾਂ ਆਪਣੇ ਰੁਤਬੇ ਦੇ ਵਿੱਚ ਉਹਨੂੰ ਲੁਕੋ ਕੇ ਤੇ ਲੋਕਾਂ ਨੂੰ ਗੁੰਮਰਾਹ ਕਰਦਾ, ਉਹ ਲੋਕ ਨੂੰ ਗੁੰਮਰਾਹ ਨਹੀਂ ਕਰ ਰਿਹਾ ਹੁੰਦਾ ਮਨੁੱਖ, ਉਹ ਖੁਦ ਉਹਦੇ 'ਚ ਮਾਨਸਿਕ ਪੀੜਾ ਵਿੱਚ ਜਿਉਣ ਦੀ ਉਹਦੀ ਜਿਹੜੀ ਧੱਸਦਾ ਜਾਂਦਾ, ਜਿਵੇਂ ਆਪਾਂ ਕਹੀਏ ਹੋਰ ਖੁੱਲਦਾ ਜਾਂਦਾ। ਮੈਂ ਜਦੋਂ ਪੌਲ ਛਕੀ ਸੀ, ਪੌਲ ਛਕਣ ਤੋਂ ਆਲਮੋਸਟ ਤੁਸੀਂ ਲਾ ਲਓ ਵੀ 1976 'ਚ ਮੈਂ ਪੌਲ ਛਕੀ ਸੀ ਤੇ 1999-90 ਤੱਕ ਮੈਂ ਜਦੋਂ ਮੈਨੂੰ ਗੁੱਸਾ ਆਉਂਦਾ ਸੀ ਮੈਂ ਗਾਲਾਂ ਵੀ ਕੱਢਦਾ ਸੀ ਤੇ ਸਰਦਾਰਨੀ ਨਾਲ ਵੀ ਮੈਂ ਗਲਤ ਬੋਲਦਾ ਸੀ। ਤੇ ਉਦਾਂ ਮੈਂ ਸਵੇਰੇ ਸ਼ਾਮ ਪਾਠ ਕਰਦਾ ਸੀ ਤੇ ਮੈਂ ਇਹ ਸਮਝਦਾ ਸੀ ਵੀ ਮੈਂ ਬਹੁਤ ਵਧੀਆ ਸਿੱਖ ਹਾਂ। ਉਦੋਂ ਮੈਂ ਕੋਈ 40-50 ਅਸੀਂ ਪਰਿਵਾਰ ਇਕੱਠੇ ਬੰਦੇ ਸੀਗੇ ਜਦੋਂ ਅਸੀਂ ਵਿਚਾਰ ਕਰਦੇ ਸੀ ਅੱਡ-ਅੱਡ ਸਾਰੇ।
ਹਰ ਐਤਵਾਰ ਇਕੱਠੇ ਹੁੰਦੇ ਸੀ। ਤੇ ਉੱਥੇ ਫਿਰ ਮੈਨੂੰ ਇਉਂ ਮਹਿਸੂਸ ਹੋਇਆ ਜਿੱਦਣ ਮੈਂ ਇਹ ਸ਼ਬਦ ਨੂੰ ਇਹਦਾ ਅਰਥ ਪੜ੍ਹੇ ਔਰ ਇਹ ਪੂਰਾ ਸ਼ਬਦ ਪੜ੍ਹਿਆ, ਮੈਨੂੰ ਇਉਂ ਲੱਗਿਆ ਵੀ ਤੂੰ ਦੋ ਕਿਸਮ ਦੀ ਜ਼ਿੰਦਗੀ ਜਿਉਣਾ, ਜਿਹੜੀ ਤੂੰ ਗਲਤੀ ਕਰਦਾ ਹੈ ਉਹਨੂੰ ਤੈਨੂੰ ਮੰਨੇਗਾ, ਤੇਰਾ ਭਾਰ ਉਤਰ ਜੂ। ਔਰ ਬਿਲਕੁਲ ਸੱਚੀ ਗੱਲ ਆ ਬਾਈ ਜੀ, ਮੈਂ ਇਹ ਦਾਅਵੇ ਨਾਲ ਕਹਿਣਾ ਕੋਈ ਵਿਅਕਤੀ ਕਰਕੇ ਵੇਖੇ, ਜਦੋਂ ਇਹ ਜਿਹੜੀ ਸੰਗਤ ਦਾ ਕਨਸੈਪਟ ਗੁਰੂ ਸਾਹਿਬ ਦਿੰਦੇ ਆ ਨਾ, ਉਹਦਾ ਮਤਲਬ ਇਹੀ ਹੈ ਜੀ। ਸੰਗਤ ਦੇ ਵਿੱਚ ਜਦੋਂ ਤੁਸੀਂ ਆਪਣੇ ਗੁਣਾਂ ਤੇ ਔਗਣਾਂ ਨੂੰ ਪ੍ਰਵਾਨ ਕਰ ਲੈਂਦੇ ਹੋ, ਤੁਸੀਂ ਮਾਨਸਿਕ ਤੌਰ ਤੇ ਆਜ਼ਾਦ ਹੋ ਜਾਂਦੇ ਹੋ। ਤੁਹਾਡੀ ਨੀਂਦ ਬਿਲਕੁਲ ਤੁਹਾਨੂੰ, ਹੁਣ ਮੈਨੂੰ ਡਰਾਓ, ਮੰਨ ਲਓ ਮੈਂ ਗਾਲ ਕੱਢਦਾ, ਮੈਨੂੰ ਘਰ ਵਾਲੀ ਕਹੂਗੀ ਮੈਂ ਤੇਰੇ ਮਾਂ ਪਿਓ ਨੂੰ ਦੱਸਦੀ ਹਾਂ, ਤਾਂ ਤੂੰ ਪਾਠ ਕਰਦਾ, ਤੂੰ ਮੈਨੂੰ ਗਾਲਾਂ ਖਾਣਾ ਆਉਂ ਨਾ ਕਰੀ। ਪਰ ਜਦੋਂ ਮੈਂ ਮੰਨ ਲਿਆ ਵੀ ਹਾਂ ਵੀ ਇਹ ਮੈਂ ਗੁਨਾਹ ਕਰਦਾ, ਮੈਂ ਇਹ ਚੰਗੇ ਵਿਖਾਉਣ ਦੀ ਚੰਗਿਆਈ ਜਿਹੜੀ ਮੇਰੀ ਆ ਉਹਦੇ 'ਚ ਮੇਰਾ ਇਹ ਵੱਡਾ ਔਗਣ ਆ, ਮੈਂ ਮਾੜਾ ਬੋਲਦਾ ਵੀ ਆ, ਇਹ ਮੇਰਾ ਗੁਨਾਹ ਵਾ, ਮੈਂ ਇਹਨੂੰ ਮੰਨਦਾ, ਪਰ ਮੈਂ ਕੋਸ਼ਿਸ਼ ਕਰੂੰਗਾ ਤੋਂ ਨਾ ਕਰਾਂ। ਤੁਸੀਂ ਬਲੀਵ ਨਹੀਂ ਕਰ ਸਕਦੇ ਬਾਈ ਜੀ, ਤੁਸੀਂ ਕਿੰਨੀ ਮਤਲਬ ਆਪਣਾ ਬੋਝ ਉਤਾਰ ਦਿੰਦੇ ਹੋ, ਪਰ ਇਹ ਕਰਨਾ ਔਖਾ ਬਹੁਤ ਜੀ। ਥੈਂਕ ਯੂ। ਬਹੁਤ ਔਖਾ ਬਾਈ ਜੀ, ਇਹ ਬਹੁਤ ਔਖਾ। ਔਰ ਜਿਹੜਾ ਬੰਦਾ ਕਰਨ ਲੱਗ ਜਾਵੇ, ਮੈਂ ਕਹਿੰਦਾ ਉਹਦੇ ਉੱਤੇ, ਜੇ ਮੈਂ ਹੁਣ ਮੈਂ ਕਿਸੇ ਨੂੰ ਗਾਲ ਕੱਢੀ ਆ, ਮੈਨੂੰ ਤੂੰ ਗਾਲ ਕੱਢ, ਹਾਂਜੀ ਕੱਢੀ ਆ, ਦੱਸੋ। ਇਹ ਗੋਰਿਆਂ 'ਚ ਸਿਫਤਾਂ ਬਾਈ ਜੀ। ਮੈਂ ਇੱਕ ਵਾਰੀ, ਤੁਸੀਂ ਜੇ ਤੁਹਾਨੂੰ ਯਾਦ ਹੋਵੇ, ਬਿਲ ਕਲਿੰਟਨ ਵੇਲੇ ਜੱਜ ਥਾਮਸ ਦੀ ਨਿਯੁਕਤੀ ਹੋ ਰਹੀ ਸੀ, ਮੈਂ ਉਹਨੂੰ ਲਾਈਵ ਦੇਖਿਆ ਸੀ ਕਈ ਦਿਨ, ਕਿਉਂਕਿ ਮੈਂ ਉਦੋਂ ਆਫ ਸੀਗਾ। ਜੱਜ ਥਾਮਸ ਦੀ ਜਿਹੜੀ ਘਰਵਾਲੀ ਆ ਉਹ ਗੋਰੀ ਹੈ, ਉਹਦੇ ਉੱਤੇ ਇਲਜ਼ਾਮ ਲਾਇਆ ਗਿਆ ਏਦਾਂ ਦਾ ਕੋਈ ਕਿਸੇ ਹੋਰ ਦੇ ਨਾਲ, ਤੇ ਸੈਨੇਟਰ ਨੂੰ ਪੁੱਛ ਰਹੇ, ਸੈਨੇਟਰ ਦੇ ਸਾਹਮਣੇ ਉਹ ਕਹਿੰਦਾ ਵੀ ਜਿਹੜਾ ਇਹ ਇਲਜ਼ਾਮ ਆ ਇਹ ਗਲਤ ਹੈ, ਪਰ ਜਿਹੜੇ ਤੁਸੀਂ ਬਾਕੀ ਦੇ ਸਵਾਲ ਮੇਰੀ ਘਰ ਵਾਲੀ ਪ੍ਰਤੀ ਪੁੱਛਦੇ ਹੋ ਮੇਰਾ ਪਰਸਨਲ ਮਾਮਲਾ, ਮੈਂ ਤੁਹਾਨੂੰ ਜਵਾਬ ਨਹੀਂ ਦੇਣਾ, ਤੁਹਾਨੂੰ ਕੋਈ ਹੱਕ ਨਹੀਂ ਪੁੱਛਣ ਦਾ। ਮੈਂ ਆਪਦੇ ਮੁੰਡਾ ਮੇਰਾ ਉਦੋਂ ਪੜ੍ਹਦਾ ਸੀ, 9ਵੀਂ 10ਵੀਂ ਸੀ, ਮੈਂ ਕਿਹਾ ਯਾਰ ਇਹ ਜਵਾਬ ਕਿਉਂ ਨਹੀਂ ਦਿੰਦਾ, ਸਾਨੂੰ ਤਾਂ ਜੇ ਪੁਲਿਸ ਵਾਲਾ ਪੁੱਛ ਲਵੇ ਕਿੱਥੋਂ ਆਇਆ, ਕਿੱਥੇ ਜਾਣਾ, ਕੀ ਕਰਦਾ, ਕੀ ਕਰਨ ਚੱਲਿਆ, ਅਸੀਂ ਤਾਂ ਸਾਰਾ ਕੁਝ ਹੀ ਕਰਾ ਦਿੰਦੇ ਹਾਂ। ਉਹ ਕਹਿੰਦਾ ਇਹਦਾ ਪਰਸਨਲ ਆ, ਕਿਸੇ ਨੂੰ ਹੱਕ ਨਹੀਂ ਤੁਹਾਡੇ ਪਰਸਨਲ ਲੈਵਲ ਦੇ ਉੱਤੇ ਪੁੱਛਣ ਦਾ। ਉਦੋਂ ਬਾਈ ਜੀ ਮੈਨੂੰ ਸਮਝ ਆਇਆ ਕਿ ਜਦੋਂ ਸਾਡੇ ਜਿਹੜੇ ਸੋਕਾਲ ਗਿਆਨੀ, ਬ੍ਰਹਮ ਗਿਆਨੀ, ਵੱਡੇ ਧਾਰਮਿਕ ਕਿਸਮ ਦੇ ਅਸੀਂ ਬਣ ਕੇ ਲੋਕਾਂ ਨੂੰ ਕਹਿੰਦੇ ਤੂੰ ਕਿੰਨੇ ਪਾਠ ਕਰਦਾ, ਤੂੰ ਕਿੰਨੇ ਵਜੇ ਉੱਠਦਾ, ਨਨ ਆਫ ਦੇਅਰ ਬਿਜ਼ਨਸ, ਮੈਂ ਕਿੰਨੇ ਵਜੇ ਉੱਠਾਂ, ਮੈਂ ਕਿੰਨੇ ਪਾਠ ਕਰਾਂ, ਮੈਂ ਕੀ ਬਾਣੀ ਪੜ੍ਹਦਾ, ਇਹ ਮੇਰਾ ਤੇ ਮੇਰੇ ਗੁਰੂ ਦਾ ਸੰਬੰਧ ਹੈ। ਤੇ ਦੱਸਣ ਦੀ ਵੀ ਨਹੀਂ ਲੋੜ, ਮੈਂ 100 ਕਰਦਾ, ਬਿਲਕੁਲ ਨਹੀਂ ਦੱਸਣ ਦੀ ਲੋੜ ਬਾਈ ਜੀ। ਇਹ ਮੇਰਾ ਤੇ ਮੇਰੇ ਗੁਰੂ ਦਾ, ਮੇਰਾ ਤੇ ਮੇਰੇ ਪਰਿਵਾਰ ਦਾ, ਬੱਚਿਆਂ ਦਾ, ਕਿਸੇ ਦਾ ਕੋਈ ਹੱਕ ਨਹੀਂ, ਪਰ ਸਾਨੂੰ ਇਹ ਸਿਖਾਇਆ ਨਹੀਂ ਜਾਂਦਾ। ਥੈਂਕ ਯੂ। ਸੋ ਇਹ ਬਹੁਤ ਗੁਣ ਵਾਲੀ ਗੱਲ ਹੈ, ਸਾਨੂੰ ਇੱਧਰ ਧਿਆਨ ਦੇਣ ਦੀ ਲੋੜ ਹੈ। ਆਪਦੇ ਔਗਣਾਂ ਤੋਂ ਛੁਟਕਾਰਾ ਮਨੁੱਖ ਉਦੋਂ ਹੀ ਪਾਉਂਦਾ ਜਦੋਂ ਸੰਗਤੀ ਰੂਪ ਵਿੱਚ ਉਹਨਾਂ ਨੂੰ ਮੰਨ ਲੈਂਦਾ, ਫਿਰ ਨਹੀਂ ਬੰਦਾ ਕਰਦਾ। ਮਿਹਰਬਾਨੀ ਸਰਦਾਰ ਜੀ। ਪਹਿਲੇ ਵਿਸ਼ੇ ਤੇ ਕੁਝ ਕਾਲਰ ਗੱਲਬਾਤ ਕਰਨੀ ਚਾਹੁੰਦੇ ਸਿੱਧੂ ਸਾਹਿਬ, ਤੇ ਮੈਂ ਇੱਕ ਦੂਸਰਾ ਨਾਂ ਨਹੀਂ ਪੜ੍ਹ ਸਕਿਆ, ਪਲੀਜ਼ ਕਾਲ ਇਨ, ਤੇ ਫਿਰ ਅਗਲਾ ਵਿਸ਼ਾ ਮੈਂ ਸ਼ੁਰੂ ਕਰਾਂਗਾ। 604 204 0600, ਤੇ ਇਸ ਨੂੰ ਮੈਂ ਕਨਕਲੂਡ ਕਰਾਂਗਾ ਅਖੀਰ ਦੇ ਵਿੱਚ ਇੱਕ ਦੋ ਕਾਲਸ ਤੋਂ ਬਾਅਦ, ਵੀ ਮੈਂ ਇਹਦੇ ਵਿੱਚ ਅਸਲ ਕਹਿਣਾ ਕੀ ਚਾਹੁੰਦਾ, ਮੰਤਵ ਕੀ ਹੈ। ਸਟਾਰ ਜਸਵੀਰ ਸਿੰਘ ਗਰੇਵਾਲ ਸਾਹਿਬ ਨੇ ਤੇ ਡਾਕਟਰ ਜੰਡੀ ਹੋਣਾ ਨੇ ਜਿਹੜੀ ਗੱਲ ਕਹੀ ਹੈ, ਦੋਨਾਂ ਨੇ ਅੰਤਰੀਬ ਦੇ ਵਿੱਚੋਂ, ਬਈ ਇਹ ਮੰਨਣਾ ਬਹੁਤ ਔਖਾ, ਈਗੋ ਜਿਹੜੀ ਹੈ, ਸਾੜਾ ਜਿਹੜਾ ਹੈ, ਗਰਦਨ ਦਾ ਕਿੱਲਾ ਜਿਹੜਾ ਹੈ, ਨਰਕ 'ਚ ਤਾਂ ਰਹਿਣ ਲਈ ਮਜਬੂਰ ਹਾਂ ਅਸੀਂ, ਪਰ ਉਹ ਕਹਿੰਦਾ ਦੇਖੀ ਕਿਤੇ ਨਟ ਨਾ ਢਿੱਲਾ ਹੋ ਜਾਵੇ, ਖੁਦ ਗਰਦਨ ਦਾ ਗਿੱਚੀ ਨਾ ਢਿੱਲੀ ਹੋ ਜਾਏ ਕਿਤੇ। ਗੱਲ ਪਹਿਲੇ ਹਿੱਸੇ ਦੀ ਇਹ ਹੈ ਕਿ ਅੱਛਾ ਜੀ, ਉਹ ਇਹ ਹੈ ਕਿ ਜਿਹੜੀ ਮੈਂ ਇਹਦੇ ਵਿੱਚੋਂ ਕੱਢਣੀ ਚਾਹੁੰਦਾ, ਵੀ ਇੱਕ ਤਾਂ ਇਹ ਹੈ ਬੰਦਾ ਜਿਹਨੇ ਪਰਿਵਾਰ ਨੂੰ ਤਾਂ ਉਹਨੇ 7 ਮਹੀਨਿਆਂ 'ਚ ਪਤਾ ਹੀ ਨਹੀਂ ਕਿਵੇਂ ਕੀ ਕੁਛ ਕਹਿ ਕੇ ਉਹ ਕਹਿੰਦਾ ਮੈਂ ਪਰਿਵਾਰ ਲਈ, ਫੇਰ ਵੀ ਪਰਿਵਾਰ ਦੀ ਵੀ ਗਲਤੀ ਉਹਨੇ ਔਨੇਅਰ ਮੰਨੀ, ਪਰ ਜਿਹੜਾ ਸਾਡਾ ਆਪਣਾ ਇਸ਼ੂ ਹੈ ਘਰਾਂ ਦੇ ਵਿੱਚ, ਖਾਸ ਜਿਹੜਾ ਇਮੀਡੀਏਟ ਜਿਹੜਾ ਹੈ ਪਰਿਵਾਰ ਦਾ, ਮੀਆਂ ਬੀਬੀ ਦਾ, ਦੋਨਾਂ ਦਾ, ਬਾਕੀ ਛੱਡੋ, ਬਾਕੀ ਤਾਂ ਵਕਤੀ ਤੌਰ 'ਤੇ ਹੈ, ਨੂੰਹ ਦੀ ਸੱਸ ਨਾਲ, ਦਿਓਰ ਦੀ ਭਾਬੀ ਨਾਲ, ਜੇਠ ਦੀ ਭਾਬੀ ਨਾਲ ਗੱਲਬਾਤ, ਜੇ ਬੋ, ਤੇ ਦੂਜੇ ਚਾਚੇ ਭਤੀਜੇ ਜੇ ਬੋ। ਵੱਡਾ ਇਸ਼ੂ ਹੈ ਜਿਹੜਾ ਉਹ ਇਹ ਹੈ, ਜਿਹੜਾ ਇੱਕ ਛੱਤ ਥੱਲੇ ਤੁਸੀਂ ਦੋ ਜੀ ਰਹਿ ਰਹੇ ਹੋ, ਵਿਆਹ ਕਿਸੇ ਕਾਰਨ ਕਰਕੇ ਹੋ ਗਿਆ, ਸੁਣ ਲਓ ਇਹ ਗੱਲ ਰਿੜਕਣੀ 20 ਸਾਲ ਪਹਿਲਾਂ, ਉਦੋਂ ਦਾ ਮੈਂ ਤਾਂ ਤੇਰੇ ਤਾਂ ਐਂ ਸੀ, ਮੇਰਾ ਐਂ ਸੀ, ਤੂੰ ਤਾਂ 20, ਕਈ ਵਾਰ ਸ਼ਬਦ ਮਰਦ ਬੋਲਦੇ ਆ ਨਾ ਬਹੁਤ ਜ਼ੋਰ ਨਾਲ, 20 ਫਿਰਦੀਆਂ ਸੀ, 20 ਜੇ ਮੂਹਰੇ ਜੇ ਸਵਾਣੀ ਕਹਿ ਦੇਵੇ ਮੇਰੇ ਪਿੱਛੇ 25 ਫਿਰਦੇ ਸੀ, ਫਿਰ ਉਹਨੇ ਉਸੇ ਸਮੇਂ ਛੇਕ ਦੇਣਾ ਉਹਨੂੰ। ਅੱਛਾ ਇੰਨੀ ਗੱਲ ਸੀ,
ਜੇ ਤਾਂ ਉਹ ਵਧੀਆ ਤਿਆਰ ਨਹੀਂ ਹੁੰਦੀ ਤਾਂ ਰੌੜਾ, ਜੇ ਉਹ ਵਧੀਆ ਤਿਆਰ ਹੋ ਜਾਵੇ ਸਵਾਰ ਕੇ ਫਿਰ ਕਹੇ ਬਹੁਤ ਤਿਆਰ ਹੋ ਗਈ। ਇਉਂ ਹੀ ਬੰਦਾ ਜੇ ਲਿਬੜਿਆ ਹੋਇਆ ਤੂੰ ਲਿਬੜਿਆ ਹੈ ਬਹੁਤ ਆ, ਜੇ ਉਹਨੇ ਵਧੀਆ ਕਿਤੇ ਪੋਚਮੀ ਬੰਨ੍ਹ ਲਈ ਤੇ ਮੁੱਛ ਨੂੰ ਦੇ ਲਿਆ ਹੋੜਾ, ਉਹ ਬਹੁਤ ਤਿਆਰ ਹੋ ਗਏ। ਕਿੱਧਰ ਨੂੰ ਜਾਂਦੇ ਹੋ? ਮਤਲਬ ਗੱਲਾਂ ਤਾਂ ਛੋਟੀਆਂ ਛੋਟੀਆਂ ਨੇ। ਹੁਣ ਦੋਨਾਂ ਚੋਂ ਇੱਕ ਨੇ, ਕਿਸੇ ਨੇ ਵੀ ਬਾਹਰ ਨੰਗੇ ਤਾਂ ਜਾਣਾ ਨਹੀਂ, ਕੱਪੜੇ ਪਾ ਕੇ ਜਾਣਾ, ਵਧੀਆ ਚੰਗੇ ਮਾੜੇ। ਉਹ ਜਿਹੜਾ ਕਨਫਲਿਕਟ ਆ ਨਾ ਇੱਕ ਛੱਤ ਥੱਲੇ, ਜਿਹੜੇ ਰਾਤ ਦੇ 8-10 ਘੰਟੇ ਜਿਹੜੀ ਛੱਤ ਥੱਲੇ ਗੁਜ਼ਾਰਨੇ ਨੇ, ਉਹ ਕਨਫਲਿਕਟ ਦੂਰ ਹੋਣਾ ਚਾਹੀਦਾ। ਉਹ ਬਹੁਤ ਜ਼ਰੂਰੀ ਹੈ। ਇੱਕ ਬੰਨੇ ਆਹ ਲੈਵਲ ਹੈ ਜਿੱਥੇ ਬੰਦੇ ਦੀ ਕੀਤੀ ਗਲਤੀ 7 ਬੰਦਿਆਂ ਨੇ ਵੇਖੀ, ਨੌਕਰੀ ਤੋਂ ਉਹਨੂੰ ਕੱਢਤਾ, ਦੁਬਾਰਾ ਨੌਕਰੀ ਤੇ ਆਉਣ ਦੇ ਲਈ ਆਉਂਦਾ ਜਾਂ ਨਾ ਆਉਂਦਾ ਕੁਝ ਵੀ ਕਰ ਸਕਦਾ ਸੀ, ਪਰ ਉੱਥੇ ਆਉਣ ਦੇ ਲਈ ਉਹਨੇ ਜਨਤਕ ਤੌਰ ਤੇ ਗੱਲ ਐਕਸੈਪਟ ਕਰ ਲਈ। ਨਾਲ ਦੀ ਕੋ ਹੋਸਟ ਜਿਹੜੀ ਇਸਤਰੀ ਸੀ, ਉਹਨੇ ਦੱਸਿਆ ਵੀ ਜੈਫਰੀ ਆ ਕਰ ਰਿਹਾ ਸੀ ਉਸ ਸਮੇਂ। ਉਹ ਕਹਿੰਦੀ ਸਹੀ ਹੈ ਗੱਲ? ਉਹ ਕਹਿੰਦਾ ਬਿਲਕੁਲ ਸਹੀ ਹੈ। ਨਾਲ ਉਹ ਕਹਿੰਦਾ ਵੀ ਇਹਦੇ 'ਚ ਕੋਈ ਮੈਂ ਡਿਫੈਂਸ ਨਹੀਂ, ਮੇਰਾ ਇਨਡਿਫੈਂਸਿਬਲ ਆ ਇਹ, ਪਰ ਮੈਂ ਸੌਰੀ ਹਾਂ ਬਹੁਤ, ਪਰਿਵਾਰ ਤੋਂ ਆਪਣੇ ਲੋਕ ਜਿਹੜੇ ਮੈਨੂੰ ਪਸੰਦ ਕਰਦੇ ਸੀ। ਗੱਲ ਸਿੱਧੀ ਹੋ ਗਈ। ਤੇ ਇੱਥੇ ਆਪਸ ਵਿੱਚ ਆਪਣੇ ਕਲੇਸ਼ ਦਾ ਵੱਡਾ ਕਾਰਨ ਇੱਕ ਦੂਜੇ ਨੂੰ ਜੱਜ ਕਰਨਾ, ਇੱਕ ਦੂਜੇ ਨੂੰ ਸਮਝਣਾ ਨਾ। ਬਾਲ ਬੱਚੇ ਹੋ ਗਏ, ਪਰਿਵਾਰ ਹੋ ਗਏ, ਘਰ ਵਸ ਗਿਆ, ਬਾਹਰ ਤੁਸੀਂ ਹਿੜ ਕਰਦੇ ਹੋ, ਘਰ ਦੇ ਵਿੱਚ ਆ ਕੇ ਤੁਹਾਡਾ 2 ਜੀਆਂ ਦਾ ਕਲੇਸ਼ ਹੈ, ਦੋਨਾਂ ਨੂੰ ਮੁਲਾਂਕਣ ਕਰਨਾ ਪੈਣਾ। ਸਰਦਾਰ ਰਣਜੀਤ ਸਿੰਘ ਜੀ, ਲਾਈਨ ਨੰਬਰ 1। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਅੱਛਾ, ਮੈਂ ਤਾਂ ਆਪਣੇ ਘਰ ਦੀ ਕਹਾਣੀ ਸੁਣਾਊਗਾ ਜੀ ਜੀ। ਕਿ ਕਿਉਂ ਕਲੇਸ਼ ਪੈਂਦਾ। 3 ਗੱਲਾਂ ਪਹਿਲਾਂ ਤੇ ਜ਼ਿੰਦਗੀ 'ਚ ਯਾਦ ਰੱਖੋ, ਆਈ ਮਾਈ ਤੇ ਮੀ, ਜਿਹੜਾ ਕੱਢ ਦਿੰਦਾ ਹੈ ਕੋਈ ਕਲੇਸ਼ ਨਹੀਂ ਜੀ। ਇਹ ਗੁਰੂ ਜੀ ਵੀ ਕਹਿੰਦੇ ਨੇ ਤੇ ਆਪਾਂ, ਮੈਂ ਤਾਂ ਆਪਣੀ ਦੱਸਦਾ। ਮੇਰਾ ਬ੍ਰਦਰ ਇੰਡੀਆ ਤੋਂ ਆਇਆ, ਮੈਂ ਰੱਖਿਆ ਕੋਲ ਵੱਖਰਾ ਬਣਾ ਕੇ ਉਹਨੂੰ ਰੱਖਿਆ ਹੋਇਆ। ਇੱਕ ਦਿਨ ਬੈਠਾ, ਮੈਨੂੰ ਕਹਿੰਦਾ ਬਈ ਘਰ ਕਿਹਦੇ ਨਾਂ ਤੇ? ਮੈਂ ਕਿਹਾ ਵਾਈਫ ਦੇ ਨਾਂ ਤੇ। ਸ਼ੇਰ ਕਿਹਦੇ ਨਾਂ ਤੇ? ਮੈਂ ਕਿਹਾ ਵਾਈਫ ਦੇ ਨਾਂ ਤੇ। ਕਹਿੰਦਾ ਵੀ ਤੇਰੇ ਕੋਲ ਕੀ ਆ? ਮੈਂ ਕਿਹਾ ਰਿਸਪੈਕਟ ਐਂਡ ਹਰਾਈਸ। ਉਹਦੇ ਅੱਖਾਂ 'ਚ ਰਿਸਪੈਕਟ ਆ, ਮੇਰੇ ਸਾਹਮਣੇ ਬੈਠੇ, ਨਾਲੇ ਮੈਂ ਕੋਈ ਨਹੀਂ, ਮੇਰੇ ਸਾਹਮਣੇ ਬੈਠੇ ਵਾਈਫ ਮੇਰੇ। ਸੋ ਗੱਲ ਅਸਲ ਵਿੱਚ ਇਹ ਆ। ਫਿਰ ਦੇਖੋ, ਫ੍ਰੀ ਰੱਖਿਆ, ਮੈਂ ਕੋਈ ਖਰਚਾ ਨਹੀਂ ਲਿਆ। ਇੱਕ ਦਿਨ ਪ੍ਰੋਬਲਮ ਆ ਗਈ, ਉਹਦੀ ਧਰਮ ਪਤਨੀ ਕਹਿਣ ਲੱਗੀ ਤੇ ਮੈਂ ਤੇਰੀ ਰੋਟੀ ਤੇ ਬਣਾ ਸਕਦੀ ਹੈ, ਇਹਦੀ ਨਹੀਂ ਬਣਾਣੀ। ਇਹ ਫਿਰ ਇਹੀ ਆ ਵੀ ਤੁਸੀਂ ਆਪਣਾ ਜੁੱਲੀ ਬਿਸਤਰਾ ਚੱਕ ਲਓ ਭਾਈ, ਫਿਰ ਇਹੀ ਹੋ ਸਕਦਾ। ਇਹ ਹਾਲਤ ਆ ਸਾਡੀ। ਸੋ ਗੱਲ ਅਸਲ ਵਿੱਚ ਆ, ਜੇ ਵਿਸ਼ਵਾਸ ਨਹੀਂ ਸੀ, ਅਸੀਂ ਵਿਸ਼ਵਾਸ ਹੀ ਨਹੀਂ ਰੱਖ ਰਹੇ। ਇੱਕ ਗੱਲ ਹਰਜੀਤ ਸਾਹਿਬ, ਆਪਣੀ ਜ਼ਿੰਦਗੀ 'ਚ ਹਰ ਬੰਦੇ ਨੂੰ, ਵੈਸੇ ਜਦੋਂ ਅਸੀਂ ਆਨੰਦ ਕਾਰਜਾਂ ਉੱਤੇ ਬੋਲਦੇ ਹਾਂ, ਮੈਂ ਇੱਕੋ ਗੱਲ ਕਹਿੰਦਾ ਨਾ ਤੇ ਬੱਚਿਓ, 4 ਦੀਵਾਰੀ ਦੇ ਅੰਦਰ ਜਿਹੜੀ ਤੁਹਾਡੀ ਪ੍ਰੋਬਲਮ, ਇਹਨਾਂ ਨੂੰ ਬਾਹਰ ਨਾ ਕੱਢੋ। ਜੇ ਇੱਦਾਂ ਤੁਸੀਂ ਬਾਹਰ ਕੱਢ ਲਈ, ਡਿਵੋਰਸ ਤੇ ਸਾਈਨ ਹੋ ਜਾਣੇ। ਸੋ ਇਸ ਕਰਕੇ ਥੋੜਾ ਜਿਹਾ ਵਿਸ਼ਵਾਸ। ਮੈਂ ਕਈ ਵਾਰੀ ਕੰਮ ਤੇ ਵੀ ਹੱਸਦਾ ਹੁੰਦਾ ਸੀ, ਯਾਰ ਲੋਕਾਂ ਦੀਆਂ ਵਾਈਫਾਂ ਭਾਈ ਨੇ, ਮੈਂ ਤੇ ਬੜਾ ਏਡਾ ਵਧੀਆ ਬੰਦਾ ਨਹੀਂ, ਮੈਨੂੰ ਸਾਰਾ ਕੁਝ ਦਿੱਤਾ ਜਾਂਦੀ ਨਹੀਂ। ਕ੍ਰੀਏਟ ਕਰੋ ਯਾਰ, ਵਿਸ਼ਵਾਸ ਹੀ ਨਹੀਂ ਹੈਗਾ ਤੁਹਾਨੂੰ ਇੱਕ ਦੂਜੇ। ਤੁਸੀਂ ਗੁਰੂ ਮਹਾਰਾਜ ਦੇ ਸਾਹਮਣੇ ਬੈਠ ਕੇ ਪਰਨ ਕੀਤਾ ਯਾਰ, ਨਿਆਣਿਆਂ ਨੂੰ ਤਾਂ ਛੱਡੋ, ਤੁਸੀਂ ਆਪ ਖੂਹ 'ਚ ਡਿੱਗੇ ਹੋਏ ਸੀ। ਜਿਨ੍ਹਾਂ ਨੇ 2 ਆਮ ਤੁਸੀਂ ਦੇਖੋਗੇ, ਹਸਬੈਂਡ ਵਾਈਫ ਦਾ ਵੱਖੋ ਵੱਖਰਾ ਅਕਾਊਂਟ ਹੈ। ਮੈਂ ਪੁੱਛਦਾ ਨਾ ਵੀ ਸਾਈਨ ਕਿੱਦਾਂ ਕਰਨੇ। ਇਹ ਸਾਡੀ ਹਾਲਤ ਹੈ। ਸੋ ਜਿੰਨਾ ਚਿਰ ਅਸੀਂ ਵਿਸ਼ਵਾਸ ਨਹੀਂ ਕ੍ਰੀਏਟ ਕਰਦੇ, ਸਬਰ ਸੰਤੋਖ ਰੱਖੀਏ ਯਾਰ, ਬਿਲਕੁਲ ਭਾਈ, ਕੋਈ ਲੈ ਨਹੀਂ ਜਾਂਦਾ ਇੱਥੋਂ। ਸੋ ਗੱਲ ਵਿੱਚ ਆ ਤੇ ਆਈ ਮਾਈ ਤੇ ਮੀ ਜਦੋਂ ਤੁਸੀਂ ਕੱਢ ਦੋਗੇ, ਆਪਾਂ ਸ਼ਬਦ ਵਰਤ ਲਓ, ਕਦੀ ਪ੍ਰੋਬਲਮ ਨਹੀਂ ਆਵੇ। ਥੈਂਕ ਯੂ ਜੀ। ਧੰਨਵਾਦ ਜੀ ਖਾਲਸਾ ਜੀ, ਧੰਨਵਾਦ। ਗੱਲ ਇਹ ਹੈ ਜੀ, ਈਵਨ ਮੈਂ ਤਾਂ ਕਹਿੰਦਾ ਤੁਹਾਡੇ ਭਰ ਦੀ, ਤੁਹਾਡੇ ਸ਼ੀਸ਼ੇ, ਤੁਹਾਡੇ ਮੀਆਂ ਬੀਵੀ ਦੀ ਮੁਸ਼ਕਿਲ ਬੱਚਿਆਂ ਦੇ ਵਿੱਚ ਵੀ ਡਿਸਕਸ ਨਹੀਂ ਹੋਣੀ ਚਾਹੀਦੀ। ਜਵਾਕ ਫਿਰ ਇੱਕ ਪਾਸਾ ਲੈ ਜਾਂਦੇ, ਦੋਨਾਂ 'ਚ ਕਰ ਦਿੰਦੇ ਆ ਕੰਮ ਉਹ, ਤੇ ਆਪ ਸੁਲਝਾਉਣੀ ਚਾਹੀਦੀ ਹੈ। ਤੀਜਾ ਬੰਦਾ ਨਹੀਂ। ਤੀਜੇ ਬੰਦੇ ਦਾ, ਮੇਰੇ ਦੋਸਤ ਦਾ ਕੀ ਮਤਲਬ ਆ ਮੈਨੂੰ ਮੇਰੇ ਘਰ ਦੇ ਵਿੱਚ ਆ ਕੇ ਉਹ ਕਹੇ ਤੈਂ ਹਾਕ ਮਾਰਿਆ, ਤੇਰੀ ਘਰ ਵਾਲੀ ਨੇ ਪਾਣੀ ਨਹੀਂ ਲਿਆਂਦਾ, ਵੀ ਤੈਂ ਡੋਕੇ ਲੈਣੇ ਆ, ਤੈਨੂੰ ਪਾਣੀ ਮੈਂ ਲਿਆ ਤਾਂ ਤੈਨੂੰ ਮੇਰੀ ਘਰ ਵਾਲੀ ਦਾ ਪਾਣੀ ਲਿਆਉਣ ਦਾ ਕੀ ਮਤਲਬ ਹੈ? ਮਤਲਬ ਜਿਹੜੀ ਕਹਾਣੀ ਬਹੁਤ ਬਾਹਰ ਬੰਦੇ ਕਹਿੰਦੇ ਨੇ ਕਈ ਵਾਰ, ਲੈ ਦਾ ਨੱਚਣ ਨੂੰ ਕਿਹਾ ਸੀ, ਸਾਡੇ ਵਾਲੀਆਂ ਨੱਚਦੀਆਂ ਸੀ, ਤੈਂ ਕਿਹਾ ਸੀ ਤੇਰੇ ਵਾਲੀ ਨੱਚੀ ਉਹ ਨਹੀਂ ਆ ਕੇ, ਹੁਣ ਉਹਨੂੰ ਨਹੀਂ ਨੱਚਣਾ ਆਉਂਦਾ ਹੋਊ। ਉਹ ਧੀਮੀ ਭਗਤ ਆ ਇਹ, ਬਸ
ਉਹਨੇ ਜਾ ਕੇ ਘਰੇ ਮੈਨੂੰ ਮੈਂ ਉਹ ਕਹਿਤਾ ਬਸ ਉਹਨੇ ਘਰੇ ਕਲੇਸ਼ ਪਾ ਲੈਣਾ। ਜਿਹਨੇ ਤੀਵੀਂ ਭਗਤ ਕਿਹਾ ਬਾਂਹ ਉਹਦੀ ਕਮਾਉਣ ਦੀ ਲੋੜ ਹੈ, ਜਦੇ ਖੂੰਜੇ ਉਹਨੂੰ ਲਾਉਣ ਦੀ ਲੋੜ ਹੈ। ਅੱਛਾ ਹੋਰ ਦੇਖ ਲਿਓ ਤੁਸੀਂ ਇੱਥੇ ਆ ਇਕੱਠਾਂ ਕੁੱਠਾਂ 'ਚ ਦੇਖੀਦਾ ਸੀ ਜਿਹੜੀਆਂ ਸਿੰਗਲ ਜਾਂ ਵਿਚਾਰੀਆਂ ਡਿਵੋਰਸ ਨੇ, ਉਹਨਾਂ ਦੇ ਆਲੇ ਦੁਆਲੇ ਨਾ ਵਾਈਨ ਤੇ ਸ਼ੈਂਪੇਨ ਦਾ ਗਲਾਸ ਐਂ ਲਈ ਫਿਰਨਗੇ ਜਿਵੇਂ ਚੌਲਾਂ ਦਾ ਜੱਗ ਲੱਗਿਆ ਹੁੰਦਾ ਪਿੰਡ। ਫਿਸ ਲਿਆਵਾਂ ਜੀ, ਇੱਕ ਕਹੀ ਚੱਲੇ ਖੜਾ ਫਿਸ ਲਿਆਵਾਂ, ਮੈਂ ਕਿਹਾ ਲਿਆ ਦੇ ਫਿਸ, ਕੇਕੜੇ ਵੀ ਲਿਆ ਦੇ 2, ਸਕੈਲਪ ਵੀ ਲਿਆ ਦੇ ਨਾਲ, ਇਹਨੂੰ ਝੀਂਗਾ ਮੱਛੀ ਲਿਆ ਦੇ ਨਾਲ, ਪ੍ਰੌਨਸ ਲਿਆ ਦੇ। ਉਹ ਜਿਹੜੀ ਘਰ ਵਾਲੀ ਬੈਠੀ ਆ ਉਹਨੂੰ ਪਾਲਕ ਦੇ ਪਕੌੜੇ ਹੀ ਦੇ ਆ ਗੇੜੇ ਨਾਲ। ਕਈ ਇਹਨਾਂ ਨੇ ਐਡੀ ਬੇਪਰਤੀਤੀ ਕੀਤੀ, ਧੋਖਾ, 40 45 ਸਾਲ ਵਿਆਹ, ਡਿਵੋਰਸ ਹੋ ਗਿਆ। ਘੱਟੋ ਘੱਟ ਜਨਾਨੀ ਦਾ ਹੱਕ ਹੀ ਦੇ ਦਿਓ ਤੁਰਨੀ ਦਾ, ਵੀ ਆ ਲੈ ਫੜ, ਆ ਕੁਛ ਬਣਾਇਆ ਸੀ, ਆ ਤੇਰਾ, ਤੋੜ ਦਿੰਦੇ ਨੇ, ਆ ਚੱਕ 20-50 ਹਜ਼ਾਰ। ਉਹ ਜਿਹੜੀਆਂ ਕਤਿੱਤਾਂ ਜਿਹੜੀਆਂ ਨੇ ਉਹ ਕਤਿੱਤਾਂ ਨੇ। ਜੇ ਜੁਰਕਾ ਹੋਵੇ ਉਹ ਕਹੇ ਤੂੰ ਆ ਮੇਰੇ ਜਵਾਕਾਂ ਦੀ ਮਾਂ, ਤੈਂ ਲਾਈ ਆ ਜ਼ਿੰਦਗੀ, ਤੈਂ ਦਿੱਤੀ ਆ ਅਗਲੀ ਪੀੜ੍ਹੀ, ਤੈਂ ਦਿੱਤਾ ਨੌ, ਚੱਲ ਹੁਣ ਨਹੀਂ ਬਣਦੀ, ਆ ਚੱਕ, ਔਖੀ ਨਾ ਹੋਈ, ਆ ਫੜ। ਇਹ ਹੈ ਕੁਛ ਕਰਨ ਦਾ। ਇਹਦੇ ਵਿੱਚ ਹੇਰ ਫੇਰ ਨਹੀਂ। ਉਹਦੇ ਨਾਲ ਤੁਸੀਂ ਕੀ, ਹਾਂ ਇਹਦੇ ਵਿੱਚ ਹੋਣਗੀਆਂ 10% ਜਿਹੜੀਆਂ ਸ਼ਮਕਾਂ ਦੇ ਨਾਲ ਜਿਨ੍ਹਾਂ ਨੇ ਕੁੱਟ ਕੇ ਘਰੋਂ ਕਢਾਏ ਹੋਣਗੇ, 10% ਨੇ। ਪਰ ਮਰਦ ਪ੍ਰਧਾਨ ਸਮਾਜ ਦੇ ਵਿੱਚ ਬੜਾ ਔਖਾ ਹੈ ਜੇ ਤੁਸੀਂ ਕਹੋ ਵੀ ਤੁਸੀਂ ਬੰਦਾ ਇਸਤਰੀ ਦੇ ਆਪਣਾ ਥੱਲੇ ਲੱਗਣ ਦੀ ਬੜੀ ਕਹਾਣੀ ਹੈ, ਬਹੁਤ ਵੱਡੀ। ਥੱਲੇ ਲੱਗ ਗਿਆ, ਥੱਲੇ ਕਿਹਦੇ ਥੱਲੇ ਲੱਗ ਗਿਆ? ਉਹ ਜਿਹਦੇ ਨਾਲ ਤੁਸੀਂ ਗੁਰੂ ਸਾਹਿਬ ਦੇ ਅੰਗ ਸੰਗ, ਗੁਰੂ ਸਾਹਿਬ ਨੂੰ ਜਾਗਤ ਜੋਤ ਚਬਰ ਤਖਤ ਦੇ ਮਾਲਕ ਦੇ ਸਾਹਮਣੇ, ਜਾਂ ਜਿਹੜੇ ਵੀ ਧਰਮ ਦੇ ਵਿੱਚੋਂ ਤੁਸੀਂ ਉਹਦੇ ਸਾਹਮਣੇ ਤੁਸੀਂ ਲਾਵਾਂ ਜਾਂ ਫੇਰੇ ਲਏ ਨੇ ਜਾਂ ਨਿਕਾਹ ਕੀਤਾ। ਸੋ ਮੈਂ ਇਹਨੂੰ ਆਪਣੇ ਹਿਸਾਬ ਨਾਲ ਦੱਸ ਰਿਹਾ ਜੀ ਤੁਹਾਨੂੰ ਵੀ ਇੱਕ ਬੰਨੇ ਉਹ ਹੈ ਜਿਨ੍ਹਾਂ ਨੇ ਅੰਦਰਲੀ ਚੀਜ਼ ਜਨਤਕ ਕਰਕੇ ਵਿੱਚੋਂ ਕੱਢ ਲਿਆ ਆਪਣੇ ਆਪ ਨੂੰ। ਥੋੜ੍ਹਾ ਜਿਹਾ ਈਗੋ ਨੂੰ ਮਾਰ ਕੇ ਜ਼ਿੰਦਗੀ ਸੌਖੀ ਬਹੁਤ ਹੋ ਸਕਦੀ ਹੈ, ਕਰਕੇ ਵੇਖਿਓ। ਆਖਰੀ ਕਾਲਰ ਪੰਗੂ ਸਾਹਿਬ ਤੇ ਫਿਰ ਪ੍ਰਾਪਰਟੀ ਟੈਕਸ ਦੀ ਗੱਲ ਕਰਦੇ ਹਾਂ। ਲਾਈਨ ਨੰਬਰ 1। ਹੈਲੋ ਸੌਰੀ ਭੈਣ ਜੀ, ਸਤਿ ਸ਼੍ਰੀ ਅਕਾਲ। ਓਕੇ, ਕੋਈ ਗੱਲ ਨਹੀਂ ਵੀਰ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਸਤਿ ਸ਼੍ਰੀ ਅਕਾਲ ਵੀਰ ਜੀ। ਮੈਂ ਟੌਪਿਕ ਤੇ ਤਾਂ ਕੁਝ ਵੀ ਨਹੀਂ ਕਹਿਣਾ ਜੀ, ਬਸ ਮੈਂ ਇੰਨਾ ਹੀ ਕਹਿਣਾ ਸੀ ਵੀ ਮੈਨੂੰ ਸੁਣ ਕੇ ਨਾ ਇੰਨਾ ਚੰਗਾ ਲੱਗ ਰਿਹਾ ਸੀ ਨਾ ਤੁਹਾਡੀ ਬੋਲ ਬਾਣੀ, ਵਾਓ, ਕੁਝ ਨਹੀਂ ਕਹਿਣਾ ਇਸ ਤੋਂ ਅੱਗੋਂ। ਕੋਈ ਨਾ ਭੈਣ ਜੀ, ਧੰਨਵਾਦ ਜੀ, ਬਹੁਤ ਜ਼ਿਆਦਾ ਵਧੀਆ ਵੀਰ ਜੀ, ਥੈਂਕ ਯੂ ਭੈਣ ਜੀ, ਥੈਂਕ ਯੂ, ਜਿਉਂਦੇ ਰਹੋ, ਥੈਂਕ ਯੂ। ਸੋ ਮੇਰੇ ਕਹਿਣ ਦਾ ਮਤਲਬ ਇਹ, ਮੈਨੂੰ ਨਾ ਜਦ ਗਿੰਨੀ ਸਿੰਘ ਉਹਨਾਂ ਨੇ ਭੇਜੀ ਯਾਰ, ਮੈਂ ਕਿਹਾ, ਮੈਨੂੰ ਕਹਿੰਦਾ ਬਾਈ ਜੀ ਕਰੇਜ ਦੇਖਦੇ ਹੋ ਬੰਦੇ ਦਾ? ਉਹ ਮੈਂ ਸੁਣਾ ਵੀਡੀਓ ਤੇ ਮੈਂ ਪੱਥਰ ਹੋਵਾਂ। ਮੈਂ ਕਿਹਾ ਯਾਰ ਕਮਾਲ ਹੋ ਗਈ। ਐਂ ਗਲਤੀ ਮੰਨ ਕੇ ਬੰਦੇ ਮੰਨ ਜਾਂਦੇ ਆ ਗਲਤੀ, ਬੰਦਾ ਤੇ ਗਲਤੀ ਤੇ ਮੰਨਣਾ। ਮਿੱਤਰੋ ਬਹੁਤ ਔਖੇ ਨੇ ਘਰ ਦੀ ਛੱਤ ਜਿਹੜੀ ਸਾਂਭਣੀ ਇਸ ਸਮੇਂ, ਬਹੁਤ ਔਖੀ ਹੈ ਅਫੋਰਡ ਕਰਨੀ। ਅਖੀਰ ਸਾਂਭਣਾ ਜੀ ਨੇ ਆ, ਜਦ ਹੱਡਾਂ ਨੇ ਮਾਸ ਛੱਡਣਾ ਨਾ, ਫਿਰ ਜਿਹੜੀ ਰੋਟੀ ਦੀ ਜਾਂ ਬੁਰਕੀ ਜਾਂ ਚਾਹ ਦੀ ਘੁੱਟ ਸਰਦਾਰਨੀਆਂ ਨੇ ਲਿਆਉਣੀ ਹੈ, ਕਿਸੇ ਨੇ ਨਹੀਂ ਆਉਣਾ ਉੱਥੇ। ਜਵਾਕਾਂ ਨੇ ਆਪਣਾ, ਜਿਹੜੇ ਜਵਾਕਾਂ ਲਈ ਹੁਣੇ ਹੀ ਬੇਸਮੈਂਟਾਂ ਸੈੱਟ ਕਰਦੇ ਫਿਰਦੇ ਹੋ, ਉਹਨਾਂ ਨੇ ਕੀ ਕਰ ਲੈਣਾ? ਤੇਜਵਿੰਦਰ ਸਿੰਘ ਜੀ ਆਖਰੀ ਕਾਲਰ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਤਾਂ ਇਸ ਵਿੱਚ ਸਿਰਫ ਇੱਕੋ ਗੱਲ ਕਹਿਣੀ ਹੈ ਜੀ। ਮੈਨੂੰ ਕਿਸੇ ਨੇ ਚੁਟਕਲਾ ਸੁਣਾਇਆ ਸੀ ਪਿੱਛੇ ਜੀ, ਸ਼ਾਇਦ ਤੁਸੀਂ ਸੁਣਿਆ ਵੀ ਹੋਵੇ। ਕਹਿੰਦਾ ਜੇ ਬਾਈ ਦਾ ਪਿਆਰ ਹੋਵੇ ਤੇ ਭਰਾਵਾਂ 'ਚ ਪਿਆਰ ਬਹੁਤ ਆ। ਮਾਂ ਪੁੱਤ ਦਾ ਪਿਆਰ ਹੋਵੇ ਤੇ ਕਹਿੰਦਾ ਬਹੁਤ ਲਾਡਲਾ ਪੁੱਤ ਆ। ਭੈਣ ਭਾਈ ਦਾ ਪਿਆਰ ਹੋਵੇ ਤੇ ਕਹਿੰਦਾ ਬਹੁਤ ਵੀਰ ਚੰਗਾ ਆ। ਕਹਿੰਦਾ ਫਿਰ ਜਦੋਂ ਜਨਾਨੀ ਦੀ ਵਾਰੀ ਆਉਂਦੀ, ਕਹਿੰਦਾ ਜਨਾਨੀ ਨਾਲ ਪਿਆਰ ਹੋਵੇ ਸਾਡੇ ਕਹਿੰਦੇ ਕੰਜਰ ਥੱਲੇ ਲੱਗਾ। ਇਹੀ ਕਹਿੰਦੇ ਹਾਂ, ਇਸ ਤਰ੍ਹਾਂ ਹੀ ਕਹਿੰਦੇ। ਓਕੇ, ਸਤਿ ਸ਼੍ਰੀ ਅਕਾਲ। ਥੈਂਕ ਯੂ। ਸੋ ਐਨੀਵੇਜ਼, ਪਲੀਜ਼ ਅੱਜ ਮੀਆਂ ਬੀਵੀ ਜਿਹੜੇ ਲੜਦੇ ਆ, ਸਾਰੇ ਆਪਾਂ ਲੜਦੇ ਆ, ਮੈਂ ਵੀ ਲੜਦਾ, ਮੈਂ ਵੀ ਤੁਹਾਡੇ ਚੋਂ ਹੀ ਆ, ਸਾਰੇ ਲੜਦੇ ਆ ਆਪਾਂ। ਜਿੰਨੇ ਵੀ ਲੜਦੇ ਹੋ, ਚਾਹੇ ਬੰਦਾ ਲੜਦਾ ਪਹਿਲਾਂ, ਚਾਹੇ ਇਸਤਰੀ ਲੜਦੀ ਹੈ, ਅੱਜ ਤੋਂ ਬਾਅਦ ਇਹ ਆਪਾਂ ਸਹੀ ਕਰੀਏ ਵੀ ਆਪਾਂ ਲੜਨਾ ਨਹੀਂ। ਤੇ ਨਾਲ ਜੈਫਰੀ ਟੂਬਨ ਨੂੰ ਦੇਖ ਲਿਓ, CNN ਦੀ ਇੰਟਰਵਿਊ 'ਚ ਉਹਨੇ ਕੀ ਕਿਹਾ। ਮੁੜ ਕੇ ਆਉਣਾ ਆ ਕੇ ਗੱਲ ਤੋੜਦਾ ਆਪਣੀ ਪ੍ਰਾਪਰਟੀ ਟੈਕਸ ਦੀ, ਪੰਜਾਬੀਆਂ ਦੇ ਪ੍ਰਾਪਰਟੀ ਟੈਕਸ ਦੀ। ਘਰ ਦੀ ਛੱਤ ਸਭ ਤੋਂ
ਵੱਡਾ ਸਾਡੇ ਮਨ ਦਾ ਚਾਅ ਜਿੱਦਣ ਤੋਂ ਆ ਜਾਂਦੇ ਆ ਸਾਰੇ, ਪਹਿਲਾਂ ਰੋਟੀ ਤੇ ਵੀ ਜਾਂ ਪਹਿਲੇ ਕੁ ਦਿਨ 5-4 ਦਿਨ ਬਸ ਦੋਨੇ ਕੰਮ ਕਰਿਓ, ਹਲੇ ਜਵਾਕ ਜੱਲਾ ਜਿਹੜਾ 2-3 ਸਾਲ ਰਹਿਣ ਦਿਓ, ਜਾਨੂੰ ਜਵਾਕ ਜੱਲੇ ਤੱਕ ਮਾਪੇ ਆ ਜਾਣਗੇ ਤੇ ਬਸ ਫਿਰ ਅਸੀਂ ਵੀ ਕਰਾਂਗੇ ਮਦਦ। 5% ਡਾਊਨ ਦੇ ਕੇ ਸਰ ਜਾਂਦਾ। ਘਰ 3-4 ਲੱਖ ਦਾ ਹੁੰਦਾ ਸੀ, 25,000 ਜੋੜ ਕੇ ਗੱਲ ਕਰ ਲੈਂਦੇ ਸੈੱਟ। ਹੁਣ 25 ਦਾ ਤਾਂ ਫਰਨੀਚਰ ਨਹੀਂ ਆਉਂਦਾ, ਉਹ ਵੀ ਖੇ ਖੁਆਰੀ ਹੁੰਦੀ ਆ ਪੂਰੀ, ਐਡੀ ਮਾੜੀ ਕਸਟਮਰ ਸਰਵਿਸ ਆ, ਸਤਿਆਨਾਸ਼ ਕਰ ਦਿੰਦੇ ਨੇ। ਜਿਹੜੇ ਚੰਗੇ ਨੇ ਉਹਨਾਂ ਨੂੰ ਧੰਨਵਾਦ ਹੈ, ਜਿਹੜੇ 2-2 ਸਾਲ ਹਾਲੇ ਤੱਕ ਅੱਧੇ ਮੇਜ਼ ਅੱਧੀਆਂ ਕੁਰਸੀਆਂ ਪਹੁੰਚੀਆਂ ਨਹੀਂ, ਇਹਦੇ ਤੇ ਵੀ ਗੱਲ ਕਰਦੇ ਆ ਕਿਸੇ ਦਾ। ਬਹੁਤ ਵੱਡੀ ਕੰਪਲੇਂਟ ਹੈ, ਜਿੰਨੇ ਫਰਨੀਚਰ ਸਟੋਰ ਨੇ ਉਹਨਾਂ ਦੇ ਵਿੱਚੋਂ ਮਾੜੇ ਤੇ ਚੰਗੇ ਤਜਰਬੇ ਵਾਲੇ ਦੇ ਸਟੋਰਾਂ ਦੀ ਇੱਕ ਦਿਨ ਗੱਲ ਮੈਂ ਕਰਨੀ ਹੈ। ਦੂਜੇ ਪਾਸੇ ਕਰੂੰ ਬੰਨਣਗਿਰੀ ਤੋਂ ਬਿਨਾਂ ਜੀ। ਇਹ ਹੁਣ ਕੀ ਹੋ ਰਿਹਾ, ਇਸ ਹਰ ਸਾਲ ਜਦ ਅਸੈਸਮੈਂਟ ਆਉਂਦੀ ਆ, ਤੁਹਾਡਾ ਘਰ ਜਿਹੜਾ ਤੁਸੀਂ ਕਦੇ ਨਹੀਂ ਵੇਚਣਾ, ਮਤਲਬ ਇੱਕੋ ਹੀ ਹੈ, ਛੱਤ ਬਣ ਗਈ ਉਹਦੇ 'ਚ ਰਹਿਣਾ, ਉਹਦੀ ਹਰ ਸਾਲ ਕੀਮਤ ਵਧਾਈ ਜਾਂਦੇ ਨੇ। ਇਸ ਵਾਰ 14% ਦੇ ਕਰੀਬ ਪ੍ਰੋਪਰਟੀ ਟੈਕਸ ਵੱਧ ਗਏ, ਜਿਹਦਾ 4,000 ਟੈਕਸ ਸੀ ਉਹਦਾ 4,500 ਹੋ ਗਿਆ। ਜੇ ਮੈਂ ਇਕੱਲੇ ਸਰੀ ਦਾ ਹੀ ਲਾਵਾਂ ਹਿਸਾਬ ਕਿਤਾਬ, 2016 ਦੇ ਵਿੱਚ 1,80,000 ਡਵੈਲਿੰਗ ਸੀ, ਜਿਹ 'ਚ ਲੋਕ ਰਹਿੰਦੇ ਆ, ਚਾਹੇ ਟਾਊਨ ਹਾਊਸ ਸੀ, ਕੌਂਡੋ ਸੀ, ਰੋ ਹਾਊਸ ਸੀ, ਸਿੰਗਲ ਫੈਮਿਲੀ ਸੀ। 5 ਸਾਲਾਂ 'ਚ ਹੁਣ ਜੇ ਆਪਾਂ 3 ਲੱਖ ਵੀ ਲਾ ਲਈਏ, 3 ਲੱਖ ਹੀ ਘਰ ਟਾਊਨ ਹਾਊਸ ਕੌਂਡੋ ਟੋਟਲ ਸਰੀ 'ਚ। ਹਲੇ ਇਹ 16 ਦੀ ਮਰਦਮਸ਼ੁਮਾਰੀ ਦੱਸ ਰਿਹਾ ਮੈਂ ਤੁਹਾਨੂੰ। ਹੁਣ ਮੈਂ ਕਿਉਂਕਿ ਲਾਉਣਾ ਨਹੀਂ ਸੀ ਲਾਉਂਦਾ ਹਿਸਾਬ ਕਿਤਾਬ ਜਾਂ 5 ਸਾਲਾਂ ਦੇ ਵਿੱਚ ਮੈਂ ਡਬਲ ਲਾਉਣਾ। ਗਿਣਤੀ ਜਦ 4.5 ਲੱਖ ਸੀ, ਹੁਣ 7.5 ਲੱਖ ਹੈ, 3/4 ਮਿਲੀਅਨ ਹੈ। ਹੁਣ ਜੇ 3 ਲੱਖ ਘਰਾਂ ਦਾ $400 ਵੀ ਜਿਹੜਾ ਪ੍ਰੋਪਰਟੀ ਟੈਕਸ ਵਧਿਆ ਹੋਵੇ, $120 ਮਿਲੀਅਨ ਹੋ ਗਿਆ ਇੱਕ ਸਾਲ ਦਾ, 120 ਮਿਲੀਅਨ। ਇਹ ਸਰੀ ਦੀ ਆ ਇਕੱਲੀ ਦੀ ਗੱਲ। ਸੇਵਾਵਾਂ 120 ਮਿਲੀਅਨ ਦੇ ਵਿੱਚੋਂ ਕਿਹੜੀਆਂ ਜਾੜੀਆਂ ਨੇ, ਉਹ ਸੇਵਾਵਾਂ ਦੀ ਗੱਲ, ਸੇਵਾਵਾਂ ਦਾ ਮੁਲਾਂਕਣ ਫੇਰ ਹੋਏਗਾ। ਮੈਂ ਹਾਲੇ ਤਾਂ ਪੈਸੇ ਜਾਣ ਦੀ ਗੱਲ ਕਰਦਾ। ਅੱਛਾ, ਜਿਸ ਦਿਨ ਬੰਦੇ ਨੇ 20 ਸਾਲ ਪਹਿਲਾਂ ਘਰ ਲਿਆ ਸੀ 3 ਸਟੋਰੀ, ਉਹ 4 ਲੱਖ ਦਾ ਸੀ, ਕਿਉਂਕਿ 4 ਲੱਖ ਦੇ ਲਈ ਉਹ ਕੁਆਲੀਫਾਈ ਮਸਾ ਹੋਇਆ। 4 ਲੱਖ ਦੇ ਹਿਸਾਬ ਨਾਲ ਉਹ ਜਿਉਇਆ। ਹੁਣ ਉਹ 4 ਲੱਖ ਦਾ ਘਰ 16 ਲੱਖ ਦਾ ਹੋ ਗਿਆ, ਉਹਨੇ ਤਾਂ ਵੇਚਿਆ ਨਹੀਂ, ਉਹ ਤਾਂ 4 ਲੱਖ ਦੇ ਹਿਸਾਬ ਨਾਲ ਜਦ ਅਫੋਰਡ ਕਰਦਾ ਸੀ। ਅਮਰੀਕਾ ਦੇ ਵਿੱਚ ਕਈ ਸੂਬਿਆਂ 'ਚ ਇਸ ਤਰ੍ਹਾਂ ਵੀ ਜਿੱਦਣ ਤੁਸੀਂ ਘਰ ਲਿਆ, ਤੁਸੀਂ ਮਿਲੀਅਨ ਦਾ ਘਰ ਲਿਆ, ਮਿਲੀਅਨ ਦੇ ਹਿਸਾਬ ਨਾਲ ਤੁਹਾਡਾ ਪ੍ਰੋਪਰਟੀ ਟੈਕਸ ਉਹਨਾਂ ਨੇ ਤੁਹਾਡੇ ਤੋਂ ਲਈ ਜਾਣਾ। ਜਿੰਨੇ ਸਾਲ ਤੁਸੀਂ ਰਹਿਣਾ ਰਹੀ ਚਲੋ, ਜਿੱਦਣ ਤੁਸੀਂ 2 ਮਿਲੀਅਨ ਦਾ ਅਫੋਰਡ ਕਰੋਗੇ, ਮਿਲੀਅਨ ਦਾ ਵੇਚ ਕੇ 2 ਮਿਲੀਅਨ ਦਾ ਲਾਓਗੇ, ਉਦੋਂ ਤੋਂ 2 ਮਿਲੀਅਨ ਦਾ ਟੈਕਸ ਲੱਗਣ ਲੱਗ ਜੂ, ਕਿਉਂਕਿ ਹੁਣ ਤੁਸੀਂ 2 ਮਿਲੀਅਨ ਅਫੋਰਡ ਕਰਦੇ ਹੋ। ਹੁਣ ਜਿਹਨੇ ਵੇਚਣਾ ਨਹੀਂ, ਉਦੋਂ ਹਰ ਸਾਲ ਉਹਦੀ ਸੰਘੀ ਕਾਹਦੇ ਲਈ ਕੁੱਟਦੇ ਹੋ? ਅਸੈਸਮੈਂਟ ਜੀ, ਅਸੈਸਮੈਂਟ ਨੂੰ ਚੈਲੰਜ ਕਰ ਦਿਓ। ਕਿਹੜਾ ਚੈਲੰਜ ਕਰਦਾ ਅਸੈਸਮੈਂਟ ਨੂੰ? ਹਫ਼ਤੇ ਬਾਅਦ ਕੇਸੀ ਨਹਾਉਣ ਦਾ ਤਾਂ ਸਮਾਂ ਨਹੀਂ ਮਿਲਦਾ 7ਵੇਂ ਦਿਨ। ਜਿਹਨੇ ਉਦੋਂ ਵਸਮਾ ਲਾਉਣਾ ਉਹਦਾ ਡਬਲ ਹੋ ਜਾਂਦਾ ਕੰਮ। ਤੇ ਇਹ ਜਿਹੜਾ ਪ੍ਰੋਪਰਟੀ ਟੈਕਸ ਵੱਧ ਰਿਹਾ ਹਰੇਕ ਸਾਲ, ਐਤਕੀ 14% ਸਰੀ ਵਾਲਾ ਐਵਰੇਜ $400 ਤੋਂ $500 ਵੱਧ ਗਿਆ। ਸੋ 100-125 ਮਿਲੀਅਨ ਇੱਕ ਸਾਲ ਦੇ ਵਿੱਚ ਸ਼ਹਿਰ ਦੇ ਕੋਲ ਜਾਣਾ ਹੈ। ਤੇ ਕਿਤੇ 128 ਤੋਂ ਕਿੰਗ ਜਾਰਜ ਤੇ 80 ਐਵਨਿਊ ਤੇ ਜਾ ਕੇ ਦੇਖਿਓ, ਦਹੀਂ ਦਾ ਮਟਕਾ ਜਿਹਾ ਲੈ ਲਿਓ। ਜੇ ਨਾ ਕਿੰਗ ਜਾਰਜ ਤੱਕ ਲੱਸੀ ਬਣ ਜੇ ਤਾਂ ਕਹਿ ਦਿਓ। ਇਹ ਜਿਹੜਾ ਨਾ, ਇਹ ਚੀਜ਼ ਲੋਕਾਂ ਨੂੰ ਤੰਗ ਕਰ ਰਹੀ ਹੈ। ਜਿਹਨੇ ਘਰ ਵੇਚਣਾ ਹੀ ਨਹੀਂ, ਲੈਣ ਵੇਲੇ ਪ੍ਰੋਪਰਟੀ ਟਰਾਂਸਫਰ ਟੈਕਸ, ਚਲੋ ਵੇਚਣ ਵੇਲੇ ਹੁਣ ਤੁਸੀਂ ਕੈਪੀਟਲ ਗੇਨ 'ਚ ਪਾਈ ਜਾਂਦੇ ਹੋ, ਨਹੀਂ ਲੈਂਦੇ, ਇਹ ਵੀ ਲਾਉਣ ਵਾਲੇ ਨੇ, ਤਿਆਰੀ 'ਚ ਬੈਠੀ ਹੈ ਸਰਕਾਰ, ਲਾ ਦੇਣਾ ਉਹਨਾਂ ਨੇ। ਤੇ ਪਰ ਉਹਨੂੰ ਪ੍ਰੋਪਰਟੀ ਟੈਕਸ ਹਰ ਸਾਲ ਬੰਦੇ ਦਾ ਕਿਉਂ ਵੱਧ ਰਿਹਾ ਹੈ? ਕਿਉਂ ਉਹ 3,000, 1,500, 2,000, 2,500, 3,000, 3,500, 4,000? ਸਕੂਲਾਂ ਦੇ ਵਿੱਚੋਂ, ਚਲੋ ਕਮਿਊਨਿਟੀ ਦੀ ਗੱਲ ਹੈ, ਸਕੂਲਾਂ 'ਚੋਂ ਬੱਚੇ ਪਾਸ ਕਰਕੇ, ਕਈਆਂ ਨੇ ਸਕੂਲਾਂ 'ਚ, ਪਬਲਿਕ ਸਕੂਲਾਂ 'ਚ ਜਵਾਕ ਪੜ੍ਹਾਏ ਨਹੀਂ, ਸਕੂਲਾਂ ਦੇ ਖਰਚੇ, ਚਲੋ ਅਗਲੀ ਕਮਿਊਨਿਟੀ ਆਉਂਦੀ ਆ, ਕੋਈ ਨਾ, ਕੋਈ ਗੱਲ ਨਹੀਂ, ਤੁਸੀਂ ਲੈ ਲਓ। ਪਰ ਹਰ ਸਾਲ ਵੱਧਦੇ ਪ੍ਰੋਪਰਟੀ ਟੈਕਸ ਬਾਰੇ ਕੀ ਕਹਿੰਦੇ ਹੋ? 604, 204, 0, 600 ਤੇ
ਸਰ ਸਵਰਨਜੀਤ ਸਿੰਘ ਕਾਲਾ ਜੀ, ਲਾਈਨ ਨੰਬਰ 1। ਸਤਿ ਸ੍ਰੀ ਅਕਾਲ ਜੀ ਗੱਲ ਸਾਹਿਬ ਜੀ ਸਤਿ ਸ਼੍ਰੀ ਅਕਾਲ ਬਾਈ ਜੀ। ਇਹ ਤਾਂ ਗੱਲ ਸਾਹਿਬ ਜਿਵੇਂ ਕਹਿੰਦੇ ਹੁੰਦੇ ਨਾ, ਦਿਲਾਂ ਦੇ ਰਾਹ ਹੁੰਦੇ ਆ। ਅਸੀਂ ਤਾਂ ਕਈਆਂ ਦਿਨਾਂ ਦੇ ਜਿੱਦਣ ਦੀਆਂ ਚਿੱਠੀ ਆਈ ਆ, ਮੈਂ ਤਾਂ ਉਹ ਦੂਜੇ ਘਰੇ ਚਿੱਠੀ ਆਈ ਸੀ ਤੇ ਲੈਣ ਨਹੀਂ ਗਿਆ। ਮੈਨੂੰ ਵਾਰ-ਵਾਰ ਰੈਂਟ ਵਾਲੇ ਫੋਨ ਕਰਦੇ ਤੁਹਾਡੀ ਚਿੱਠੀ ਆਈ ਪਈ। ਮੈਂ ਕਿਹਾ ਵੀਕਐਂਡ ਹੀ ਖਰਾਬ ਹੋਣਾ। ਚਿੱਠੀ ਦੇਖ ਕੇ ਤੇ ਉਹ ਪਤਾ ਲੱਗ ਗਿਆ ਲੋਕਾਂ ਤੋਂ ਆਲੇ ਦੁਆਲੇ ਵੀ ਟੈਕਸ ਹੈ 500-700 ਵੱਧ ਭੇਜੇ ਆ। ਤੇ ਇਹ ਗੱਲ ਸਾਹਿਬ ਉਹ ਇੰਨਾ ਵੀ ਜਿਵੇਂ ਇੱਕ ਪਾਸੇ ਤਾਂ ਹੁਣ ਗੌਰਮੈਂਟ ਕਹਿ ਰਹੀ ਆ ਵੀ ਪਹਿਲਾਂ ਕਰੋਨਾ ਦੇ ਪੈਸੇ ਵੰਡਤੇ 2-2000, ਫਿਰ ਆ 500 ਰਿਲੀਫ ਦੇਤੀ, ਇਸ ਕਰਕੇ ਵੀ ਲੋਕ ਦੁਖੀ ਆ ਤੇ ਅਸੀਂ ਤੁਹਾਡੀ ਹੈਲਪ ਕਰਦੇ ਆ। ਤੇ ਮਤਲਬ ਜੇ ਉਹ 500 ਦੇ ਕੇ ਤੇ 1000 ਹੀ ਜੇਬ ਚੋਂ ਕੱਢਣਾ ਤੇ ਫਿਰ ਉਹ ਦੁਖੀ ਮਤਲਬ ਤੇ ਹੁਣ ਕਿਉਂਕਿ ਰੇਟ ਤਾਂ ਸਾਰੇ ਗੈਸ ਦਾ ਸਾਰੇ ਜਿੱਧਰ ਮਰਜ਼ੀ ਭੱਜ ਲਓ, ਸਾਰੇ $1 ਵਧਾ ਕੇ ਤੇ ਉਹ ਦੇਖ ਲਓ ਮਤਲਬ 4 ਛਪੇਰੇ ਉਹ ਸੰਗੀ ਨੱਪੀ ਮਤਲਬ ਸਾਰੇ ਪਾਸੇ ਪ੍ਰਾਈਸਾਂ ਅਪ ਹੋ ਗਈਆਂ। ਲੰਬਰ ਦੀ ਪ੍ਰਾਈਸ $25 ਦੀ ਪਲਾਈ 150 ਨੂੰ ਵਿਕ ਰਹੀ ਅੱਜ। ਉਹ ਸਾਰਾ ਪਾਸੇ ਮਤਲਬ ਇਹ ਥੋੜਾ ਜਿਹਾ ਜਿਵੇਂ ਹੁਣ ਇਹਦਾ ਕੋਈ ਜਿਵੇਂ ਤੁਸੀਂ ਦੱਸੋ ਵੀ ਹੱਲ ਕੀ ਹੈ? ਮਤਲਬ ਜਿਵੇਂ ਰੇਡੀਓ ਤੇ ਆਪਾਂ ਟਾਕ ਸ਼ੋ ਚਲਾਤਾ ਇੱਕ ਦਿਨ ਤੇ ਉਦੋਂ ਬਾਅਦ ਜਾਂ ਤਾਂ ਕੋਈ ਹੋਵੇ ਏਦਾਂ ਵੀ ਜਿਹੜਾ ਉਹਨਾਂ ਨੂੰ ਮੈਮੋਰੈਂਡਮ ਦਿੱਤਾ ਜਾਵੇ ਸਾਰੇ ਇਕੱਠੇ ਹੋ ਕੇ ਵੀ ਭਾਈ ਇਹ ਟੂ ਮੱਚ ਆ ਸਾਡੇ ਲਈ ਵੀ, ਸਾਨੂੰ ਦੀ ਮਾਰ ਨਹੀਂ ਲੱਗਿਆ। ਮਤਲਬ ਕਿਉਂਕਿ ਖਰਚਾ ਹੁਣ ਅਸੀਂ ਵੀ ਰੈਂਟ ਵਾਲੇ ਘਰ ਅਫੋਰਡ ਕਰਦੇ ਹਾਂ। ਮੈਂ ਟੈਕਸ ਭਰਾ ਕੇ ਆਇਆ ਪਰਸੋਂ ਤੇ ਮਤਲਬ 35% ਮੈਂ ਉਹਦੀ ਬਿੱਲ ਬੱਤੀ ਦਿੰਦਾ ਆਪ ਤੇ ਸਣੇ ਸਾਰਾ ਕੁਛ ਇੰਟਰਸਟ ਰੇਟ ਸਾਰਾ ਕੁਛ ਪੇ ਕਰਕੇ ਮੈਨੂੰ ਕਾਉਂਟੈਂਟ ਦੱਸਿਆ ਵੀ ਪੂਰੇ ਸਾਲ ਦਾ ਤੇਰੀ 1500 ਇਨਕਮ ਬਣੀ ਹੈ, ਤੈਨੂੰ 1500 ਫਾਇਦਾ ਹੋਇਆ ਪੂਰੇ ਘਰ ਚੋਂ ਵੀ ਰੈਂਟ ਦਾ ਇੰਟਰਸਟ ਦੇ ਕੇ ਤੂੰ ਬਿੱਲ ਬੱਤੀਆਂ ਦਿੰਦਾ। ਮਤਲਬ ਉਹ ਇੰਨੀ ਲੁੱਟ ਹੈ ਨਹੀਂ ਜੋ ਰੈਂਟ ਵਾਲੇ ਬੈਠੇ ਸੀਗਾ, ਪ੍ਰਾਈਸ ਵੱਧ ਗਈ ਚਲੋ ਵੱਖਰੀ ਗੱਲ ਆ, ਪਰ ਉਹ ਰੌਲਾ ਆਇਆ ਨਾ ਤਾਂ ਅਸੀਂ ਜਿਹੜੇ ਜਿੰਨਾ ਘਰਾਂ 'ਚ ਰਹਿੰਦੇ ਨਾ ਤਾਂ ਵੇਚਣੇ ਆ ਅਸੀਂ। ਮਤਲਬ ਉਹ ਇੱਕ ਇੰਨਾ ਅਸੈਸਮੈਂਟ ਭੇਜ ਦਿੰਦੇ ਆ, ਬੰਦਾ ਖੁਸ਼ ਹੋ ਜਾਂਦਾ ਵੀ 8 ਤੋਂ ਮੇਰਾ 12 ਦਾ ਹੋ ਗਿਆ ਤੇ ਮਗਰ ਉਹ ਟੈਕਸ ਵਾਲਾ ਠਾਹ ਕਰਦਾ ਥੋੜਾ ਮਾਰਦੇ ਆ ਤੇ ਚੱਪ ਹੋ ਜਾਂਦੇ ਆ ਤੇ ਹੁਣ ਲੋਕ ਭਰੀ ਜਾਣਗੇ ਜੀ। ਤੇ ਉਹ ਥੋੜਾ ਹੱਲ ਕੀ ਆ? ਮਤਲਬ ਉਹ ਹੱਲ ਵਾਲੇ ਪਾਸੇ ਤੁਰ ਗਏ, ਆਪਾਂ ਹੀ ਤੁਹਾਡੇ ਨਾਲ ਜੀ। ਬਿਲਕੁਲ ਠੀਕ ਆ ਜੀ, ਗੱਲ ਤੋਰਾਂਗੇ ਤਾਂ ਹੱਲ ਵੀ ਕਾਲਾ ਸਾਹਿਬ ਹੋਊ, ਤੁਹਾਡੀ ਗੱਲ ਪਹੁੰਚੇਗੀ, ਆਪਣੇ ਵੱਲੋਂ ਕੋਸ਼ਿਸ਼ ਹੈ। ਗੋਇਲ ਸਾਹਿਬ ਲਾਈਨ ਨੰਬਰ 2। ਹਾਂਜੀ ਨਮਸਕਾਰ ਜੀ। ਨਮਸਕਾਰ ਜੀ, ਕੀ ਹਾਲ ਹੈ ਜੀ? ਗਿਲ ਸਾਹਿਬ ਤਕੜੇ ਹੋ? ਹਾਂਜੀ ਗੋਇਲ ਸਾਹਿਬ ਕਾਇਮ ਆ, ਤੁਸੀਂ ਦੱਸੋ। ਮੈਂ ਕਿਹਾ 8 ਕੀ ਪੁੱਛਦੇ ਹੋ? ਵੈਰੀ ਗੁੱਡ, ਤੁਹਾਡੇ ਪਿਆਰ ਦੇ ਸਦਕੇ। ਥੈਂਕ ਯੂ, ਧੰਨਵਾਦ ਬਹੁਤ। ਹਾਂਜੀ ਸੋ ਗੱਲ ਇਹ ਹੀ ਦੇਖੋ ਸਿਟੀ ਹਰ ਸਾਲ ਵਧਾ ਰਹੀ ਹੈ। ਮੈਂ ਇੱਕ ਗੱਲ ਪੁੱਛਦਾ ਵੀ ਜਿਹੜੇ ਬੰਦੇ ਨੇ ਅੱਜ ਘਰ ਲੈ ਲਿਆ ਤੇ ਉਹਨੇ ਹੁਣ 50 20 ਸਾਲ 25 ਸਾਲ 30 ਸਾਲ ਵੇਚਣਾ ਨਹੀਂ, ਨਾ ਇੱਧਰ ਜਾਣਾ ਨਾ ਉਹ ਸੱਜੇ ਜਾਣਾ ਨਾ ਖੱਬੇ ਜਾਣਾ ਹੈ, ਤੇ ਫਿਰ ਉਹਦੇ ਦੱਸੋ ਕੀ ਹੋ ਗਿਆ ਵੀ ਜੇ ਕੀਮਤ ਵੱਧ ਗਈ? ਜੇ ਹੁਣ ਬੰਦੇ ਦੀ ਉਮਰ ਵੱਧ ਗਈ ਇਹਦਾ ਮਤਲਬ ਇਹ ਤਾਂ ਨਹੀਂ ਵੀ ਉਹਦੀ ਵੈਲਿਊ ਘੱਟ ਗਈ, ਜਾਂ ਉਹਦੀ ਵੈਲਿਊ ਤਾਂ ਓਨੀ ਹੀ ਰਹੂਗੀ। ਜੇ ਬਾਪੂ ਉਹਦਾ ਬਾਪੂ ਹੀ ਰਹੂ, ਗਾਂ ਤਾਂ ਬਾਈ ਕੁਝ ਬਣ ਨਹੀਂ ਲੱਗਿਆ। ਸੋ ਇਸ ਕਰਕੇ ਕਹਿਣ ਦਾ ਭਾਵ ਇਹ ਹੈ ਕਿ ਜਿਹੜੇ ਜਿੰਨੇ ਵੀ ਤੁਸੀਂ ਲਾ ਲਓ, ਬਿਜਲੀ ਦੇ ਬਿੱਲ ਲਾ ਲਓ, ਗੈਸ ਦੇ ਬਿੱਲ ਲਾ ਲਓ, ਹਰ ਚੀਜ਼ ਦੇ ਵਿੱਚ ਰੇਟ ਏਦਾਂ ਵਧਾਈ ਜਾਂਦੇ ਆ। ਇਹ ਗੈਸ $20 ਦੀ ਖਰਚ ਹੁੰਦੀ ਹੈ ਤੇ ਬਿੱਲ ਪੌਣੇ $200 ਦਾ ਹੋ ਜਾਂਦਾ। ਕਿਉਂ? ਡਿਲੀਵਰੀ ਚਾਰਜ ਹੈ ਤੇ ਸਟੋਰੇਜ ਚਾਰਜ ਹੈ ਤੇ ਟੈਕਸ ਹੈ ਫਲਾਣਾ ਧਿਮਕਾ। ਸੋ ਇੰਨੇ ਬਿੱਲ ਵਧੇ ਹੋਏ ਨੇ ਜਿਹਦਾ ਕੋਈ ਹਿਸਾਬ ਨਹੀਂ ਹੈਗਾ। ਨਾਲੇ ਐਨਡੀਪੀ ਗਵਰਨਮੈਂਟ ਪਹਿਲਾਂ ਕਹਿੰਦੀ ਸੀ 18% ਵਧਾਇਆ, ਫਿਰ ਅੱਜ 14% ਹੋਰ ਵਧਾ ਲਿਆ। ਸੋ ਹਰ ਸਾਲ ਹੀ ਵਧਾਈ ਜਾਣਾ ਇਹਨਾਂ ਨੇ ਤਾਂ। ਸੋ ਕਹਿਣਾ ਪਾਵੇ ਹੈ ਵੀ ਜਿਹੜੀ ਤੁਸੀਂ ਗੱਲ ਕੀਤੀ ਨਾ ਅਮਰੀਕਾ ਦੀ, ਵੀ ਜੇ ਹੁਣ ਬੰਦੇ ਨੇ ਘਰ ਲੈ ਲਿਆ ਜਿੰਨੇ ਦਾ ਲਿੱਤਾ ਉਹਨਾਂ ਟੈਕਸ ਜਿੰਨਾ ਚਲੋ ਵਹੀ ਜਾਂਦਾ ਠੀਕ ਹੈ, ਲੇਕਿਨ ਜੇ ਤੁਸੀਂ ਐਵੇਂ ਉਸ ਚੀਜ਼ ਦੀ ਵੈਲਿਊ ਵਧਾਈ ਚੱਲੋ, ਉਹਦਾ ਜਦੋਂ ਵੇਚਣਾ ਹੀ ਨਹੀਂ, ਵੈਲਿਊ ਤਾਂ ਹੁੰਦੀ ਹੈ ਉਸਦੀ ਜੇ ਆਪਾਂ ਚੀਜ਼ ਵੇਚਣੀ ਹੈ। ਜੇ ਵੇਚਣੀ ਨਹੀਂ ਫਿਰ ਉਹਦੀ ਵੈਲਿਊ ਹੋਣੀ ਚਾਹੀਦੀ ਹੈ। ਜੀ ਜੀ। ਤੇ ਬਾਕੀ ਤਾਂ ਜੀ ਹੁਣ ਗਵਰਨਮੈਂਟ ਵਾਲਾ ਹੈਗਾ ਤਾਂ ਹੁਣ ਆਪਾਂ ਦੌੜਾ ਜਿੰਨਾ ਮਰਜ਼ੀ ਪਾਈਓ, ਸੁਣਨਾ ਤਾਂ ਇਹਨਾਂ ਨੇ ਹੈ ਨਹੀਂ ਗਾ ਵੈਸੇ। ਇਹ ਚੱਕਰ ਹੈ ਜੀ। ਧੰਨਵਾਦ ਜੀ। ਓਕੇ ਜੀ, ਥੈਂਕ ਯੂ ਵੈਰੀ ਮਚ। ਧੰਨਵਾਦ ਜੀ, ਧੰਨਵਾਦ ਜੀ। ਸੋ ਸੁਣਨਗੇ ਸਰਦਾਰ ਜਗਜੀਤ ਸਿੰਘ ਲਾਈਨ ਨੰਬਰ 3। ਹਾਂਜੀ ਗੱਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਟੌਪਿਕ ਤੁਹਾਡਾ ਪਹਿਲਾਂ ਵੀ ਬਹੁਤ ਟੌਪ ਤੇ ਸੀਗਾ ਤੇ ਲਾਸਟ ਮਿੰਟਾਂ 'ਚ ਸੁਣਿਆ, ਉਹ ਤੇ ਨਹੀਂ ਚਲੋ ਗੱਲ ਹੁਣ ਕਰਦੇ ਜੀ। ਪ੍ਰਾਪਰਟੀ ਟੈਕਸ ਦਾ ਤਾਂ ਧੂੰਆਂ ਕੱਢਿਆ ਪਿਆ ਜੀ। ਆ ਤੁਸੀਂ ਜਿਹੜੀ ਕਾਊਂਟਿੰਗ ਕੀਤੀ ਆ 2004 ਚ ਵਾਹਿਗੁਰੂ ਨੇ ਘਰ ਦਿੱਤਾ ਸੀਗਾ, 4.5 ਲੱਖ ਉਹਦੀ ਵੈਲਿਊ ਸੀਗੀ। ਵੀ 1500 ਤੋਂ 2000 ਮੈਨੂੰ ਪੂਰਾ ਯਾਦ ਤਾਂ ਨਹੀਂ, ਇੰਨਾ ਕੁ ਹੁੰਦਾ ਸੀ ਪ੍ਰਾਪਰਟੀ ਟੈਕਸ। ਤੇ ਆ ਵੇਖ ਲਓ ਹੁਣ 5500 ਦੇ ਗੇਟ 'ਚ ਆਇਆ ਹੁਣ, ਧੂੰਆਂ ਕੱਢਿਆ ਪਿਆ ਜੀ। ਲਾ ਕੇ ਕੰਮ ਕਰਨ ਰਹੇ ਆ ਤੇ ਪਰ ਬਾਰ ਫੇਰ ਨਹੀਂ ਉਹਦੀ ਗੱਲ ਤੇ ਕਰੋ ਜ਼ਰੂਰ। ਤੇ ਕੁਛ ਸਿਟੀਆਂ ਦੇ ਮੇਰਾ ਨੇ ਮੇਰਾ ਖਿਆਲ ਆਈ ਥਿੰਕ ਸਵੇਰੇ ਚੱਲਦਾ ਸੀਗਾ ਟਾਕ ਸ਼ੋ ਦੂਜੇ ਰੇਡੀਓ ਤੇ ਆਈ ਥਿੰਕ, ਤੇ ਨਹੀਂ ਵਧਾਏ ਇਹ ਪਤਾ ਨਹੀਂ ਸਾਡਿਆਂ ਨੂੰ ਕੀ ਹੈ। ਐਡੀ ਵੱਡੀ ਸਿਟੀ ਆ, ਇੰਨਾ ਇਹਨਾਂ ਨੂੰ ਇਨਕਮ ਹੋ ਰਹੀ ਆ। ਤੇ ਇੱਕ ਲਾਸਟ ਤੇ ਗੱਲ ਇਹ ਕਰਦਾ, ਹੁਣ ਮੈਂ ਇੱਥੇ ਰਹਿਣਾ ਆਪਣੇ ਤਕਰੀਬਨ ਸਕਾਟ ਰੋਡ ਦੇ ਕੋਲੇ ਤੇ 124 ਤੇ, ਉਹ ਸਾਡੀ 66 ਐਵਨਿਊ ਆ ਸਕਾਟ ਰੋਡ ਨੂੰ ਪੈਂਦੀ ਆ। ਆ ਜੋ ਤੁਸੀਂ ਗੱਲ ਕੀਤੀ ਮਟਕੇ ਵਾਲੀ, ਤੇ ਉੱਥੇ ਉਹ ਪਤਾ ਹੀ ਨਹੀਂ ਮਨਦੀਪ ਸਿੰਘ ਨਾਗਰੇ ਨੂੰ ਕਈ ਵਾਰੀ ਕਈ ਇਸ਼ੂਆਂ ਤੇ ਫੋਨ ਕਰਨ ਦੀ ਕੋਸ਼ਿਸ਼ ਕੀਤੀ, ਜੇ ਸੁਣਦੇ ਆ ਤੇ ਫੋਨ ਚੱਕਿਆ ਕਰਨ, ਮੈਸੇਜ ਨੂੰ ਆਨਸਰ ਕਰਿਆ ਕਰਨ।
ਜ਼ਰੂਰ ਬੈਕ ਕਾਲ ਕਰਿਆ ਕਰਨ। ਉੱਦਾਂ ਗੱਲਾਂ ਜਿਹੜੀਆਂ ਘੁਮਾ ਕੇ ਜਿੰਨੀਆਂ ਮਰਜ਼ੀ ਕਰੀ ਜਾਣ ਆਪਣੇ ਬੰਦੇ, ਤੇ ਇਹ ਵੀ ਕਈ ਵਾਰੀ ਨਾ ਮੋਹਲਿਆਂ ਦੇ ਪੈਟ ਹੀ ਬਣ ਜਾਂਦੇ ਆ। ਜਿਵੇਂ ਇੱਕ ਦਿਨ ਆਪਣੇ ਗਗਨ ਸਿੰਘ ਹੁਣੀ ਵੀ ਦੱਸ ਕੇ ਗਏ ਸਾਰਾ ਕੁਛ ਹੀ, ਇਹ ਦੁਮਛੱਲੇ ਬਣ ਜਾਂਦੇ ਆ ਬਾਈ। ਇਹਨਾਂ ਦਾ ਥੋੜੇ ਜਿਹਾ ਨਰਮ ਦੇ ਕੱਸਣੇ ਪੈਣੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਫਤਿਹ। ਹਰਵਿੰਦਰ ਕੌਰ ਜੀ, ਲਾਈਨ ਨੰਬਰ 5। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਟੈਕਸ ਵੈਸੇ ਵਧਣੇ ਨਹੀਂ ਚਾਹੀਦੇ। ਦੇਖ ਲਓ, ਜਦੋਂ ਅਸੀਂ ਘਰ ਲਿਆ ਸੀ 2005 ਚ ਤਕਰੀਬਨ 2500-2600 ਸੀ ਨਵੇਂ ਘਰ ਦਾ, ਦੇਖ ਲਓ ਸਾਰਾ ਟੈਕਸ ਜੀ। ਤੇ ਹੁਣ ਤਕਰੀਬਨ ਓਵਰ 5000 ਆ। 1500 ਪਤਾ ਨਹੀਂ ਕਿਉਂ ਵਧਾਈ ਜਾ ਰਹੇ ਨੇ, ਮਤਲਬ ਬਿਨਾਂ ਮਤਲਬ। ਤੇ ਜਦੋਂ ਇਹ ਘਰ ਵੀ ਵਿਕਣੇ ਤਾਂ ਬੰਦ ਹੋਣੇ ਆ ਜੇ ਟੈਕਸ ਸਟਾਪ ਕਰਨ, ਵੀ ਜਿਹੜੇ ਸਾਲ ਤੁਸੀਂ ਲੈਂਦੇ ਹੋ ਜਿੰਨਾ ਤੁਹਾਡਾ ਟੈਕਸ ਹੈਗਾ ਉਹਨਾਂ ਇਹਨਾਂ ਨੂੰ ਦੇਣਾ ਚਾਹੀਦਾ। ਬਿਲਕੁਲ, ਜਦ ਤੱਕ ਤੁਸੀਂ ਵੇਚਦੇ ਨਹੀਂ ਹੈ। ਬਿਲਕੁਲ ਠੀਕ। ਜਦ ਤੁਸੀਂ ਮਹਿੰਗਾ ਲੈ ਲਿਆ ਮਹਿੰਗੇ ਦਾ ਦਿਓ। ਬਿਲਕੁਲ ਠੀਕ। ਹਾਂਜੀ। ਤੇ ਹੁਣ ਮੇਰੇ ਹਸਬੈਂਡ ਜੀ ਡਿਸੇਬਿਲਟੀ ਤੇ ਨੇ, ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀਗਾ। ਮੈਂ ਇਕੱਲੀ ਕੰਮ ਕਰਦੀ ਹਾਂ। ਇੰਨਾ ਹਾਰਡ ਆ ਫਿਊਚਰ ਚ, ਮਤਲਬ ਕਿਵੇਂ ਅਸੀਂ ਅਫੋਰਡ ਕਰ ਸਕਦੇ ਹਾਂ ਇਹ ਗੱਲਾਂ। ਬਿਲਕੁਲ ਠੀਕ ਜੀ ਤੁਹਾਡੀ ਗੱਲ। ਹਾਂਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਸਰਦਾਰ ਰਣਜੀਤ ਸਿੰਘ ਜੀ। ਹਾਂਜੀ, ਵਾਹਿਗੁਰੂ ਫਤਿਹ। ਹਰਜੀਤ ਸਿੰਘ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਮੈਂ ਭੈਣ ਜੀ ਦੀ ਗੱਲ ਨਾਲ ਬੜਾ ਸਹਿਮਤ ਹਾਂ। ਉਹਨਾਂ ਨੇ ਬੜੀ ਵਧੀਆ ਵੈਲਿਡ ਪੁਆਇੰਟ ਦਿੱਤਾ ਵੀ ਜਦੋਂ ਨਵਾਂ ਘਰ ਲਵਾਂਗੇ ਉਦੋਂ ਵਧਾ ਦਿਓ, ਪੁਰਾਣਿਆਂ ਤੇ ਕਾਹਨੂੰ ਠੋਕੀ ਜਾਂਦੇ। ਬਿਲਕੁਲ। ਆਮ ਬੰਦੇ ਦਾ ਜਿਹੜਾ ਪਰ ਹੁਣ ਹੁੰਦਾ ਕਿਉਂ, ਹੁਣ ਸਵਾਲ ਹੈ ਵੀ ਹੁੰਦਾ ਕਿਉਂ। ਅਸੀਂ ਚੁੱਪ ਹਾਂ। ਬਿਲਕੁਲ। ਇੱਥੇ ਆ ਦੇਖੋ, ਹੁਣ ਕਿਸਾਨ ਮੋਰਚਾ ਚੱਲਦਾ, ਉਹਦੇ ਵਿੱਚ 30 ਕਰੋੜ ਮੁਸਲਮਾਨ ਬੈਠਾ ਇੰਡੀਆ 'ਚ। ਇੱਕ ਵੀ ਮੁਸਲਮਾਨ ਨੇ ਕਦੀ ਆ ਕੇ ਨਹੀਂ ਸ਼ੋਅ ਅਪ ਕੀਤਾ ਵੀ ਅਸੀਂ ਯਾਰ ਸਾਡੇ ਵੀ ਭਰਾ ਕਿਸਾਨ ਨੇ ਉੱਥੇ, ਉਹਨਾਂ ਦਾ ਵੀ ਬਿਜ਼ਨਸ ਹੈ। ਇਹ ਹਾਲਤ ਹੈ ਸਾਡੀ। ਇੱਥੇ ਤੁਸੀਂ ਕਈ ਸੱਦ ਲਓ, ਕੋਈ ਇਹੋ ਜਿਹੇ ਇਸ਼ੂ ਤੇ ਕਿਸੇ ਨਹੀਂ ਆਉਣਾ। ਅੱਜ ਸਰਦਾਰੀ ਨਜੀਰੀਆ ਵਾਲਿਆਂ ਨੇ ਨਾਸਾਂ 'ਚ ਧੂੰਆਂ ਲਿਆ ਤਾਂ 40 ਮਿਲੀਅਨ ਲੋਕ ਬਾਹਰ ਨਿਕਲ ਕੇ ਸੜਕਾਂ ਤੇ ਖੜ ਗਏ। ਐ ਹਟਦੀਆਂ ਇਹ ਸਰਕਾਰਾਂ। ਇਹਦੇ ਕਾਰਪੋਰੇਟ ਸਿਸਟਮ ਹੈ, ਅਮੀਰਾਂ ਦਾ ਦੇਸ਼, ਇਹਨੇ ਲੁੱਟੀ ਜਾਣਾ ਸਾਨੂੰ। ਜਿੰਨਾ ਚਿਰ ਅਸੀਂ ਆਵਾਜ਼ ਨਹੀਂ ਬੁਲੰਦ ਕਰਾਂਗੇ। ਥੈਂਕ ਯੂ ਬੇਲਾ ਤੁਹਾਡਾ ਕਿ ਤੁਸੀਂ ਇਹਦਾ ਵਧੀਆ ਇਸ਼ੂ ਲੈ ਕੇ ਆਏ ਹੋ। ਪਹਿਲਾ ਇਸ਼ੂ ਵੀ ਤੁਹਾਡਾ ਟੌਪ ਦਾ ਸੀਗਾ, ਆਹ ਵੀ ਤੁਹਾਡਾ ਇਸ਼ੂ। ਵੈਸੇ ਤੁਹਾਡੇ ਇਸ਼ੂ ਹੁੰਦੇ ਵਧੀਆ ਨੇ, ਕੋਈ ਇਹੋ ਜਿਹੀ ਗੱਲਬਾਤ ਨਹੀਂ। ਮੈਂ ਇਹ ਨਹੀਂ ਵੀ ਤੁਹਾਡੀ ਮੂੰਹ ਤੇ ਕੋਈ ਵਡਿਆਈ ਕਰਦਾ, ਪਿੱਛੇ ਪਿੱਛੇ ਵੀ ਗੱਲ ਚੱਲਦੀ ਰਹਿੰਦੀ ਹੈ। ਤੁਸੀਂ ਹਰ ਇਸ਼ੂ ਨੂੰ ਬੜੇ ਮਤਲਬ ਗੋਦੀ ਮੀਡੀਆ ਵਾਂਗੂ ਨਹੀਂ, ਤੁਸੀਂ ਇਹਨੂੰ ਆਪਣਾ ਇੱਕ ਪੱਤਰਕਾਰ ਦੇ ਤੌਰ ਤੇ ਵਧੀਆ ਐਂਕਰ ਤੁਸੀਂ ਲੈ ਕੇ ਆਉਂਦੇ। ਸੋ ਇਹ ਸਾਰੇ ਮੀਡੀਆ ਨੂੰ ਚਾਹੀਦਾ, ਘੁੰਗਣੀਆਂ ਪਾ ਕੇ ਬੈਠੇ ਰਹਿਣਾ ਨਹੀਂ ਹੋਣਾ ਚਾਹੀਦਾ। ਸੋ ਲੋਕਾਂ ਨੂੰ ਵੀ ਚਾਹੀਦਾ, ਇੱਕ ਮੈਨੂੰ ਪਤਾ ਵੀ ਜੇ ਅਸੀਂ ਬਾਹਰ ਇਸ ਗੱਲ ਤੇ ਪ੍ਰੋਟੈਸਟ ਰੱਖ ਲਈਏ, ਅਸੀਂ ਘਰਾਂ ਤੋਂ ਨਹੀਂ ਨਿਕਲਣਾ। ਜੇ ਤਾਂ ਨਿਕਲਾਂਗੇ ਤੇ ਸਾਰਾ ਕੁਝ ਹੋਊਗਾ। ਉਹ ਗੱਲ ਕਹਿੰਦੇ ਨੇ ਵੀ ਇੱਕ ਬਾਦਸ਼ਾਹ ਸੀਗਾ, ਉਹਨੇ ਕਿਹਾ ਵੀ ਇਹ ਜਿਹੜੇ ਲੋਕ ਆ ਬੋਲਦੇ ਨਹੀਂ, ਬੜੇ ਸੁਖੀ ਵਸ ਰਹੇ, ਉਹਨੇ ਟੈਕਸ ਲਾਤਾ, ਕੋਈ ਨਹੀਂ ਬੋਲਿਆ। ਫਿਰ ਉਹਨੇ ਕਿਹਾ ਜਿਹੜਾ ਟੈਕਸ ਲਾਉਂਦਾ ਤਾਂ 2 ਜੁੱਤੀਆਂ ਮਾਰਿਆ ਕਰੋ, ਫਿਰ ਵੀ ਨਹੀਂ ਬੋਲਿਆ। ਉਹਨੇ ਕਿਹਾ 4 ਕਰ ਦੋ। ਫਿਰ ਆ ਬੰਦੇ ਇਕੱਠੇ ਹੋ ਗਏ, ਕਹਿਣ ਲੱਗੇ ਵੀ ਗੱਲ ਕੀ ਆ ਬਈ ਬਾਹਰ ਰਾਜਾ ਜੀ ਤੁਹਾਨੂੰ ਮਿਲਣ ਆਇਆ। ਉਹ ਕਹਿੰਦੇ ਜਦ ਮਿਲਣ ਆਏ, ਉਹ ਕਹਿੰਦੇ ਜੀ ਕੀ ਗੱਲ ਹੈ, ਕੀ ਤਕਲੀਫ ਹੈ। ਉਹ ਕਹਿੰਦੇ ਜੀ ਜਿਹੜੀਆਂ ਤੁਸੀਂ ਜੁੱਤੀਆਂ ਮਾਰਨ ਨੂੰ ਬੰਦੇ ਰੱਖਿਆ, ਇਹਨਾਂ ਦੀ ਇਹ ਬੰਦੇ ਵਧਾਓ, ਉੱਥੇ ਟਾਈਮ ਬਹੁਤ ਲੱਗ ਜਾਂਦਾ। ਇਹ ਹਾਲਤ ਹੈ ਸਾਡੀ। ਅਸੀਂ ਬੋਲਦੇ ਨਹੀਂ, ਸਾਨੂੰ ਬੋਲਣਾ ਚਾਹੀਦਾ। ਜਦੋਂ ਵੀ ਕੋਈ ਕਾਲ ਹੁੰਦੀ ਆ, ਮੇਰੇ ਖਿਆਲ ਕੁਛ ਦਿਨਾਂ ਦੇ ਵਿੱਚ ਕੋਈ ਨਾ ਕੋਈ ਇਹਦੇ ਉੱਤੇ ਖਾਸ ਕਰਕੇ ਜਿਹੜਾ ਬਈ ਬੋਲਾਂਗੇ ਤਾਂ ਇਹ ਰੁਕਣਾ। ਨਹੀਂ ਤੇ ਹੁਣ ਦੇਖੋ, ਜਦੋਂ ਇੱਥੇ ਹਰਜੀਤ ਸਿੰਘ ਜੀ ਆਪਣਾ ਡਾਲਰ ਵਧਿਆ ਜੀ, ਜਦੋਂ ਆਪਣਾ ਡਾਲਰ ਵਧ ਗਿਆ, ਪ੍ਰਾਈਸਾਂ ਤੇ ਉਹੀ ਰਹੀਆਂ ਜੀ। ਡਾਲਰ ਉੱਚਾ ਹੋ ਗਿਆ ਕਿਉਂਕਿ ਜਿਹੜੀ ਅਸੀਂ ਟ੍ਰੇਡ ਕਰ ਰਹੇ ਸੀ ਬਾਹਰੋਂ, ਦੁਕਾਨਦਾਰਾਂ ਨੇ ਮੌਜਾਂ ਮਾਣੀਆਂ, ਸਮਾਨ ਉੱਥੋਂ ਉਸੇ ਭਾਅ ਚੱਕਿਆ, ਇੱਥੇ ਉਸੇ ਭਾਅ ਸਾਨੂੰ ਵੇਚਿਆ। ਮੈਂ ਕੱਲ ਇਮਰਾਨ ਖਾਨ ਦੀ ਇੰਟਰਵਿਊ ਦੇਖ ਰਿਹਾ, ਬੜੀ ਵਧੀਆ ਉਹਨੇ ਗੱਲ ਕੀਤੀ। ਉਹ ਕਹਿੰਦਾ ਵੀ ਅਸੀਂ 42 ਸਾਡੇ ਪ੍ਰਧਾਨ ਮੰਤਰੀ ਸਾਹਿਬ ਜਿਹਦੇ ਗੁਣ ਗਾਉਂਦੇ ਨੇ ਲੋਕੀ, ਉਹਨੇ 1 ਮਹੀਨੇ ਦੇ ਵਿੱਚ 4 ਵਾਰੀ ਤੇਲ ਦੀਆਂ ਪ੍ਰਾਈਸ ਵਧਾਤੇ। ਉਹ ਕਹਿੰਦਾ ਅਸੀਂ 42 ਰੁਪਏ ਡੀਜ਼ਲ ਦੀ ਸਭ ਤੋਂ ਘੱਟ ਇਸ ਵੇਲੇ ਪਾਕਿਸਤਾਨ ਦਾ ਅਸੀਂ ਜਿਵੇਂ ਪਾਕਿਸਤਾਨ ਦੀ ਕੰਗਾਲ ਹੋ ਗਿਆ, ਉਹਦਾ ਦਿਵਾਲਾ ਨਿਕਲ ਜਾਣਾ। 42 ਰੁਪਏ ਉਹਨਾਂ ਨੇ ਡੀਜ਼ਲ ਸਸਤਾ ਕੀਤਾ ਤੇ ਫਿਰ ਨਾਲ ਹੀ ਡਾਇਰੈਕਸ਼ਨ ਦਿੱਤੀ ਜਿੰਨੀ, ਕਿਉਂਕਿ ਜਦੋਂ ਤੇਲ ਦੀ ਪ੍ਰਾਈਸ ਘਟਦੀ ਆ ਦੂਸਰੀਆਂ ਕੀਮਤਾਂ ਵੀ ਘਟਦੀਆਂ ਨੇ। ਉਹ ਕਹਿੰਦਾ ਵੀ ਅਕੋਰਡਿੰਗ ਟੂ ਦਿਸ ਪ੍ਰਾਈਸ ਐਵਰੀਬਾਡੀ ਸ਼ੁੱਡ ਰਿਡਿਊਸ ਦ ਪ੍ਰਾਈਸਸ। ਵੀ ਜਦੋਂ ਵੱਧਦੀਆਂ ਉਦੋਂ ਵੀ ਤੁਸੀਂ ਮੌਜਾਂ ਮਾਣਦੇ, ਜੇ ਘੱਟ ਹੈ ਤਾਂ ਫਿਰ ਘੱਟ ਕਰੋ। ਸੋ ਜਿੰਨਾ ਚਿਰ ਅਸੀਂ ਇਹ ਸਿਸਟਮ ਨੂੰ ਨਹੀਂ ਅੱਗੇ ਬੋਲਾਂਗੇ, ਹਾਂ ਗੱਲ ਠੀਕ ਆ। ਨਾਗਰੇ ਨੂੰ ਮੈਂ ਵੀ 1-2 ਵਾਰੀ ਫੋਨ ਕਰਦਾ, ਸਾਨੂੰ ਵੀ ਇੱਥੇ ਇੱਕ ਪ੍ਰੋਬਲਮ ਹੋਈ, ਕੋਈ ਨਾ ਜੀ ਸੁਨੇਹਾ ਦਿੰਨੇ, ਮੈਸੇਜ ਵੀ ਛੱਡਿਆ, ਜਵਾਬ ਹੀ ਨਹੀਂ ਦਿੰਨੇ ਆ ਸੁਨੇਹਾ ਜੀ। ਅੱਜ ਹੀ ਪਹੁੰਚਦਾ ਸੁਨੇਹਾ, ਆ ਲੈਣ ਦੋ, ਅੱਗੇ ਇਲੈਕਸ਼ਨ ਆ ਹੀ ਜਾਣੀ ਆ। ਕੋਈ ਨਾ ਜੀ ਸਪੋਰਟ ਕੀਤੀ ਨਾਲੇ ਇਹਨਾਂ ਦੀ। ਕੋਈ ਨਾ ਬਾਈ ਜੀ, ਕੋਈ ਨਾ। ਯਾਰ ਸਾਡੀ ਨਹੀਂ ਸੁਣਨ ਨੂੰ ਤਿਆਰ ਵੀ ਅਸੀਂ ਉੱਥੇ ਤੁਹਾਡੇ ਕੋਲ ਟੈਣੀਆਂ ਲੈਣੀਆਂ ਵੀ ਤੁਸੀਂ ਸਿਟੀ 'ਚ ਬੈਠ ਕੇ ਸਾਡੀ ਗੱਲ ਹੀ ਨਹੀਂ ਸੁਣ ਸਕਦੇ।
ਧੰਨਵਾਦ ਖਾਲਸਾ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਫਤਿਹ। ਗਗਨਦੀਪ ਸਿੰਘ ਉਹਨਾਂ ਨੇ ਚੌਹਾਨ ਹੋਣੀ ਮੇਰੇ ਦੋਸਤ ਨੇ, ਗ੍ਰੀਨਵੁੱਡ 'ਚ ਰਹਿੰਦੇ ਆ, ਇੰਡੀਅਨੈਪੋਲਿਸ ਦੇ ਵਿੱਚ, ਇੰਡੀਆਨਾ ਦੇ ਵਿੱਚ, ਸੌਰੀ। ਉਹ ਕਹਿੰਦੇ ਪ੍ਰਾਇਮਰੀ ਹਾਊਸ ਆ ਜਿਹੜਾ ਸਾਡਾ, ਉਹਦਾ ਸਾਡਾ 1% ਟੈਕਸ ਹੈ। ਜੇ $1.5 ਮਿਲੀਅਨ ਦਾ ਘਰ, ਉੱਥੇ ਘਰ 7-8 ਲੱਖ ਦੇ ਨੇ ਵਧੀਆ ਘਰ, ਸੋ $800 ਤੁਹਾਡਾ ਟੈਕਸ ਆ ਪ੍ਰਾਇਮਰੀ। ਰੈਂਟ ਕਰਦੇ ਹੋ 2 ਤੇ 3%, 3% ਕਮਰਸ਼ੀਅਲ ਤੇ ਆ, 2% ਦੂਜਾ ਘਰ ਆ ਜਿਹੜਾ ਰੈਂਟ ਕਰਦੇ। ਹੁਣ ਇਹ ਦੇਖ ਲਓ ਵੀ ਆਪਣਾ ਕਿੰਨਾ %। ਇਹ ਸੀ ਅੱਜ ਦਾ ਪ੍ਰੋਗਰਾਮ, ਤੇ ਤੁਹਾਡੇ ਮਸਲੇ ਨੇ, ਤੁਹਾਡੇ ਸਨਮੁਖ ਕਰੀਦੇ ਨੇ। ਇਹ ਗੱਲ ਤੋਰੀ ਹੈ, ਪ੍ਰੋਪਰਟੀ ਟੈਕਸ ਜੁਲਾਈ ਤੱਕ ਹਲੇ ਆਪਾਂ ਭਰਨਾ, ਪਰ ਇਸ ਤੇ ਗੱਲ ਆਪਾਂ ਕਰਦੇ ਰਹਿਣਾ, ਤੇ ਕੋਸ਼ਿਸ਼ ਕਰਾਂਗੇ ਸਿਟੀ ਤੋਂ ਕਿਸੇ ਨੂੰ ਸੱਦ ਕੇ, ਕੌਂਸਲ ਨਾਗਰੇ ਨੂੰ ਆਉਣ ਵਾਲੇ ਦਿਨਾਂ ਸੱਦਾਂਗੇ, ਭਾਈ ਦੱਸੋ ਇਹ ਮਹਿੰਗਾ ਕਿਉਂ ਹੋ ਰਿਹਾ। ਰੱਬ ਰਾਖਾ, ਮਿਲਦੇ ਹਾਂ ਦੂਜੇ ਪਾਸੇ 90 ਮਿੰਟਾਂ।